हेलो एवरीवन, वेलकम टू चेतन भारत लर्निंग। कल दी ਜੀਓਗ੍ਰਾਫੀ ਐਂਡ एनवायरनमेंट ਦੀ ਕਲਾਸ 'ਚ ਆਪਾਂ ਕੁਝ ਡਾਊਟਸ ਦੇਖੇ ਸੀਗੇ ਜਿਹੜੇ ਟੈਸਟ ਰਿਲੇਟਡ ਡਾਊਟ ਸੀਗੇ ਬੱਚਿਆਂ ਦੇ। ਐਂਡ ਦੈਨ ਆਪਾਂ ਏਸ਼ੀਆ ਦਾ ਮੈਪ ਡਿਟੇਲ 'ਚ ਕਵਰ ਕੀਤਾ। ਡਿਫਰੈਂਟ ਰੀਜਨਸ ਆਫ ਏਸ਼ੀਆ ਦੇਖੇ, ਡਿਫਰੈਂਟ ਵਾਟਰ ਬੋਡੀਜ਼ ਆਫ ਏਸ਼ੀਆ ਦੇਖੀਆਂ, ਰਿਵਰਸ ਆਫ ਏਸ਼ੀਆ, ਗਲਫ, ਇਸਥਮਸ, ਸਟ੍ਰੇਟਸ, ਇਹ ਸਾਰੀਆਂ ਚੀਜ਼ਾਂ ਆਪਾਂ ਕੱਲ ਦੀ ਕਲਾਸ 'ਚ ਕਵਰ ਕੀਤੀਆਂ ਸੀਗੀਆਂ। ਏਸ਼ੀਆ ਲਾਰਜੈਸਟ ਕੰਟੀਨੈਂਟ ਵੀ ਹੈ, ਕਾफ़ी ज़्यादा मैप एंट्रीज है, इसलिए ज़्यादा टाइम ਲੈਂਦਾ ਸੀਗਾ ਤੇ ताकि ਇਨਫੋਰਮੇਸ਼ਨ ਓਵਰਲੋਡ ਨਾ ਹੋ ਜਾਏ ਆਪਾਂ ਏਸ਼ੀਆ ਦੀ ਕਲਾਸ ਖਤਮ ਕਰਤੀ ਸੀ। ਅੱਜ ਆਪਾਂ ਬਾਕੀ ਦੇ ਕੰਟੀਨੈਂਟਸ ਕਵਰ ਕਰਾਂਗੇ। ਰਿਲੇਟਿਵਲੀ ਈਜ਼ੀਅਰ ਹੈ ਇੱਥੇ, ਪਰ ਕੰਟੀਨੈਂਟ ਆਪਣੀਆਂ ਘੱਟ ਥੋੜ੍ਹੀਆਂ ਮੈਪ ਐਂਟਰੀਜ਼ ਹੋਣਗੀਆਂ, ਦਿਮਾਗ ਤੇ ਲੋਡ ਥੋੜ੍ਹਾ ਜਿਹਾ ਘੱਟ ਪਊਗਾ। ਤਾਂ ਆਪਾਂ ਸਟਾਰਟ ਕਰਦੇ ਹਾਂ। ਏਸ਼ੀਆ ਦਾ ਮੈਪ ਆਪਾਂ ਕੱਲ ਕਵਰ ਕਰ ਲਿਆ ਸੀਗਾ। ਅੱਜ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਯੂਰਪ ਦੇ ਮੈਪ 'ਚ। ਤਾਂ ਆਪਣਾ ਪ੍ਰੋਸੈਸ ਸੇਮ ਹੀ ਰਹੂਗਾ ਜਿੱਦਾਂ ਆਪਾਂ ਕੱਲ ਦੀ ਕਲਾਸ 'ਚ ਏਸ਼ੀਆ ਦੀਆਂ ਮੈਪ ਐਂਟਰੀਜ਼ ਕੀਤੀਆਂ। ਆਲ ਆਫ ਯੂ ਵੁੱਡ ਓਪਨ ਯੋਰ ਮੈਪ ਐਟਲਸ, ਖੋਲੋਗੇ ਤੁਸੀਂ ਆਹ ਵਾਲਾ ਮੈਪ ਓਪਨ ਕਰੋਗੇ ਯੂਰਪ ਦਾ, ਫਿਜ਼ੀਕਲ ਐਂਡ ਪੋਲੀਟੀਕਲ ਦੋਨੋਂ ਤੁਸੀਂ ਆਪਣੀਆਂ ਅੱਖਾਂ ਸਾਹਮਣੇ ਰੱਖੋਗੇ। ਸੇਮ ਪ੍ਰੋਸੈਸ ਨਾਲ ਆਪਾਂ ਸਰਕਮ ਨੈਵੀਗੇਟ ਕਰਾਂਗੇ, ਕੋਸਟੋ ਕੋਸਟੀ ਜਾਵਾਂਗੇ ਕਸ਼ਤੀ ਲੈ ਕੇ, ਐਂਡ ਡਿਫਰੈਂਟ ਵਾਟਰ ਬੋਡੀਜ਼ ਦੇਖਾਂਗੇ ਕਿ ਜੇ ਕੁਛ ਇਨਲੈਂਡ 'ਚ ਇੰਪੋਰਟੈਂਟ ਹੈਗਾ, ਲੈਂਡ ਲੌਕਡ ਕੰਟਰੀਜ਼ ਕੁਛ ਇੰਪੋਰਟੈਂਟ ਹੈਗੀਆਂ ਤਾਂ ਆਪਾਂ ਉੱਥੇ ਕਿਸ਼ਤੀ ਪਾਰਕ ਕਰਕੇ ਆਪਣੀ ਅੰਦਰ ਲੈਂਡ ਲੌਕਡ ਕੰਟਰੀਜ਼ ਦੀਆਂ ਐਂਟਰੀਜ਼ ਕੁਛ ਇੰਪੋਰਟੈਂਟ ਇਨਫੋਰਮੇਸ਼ਨ ਵੀ ਦੇਖਾਂਗੇ। ਬਿਲਕੁਲ ਕੱਲ ਵਾਲੀ ਕਲਾਸ ਵਾਲਾ ਸੇਮ ਪ੍ਰੋਸੀਜਰ ਰਹੂਗਾ। First of all, we are going to cover the map of Europe. So I would request you to please open the map of Europe in your atlas. ठीक है जी, तो let us start. फर्स्ट एंड फोरमोस्ट थिंग ਜਿਹੜੀ ਯੂਰਪ ਦੇ ਮੈਪ 'ਚ ਤੁਸੀਂ ਨੋਟਿਸ ਕਰਨੀ ਹੈ, ਕਿਉਂਕਿ ਯੂਰਪ ਦਾ ਕੰਟੀਨੈਂਟ ਨਾ ਏਸ਼ੀਅਨ ਕੰਟੀਨੈਂਟ ਦੇ ਨਾਲ ਅਟੈਚਡ ਹੈ। ਐਜ਼ ਸੱਚ ਮਤਲਬ ਕੋਈ ਵਾਟਰ ਫਰੰਟੀਅਰ ਨਹੀਂ ਹੈਗਾ, ਕੋਈ ਮੈਰੀਟਾਈਮ ਬਾਉਂਡਰੀ ਨਹੀਂ ਹੈਗੀ। ਜਿਵੇਂ ਨਾਰਥ ਅਮਰੀਕਾ ਆਪਾਂ ਨੂੰ ਪਤਾ ਅਲੱਗ ਹੈ, ਸਾਊਥ ਅਮਰੀਕਾ ਅਲੱਗ ਹੈ, ਇੱਕ ਛੋਟਾ ਜਿਹਾ ਪੀਸ ਆਫ ਲੈਂਡ ਹੀ ਕਨੈਕਟ ਕਰਦਾ ਹੈ। ਅਫਰੀਕਾ ਅਲੱਗ ਹੈ, ਏਸ਼ੀਆ ਅਲੱਗ ਹੈ, ਲੇਕਿਨ ਆਸਟ੍ਰੇਲੀਆ ਤਾਂ ਬਿਲਕੁਲ ਹੀ ਅਲੱਗ ਹੈ। So is the case with Antarctica. Europe is attached with Asia, इसलिए ਆਪਾਂ ਇਹ ਕੰਬਾਈਨਡ ਇਹਨਾਂ ਨੂੰ ਯੂਰੇਸ਼ੀਆ ਵੀ ਕਹਿੰਦੇ ਆ। ਯੂਰਪ ਪਲਸ ਏਸ਼ੀਆ, ਯੂਰੇਸ਼ੀਆ, ਯੂਰੇਸ਼ੀਅਨ ਕੰਟੀਨੈਂਟ। ਬਟ like how do we separate these two continents? What are the physical features या what are the boundaries between Europe and Asia? ਇੱਕ ਫੀਚਰ ਆਪਾਂ ਆਲਰੇਡੀ ਏਸ਼ੀਆ ਦੇ ਮੈਪ 'ਚ ਹੀ ਕਵਰ ਕੀਤਾ ਸੀਗਾ। ਓਵਰ ਹੇਅਰ ਰਨਸ ਅ ਚੇਨ ਆਫ ਮਾਊਂਟੇਨਸ, ਜਿਹਨੂੰ ਆਪਾਂ ਕਹਿੰਦੇ ਆ, ਹੁਣ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਮੈਨੂੰ ਦੱਸਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ, ਤੁਸੀਂ ਸਾਰੇ ਆਪ ਹੀ ਕਮੈਂਟਸ 'ਚ ਲਿਖੋਗੇ, ਲਾਈਵ ਚੈਟ 'ਚ ਲਿਖੋਗੇ। ਦੀਜ਼ ਆਰ ਦੀ ਯੂਰਾਲ ਮਾਊਂਟੇਨਸ। ਰਸ਼ੀਆ 'ਚ ਇਹ ਯੂਰਾਲ ਮਾਊਂਟੇਨ ਚੇਨਸ ਹੈ, ਓਲਡ ਫੋਲਡ ਮਾਊਂਟੇਨਸ ਦੀ ਐਗਜ਼ਾਮਪਲ ਹੈ। ਯੂਰਾਲ ਮਾਊਂਟੇਨਸ ਦੇ ਵੈਸਟ 'ਚ ਯੂਰਪ ਹੈ, ਯੂਰਾਲ ਮਾਊਂਟੇਨਸ ਦੇ ਈਸਟ 'ਚ ਏਸ਼ੀਆ ਵਾਲਾ ਪੋਰਸ਼ਨ ਹੈ। ਰਸ਼ੀਆ ਆਪਾਂ ਦੇਖਿਆ ਸੀ ਦੋਨੋਂ ਕੰਟੀਨੈਂਟਸ 'ਚ ਲਾਇਆ ਕਰਦਾ ਹੈ। ਯੂਰਾਲ ਮਾਊਂਟੇਨਸ ਤੋਂ ਥੱਲੇ ਇੱਕ ਲਾਈਨ ਐਕਸਟੈਂਡ ਕਰ ਦਿਓ ਤੁਸੀਂ, ਰਾਈਟ ਅਪ ਟਿਲ ਕੈਸਪੀਅਨ ਸੀ। ਕੈਸਪੀਅਨ ਸੀ ਬਾਰੇ ਵੀ ਆਪਾਂ ਨੋਟਿਸ ਕੀਤਾ ਸੀਗਾ, ਇਟ ਇਜ਼ ਦੀ ਲਾਰਜੈਸਟ ਲੇਕ ਇਨ ਦੀ ਵਰਲਡ। ਨਾਮ ਇਨ ਦਾ ਸੀ ਹੈ ਬਟ ਇਟ ਇਜ਼ ਦੀ ਲਾਰਜੈਸਟ ਲੇਕ ਇਨ ਦੀ ਵਰਲਡ। ਐਂਡ ਇੱਕ ਆਪਾਂ ਇੰਪੋਰਟੈਂਟ ਰਿਵਰ ਵੀ ਦੇਖੀ ਸੀ, ਰਿਵਰ ਵੋਲਗਾ, ਜਿਹੜੀ ਕਿ ਯੂਰਾਲ ਮਾਊਂਟੇਨਸ ਤੋਂ ਸਟਾਰਟ ਹੁੰਦੀ ਹੈ ਐਂਡ ਕੈਸਪੀਅਨ ਸੀ 'ਚ ਡਰੇਨ ਹੁੰਦੀ ਹੈ। ਕੈਸਪੀਅਨ ਸੀ ਤੋਂ ਤੁਸੀਂ ਕੋਕੇਸ਼ੀਅਸ ਰੀਜਨ ਆਪਾਂ ਕੀਤਾ ਸੀਗਾ, ਕੋਕੇਸ਼ੀਅਸ ਮਾਊਂਟੇਨਸ ਆਪਾਂ ਦੇਖੇ ਸੀਗੇ। 3 ਕੋਕੇਸ਼ੀਅਸ ਕੰਟਰੀਜ਼ ਦੇਖੀਆਂ ਸੀਗੀਆਂ। ਜਲਦੀ ਦੱਸੋ ਮੈਨੂੰ ਕਿਹੜੀਆਂ ਕੋਕੇਸ਼ੀਅਸ ਕੰਟਰੀਜ਼ ਇੱਥੇ 3? ਜਾਰਜੀਆ, ਅਰਮੇਨੀਆ ਐਂਡ ਅਜ਼ਰਬੈਜਾਨ। ਬਲੈਕ ਸੀ ਵਾਲੀ ਸਾਈਡ ਤੇ ਜਾਰਜੀਆ, ਕੈਸਪੀਅਨ ਸੀ ਵਾਲੀ ਸਾਈਡ ਤੇ ਅਜ਼ਰਬੈਜਾਨ, ਇਹਨਾਂ ਦੇ ਵਿੱਚ ਹੈ ਅਰਮੇਨੀਆ। ਇੱਥੇ ਰਸ਼ੀਆ ਤੋਂ ਬਿਲਕੁਲ ਥੱਲੇ ਓਵਰ ਹੇਅਰ ਆਰ ਦੀ ਜਾਰਜੀਆ, ਅਰਮੇਨੀਆ ਐਂਡ ਅਜ਼ਰਬੈਜਾਨ। ਐਂਡ ਇੱਥੇ ਕੋਕੇਸ਼ੀਅਸ ਮਾਊਂਟੇਨਸ ਵੀ ਹੈ, ਯੂਰਾਲ ਮਾਊਂਟੇਨਸ, ਕੈਸਪੀਅਨ ਸੀ, ਕੋਕੇਸ਼ੀਅਸ ਮਾਊਂਟੇਨਸ ਐਂਡ ਲਾਸਟਲੀ ਬਲੈਕ ਸੀ। ਬਲੈਕ ਸੀ ਤੋਂ ਬਾਅਦ ਆ ਸਟ੍ਰੇਟਸ। ਇੱਥੇ ਆਪਾਂ ਟਵਿਨ ਸਟ੍ਰੇਟਸ ਕੀਤੀਆਂ ਸੀਗੀਆਂ, ਦੱਸੋ ਮੈਨੂੰ ਜਲਦੀ ਕਿਹੜੀਆਂ ਟਵਿਨ ਸਟ੍ਰੇਟਸ? Which two straits join Black Sea with the Mediterranean Sea? ਐਂਡ ਮੈਨੂੰ ਤੁਸੀਂ ਸੀਕੁਐਂਸ ਵੀ ਦੱਸਣਾ ਹੈ, ਬਲੈਕ ਸੀ ਵਾਲੀ ਸਾਈਡ ਤੇ ਕਿਹੜੀ ਹੈ ਐਂਡ ਮੈਡੀਟੇਰੇਨੀਅਨ ਸੀ ਵਾਲੀ ਸਾਈਡ ਤੇ ਕਿਹੜੀ ਹੈ। ਬਲੈਕ ਸੀ ਵਾਲੀ ਸਾਈਡ ਤੇ ਬੋਸਫੋਰਸ ਸਟ੍ਰੇਟ ਦੇਖ ਸਕਦੇ ਹੋ ਤੁਸੀਂ ਆਪਣੇ ਐਟਲਸ 'ਚ, ਤੁਸੀਂ ਏਸ਼ੀਆ ਵਾਲੇ ਐਟਲਸ 'ਚ ਵੀ ਇਹ ਮਾਰਕ ਕੀਤਾ, ਇੱਥੇ ਵੀ ਮਾਰਕ ਕਰ ਲਓ ਬੋਸਫੋਰਸ ਸਟ੍ਰੇਟ। ਦੈਨ ਆਊਗੀ ਸੀ ਆਫ ਮਰਮਰਾ, सी ऑफ मरमरा क्रॉस करके डार्डनल्स स्ट्रेट क्रॉस करके अगे मैडिटेरेनियन सी। मैं तुहानू एशिया वाला मैप जो आप कवर किया सी, मैं तुहानू दस्सिया सीगा कि आप मैडिटेरेनियन सी के डिफरेंट पोर्शनस करांगे। इत्थे तुसीं एग्जैक्टली याद रखना है एजियन सी, मैडिटेरेनियन सी दी ही एक अंदर फर्दर वाटर बॉडी है एजियन सी।
ਜਿਹੜੀ ਬਲੈਕ ਸੀ ਦੀ ਓਪਨਿੰਗ ਹੈ ਮੋਟੇ ਮੋਟੇ ਟਰਮਸ 'ਚ ਦੱਸਣਾ ਹੋਵੇ ਤਾਂ ਆਪਾਂ ਕਹਿ ਦਿੰਦਾ ਮੈਡੀਟੇਰੇਨੀਅਨ ਸੀ 'ਚ ਓਪਨ ਹੁੰਦੀ ਆ। ਡਾਰਡਨਲਸ ਤੇ ਬੋਸਫੋਰਸ ਮੈਡੀਟੇਰੇਨੀਅਨ ਐਂਡ ਬਲੈਕ ਸੀ ਨੂੰ ਕਨੈਕਟ ਕਰਦੇ ਆ। ਗਲਤ ਨਹੀਂ ਹੈਗੀ ਇਹ ਸਟੇਟਮੈਂਟ, ਜਨਰਲ ਟਰਮਸ 'ਚ ਆਪਾਂ ਇਹੀ ਸਟੇਟਮੈਂਟ ਬੋਲੀ ਦੀ ਹੈ। ਹੁਣ ਜ਼ਿਆਦਾ ਹੀ ਪਿੰਨ ਪੁਆਇੰਟ ਕਰਕੇ ਦੱਸਣਾ ਹੈ ਜੀ, ਐਗਜ਼ੈਕਟਲੀ ਦੱਸੋ ਕਿਹਨੂੰ ਜੁਆਇਨ ਕਰਦੀ ਹੈ। ਤਾਂ ਡਾਰਡਨਲ ਸਟ੍ਰੇਟ ਜੁਆਇਨਸ ਇੱਧਰ ਵਾਲੀ ਸਾਈਡ ਤੇ ਏਜੀਅਨ ਸੀ ਐਂਡ ਉਧਰ ਵਾਲੀ ਸਾਈਡ ਤੇ ਸੀ ਆਫ ਮਾਰਮਰਾ। ਇਸੇ ਤਰ੍ਹਾਂ ਬੋਸਫੋਰਸ ਸਟ੍ਰੇਟ ਜੁਆਇਨਸ ਸੀ ਆਫ ਮਾਰਮਰਾ ਵਿਦ ਬਲੈਕ ਸੀ। ਠੀਕ ਹੈ ਜੀ। ਤਾਂ ਇੱਥੇ ਏਜੀਅਨ ਸੀ ਤੁਸੀਂ ਲੋਕੇਟ ਕਰ ਸਕਦੇ ਹੋ ਗ੍ਰੀਸ ਤੋਂ ਬਿਲਕੁਲ ਥੱਲੇ। ਗ੍ਰੀਸ ਐਂਡ ਟਰਕੀ ਦੇ ਵਿੱਚ ਕੀ ਹੈ, ਏਜੀਅਨ ਸੀ। ਇੱਥੇ ਹੀ ਕ੍ਰੀਟ ਆਈਲੈਂਡ ਵੀ ਇੰਪੋਰਟੈਂਟ ਹੈ, ਸਮ ਆਫ ਦੀ ਇੰਪੋਰਟੈਂਟ ਆਈਲੈਂਡਸ, ਕ੍ਰੀਟ ਆਈਲੈਂਡਸ, ਰੋਡਸ ਆਈਲੈਂਡਸ। ਐਂਡ ਇੱਥੇ ਹੀ ਟਰਕੀ ਤੋਂ ਬਿਲਕੁਲ ਥੱਲੇ ਜਿਹੜਾ ਥੋੜਾ ਜਿਹਾ ਇੱਥੇ ਨਜ਼ਰ ਨਹੀਂ ਆ ਰਿਹਾ ਹੈਗਾ, ਜਸਟ ਬਿਲੋ ਟਰਕੀ ਯੂ ਹੈਵ ਸਾਈਪਰਸ ਆਈਲੈਂਡ ਆਲਸੋ। ਉਹ ਡਿਸਪਿਊਟ ਚੱਲ ਰਿਹਾ ਬਿਟਵੀਨ ਟਰਕੀ ਐਂਡ ਗ੍ਰੀਸ ਕਿ ਕਿਹਦਾ ਕੰਟਰੋਲ ਹੋਊਗਾ। ਕ੍ਰੀਟ ਆਈਲੈਂਡ ਐਂਡ ਸਾਈਪਰਸ ਆਈਲੈਂਡ ਜਿੱਥੇ ਤੁਸੀਂ ਯਾਦ ਰੱਖਣੇ ਆ ਮੈਡੀਟੇਰੇਨੀਅਨ ਸੀ ਦੇ ਇਹ ਇੰਪੋਰਟੈਂਟ ਆਈਲੈਂਡਸ ਹੈ, ਟਰਕੀ ਐਂਡ ਗ੍ਰੀਸ ਵਾਲੇ ਰੀਜਨ 'ਚ ਹੈ। ਐਂਡ ਟਰਕੀ ਐਂਡ ਗ੍ਰੀਸ ਦੇ ਵਿੱਚ ਕਿਹੜੀ ਸੀ ਆਉਂਦੀ ਹੈ, ਏਜੀਅਨ ਸੀ। ਇਹ ਮੈਡੀਟੇਰੇਨੀਅਨ ਸੀ ਦੀ ਹੀ ਇੱਕ ਛੋਟਾ ਜਿਹਾ ਪੋਰਸ਼ਨ ਹੈ, ਏਜੀਅਨ ਸੀ। ਕਲੀਅਰ ਹੈ ਜੀ। ਆ ਪੂਰਾ ਰੀਜਨ ਮਤਲਬ ਡਾਰਡਨਲ ਸਟ੍ਰੇਟ ਤੋਂ ਸਟਾਰਟ ਕਰਕੇ Dardanelles, Sea of Marmara, Bosphorus, Black Sea, Caucasus, Caspian, Ural. This is the boundary between Europe and Asia. First and foremost ਆਪਾਂ ਇਹ ਨੋਟ ਕੀਤਾ। ਠੀਕ ਹੈ ਜੀ। ਹੁਣ ਆਪਾਂ ਆਪਣੀ ਕਸ਼ਤੀ ਆਪਾਂ ਸਟਾਰਟ ਕੀਤੀ ਸੀਗੀ ਇੱਥੋਂ ਬਲੈਕ ਸੀ ਤੋਂ। ਹਜੇ ਆਪਾਂ ਬਲੈਕ ਸੀ 'ਚ ਹੀ ਹਾਂ। ਬਲੈਕ ਸੀ ਦੇ ਵਿੱਚ ਇੱਕ ਇੰਪੋਰਟੈਂਟ ਪੈਨਿਨਸੂਲਾ ਆਪਾਂ ਦੇਖਾਂਗੇ। ਆ ਜਿਹੜਾ ਪੋਰਸ਼ਨ ਤੁਹਾਨੂੰ ਨਜ਼ਰ ਆ ਰਿਹਾ ਬਲੈਕ ਸੀ ਵੱਲ ਐਕਸਟੈਂਡ ਹੁੰਦਾ ਹੋਇਆ, ਦਿਸ ਇਜ਼ ਕ੍ਰੀਮੀਅਮ ਪੈਨਿਨਸੂਲਾ। ਇਹ ਆਪਾਂ ਏਸ਼ੀਆ ਦੇ ਮੈਪ 'ਚ ਵੀ ਮੈਂ ਤੁਹਾਨੂੰ ਇਹਦਾ ਰੈਫਰੈਂਸ ਦਿੱਤਾ ਸੀਗਾ, ਬਟ ਇਹ ਯੂਰਪ ਦਾ ਪੋਰਸ਼ਨ ਹੈ। ਇੱਥੇ ਤੁਸੀਂ ਮਾਰਕ ਕਰੋਗੇ ਦਿਸ ਪੈਨਿਨਸੂਲਾ ਇਜ਼ ਕ੍ਰੀਮੀਅਨ ਪੈਨਿਨਸੂਲਾ। ਜੇ ਤੁਸੀਂ ਪੋਲੀਟੀਕਲ ਮੈਪ 'ਚ ਦੇਖ ਰਹੇ ਹੋ ਤਾਂ ਤੁਸੀਂ ਦੇਖ ਰਹੇ ਹੋ ਕਿ ਇਹਦਾ ਕਲਰ ਯੂਕਰੇਨ ਵਾਲੇ ਕਲਰ ਨਾਲ ਮੈਚ ਕਰ ਰਿਹਾ ਹੈ। ਲੀਗਲੀ ਇਟ ਇਜ਼ ਪਾਰਟ ਆਫ ਯੂਕਰੇਨ ਐਂਡ ਅੱਜ ਵੀ ਮੋਸਟ ਆਫ ਦੀਆਂ ਕੰਟਰੀਜ਼ ਰੈਕਗਨਾਈਜ਼ ਦਿਸ ਪੋਰਸ਼ਨ ਐਜ਼ ਪਾਰਟ ਆਫ ਯੂਕਰੇਨ। ਲੇਕਿਨ ਪ੍ਰੈਕਟੀਕਲੀ ਸਪੀਕਿੰਗ ਰਸ਼ੀਅਨ ਫੋਰਸਿਸ ਨੇ ਇਹ ਵਾਲਾ ਪੋਰਸ਼ਨ ਆਕਿਊਪਾਈ ਕੀਤਾ ਹੋਇਆ। ਕ੍ਰੀਮੀਆ ਆਪਣੀ ਇੰਡੀਪੈਂਡੈਂਸ ਦੀਆਂ ਗੱਲਾਂ ਕਰ ਰਿਹਾ ਸੀਗਾ ਕਿ ਵੀ ਆਰ ਇੰਡੀਪੈਂਡੈਂਸ ਐਂਡ ਰਸ਼ੀਅਨ ਫੋਰਸਿਸ ਨੇ ਇੱਥੇ ਆਪਣੀ ਆਕਿਊਪਾਈ ਕਰਕੇ ਇੱਥੇ ਰੈਫਰੈਂਡਮ ਕਰਵਾਤਾ, ਜਿੱਥੋਂ ਦੇ ਰੈਫਰੈਂਡਮ ਦੇ ਲੋਕਾਂ ਨੇ ਕਿਹਾ ਕਿ ਅਸੀਂ ਰਸ਼ੀਆ ਨੂੰ ਜੁਆਇਨ ਕਰਨਾ ਹੈ। ਤਾਂ ਡਿਸਪਿਊਟਡ ਟੈਰੀਟਰੀ ਚੱਲ ਰਹੀ ਹੈ। ਕ੍ਰੀਮੀਅਮ ਪੈਨਿਨਸੂਲਾ ਬਲੈਕ ਸੀ 'ਚ ਹੈ। ਠੀਕ ਹੈ ਜੀ। ਦੈਨ ਬਲੈਕ ਸੀ ਤੋਂ ਆਪਾਂ ਆਪਣੀ ਕਿਸ਼ਤੀ ਕੱਢੀ ਬਾਹਰ, ਸਟ੍ਰੇਟਸ ਕ੍ਰੋਸ ਕੀਤੀਆਂ, ਏਜੀਅਨ ਸੀ 'ਚ ਆ ਗਏ। ਏਜੀਅਨ ਸੀ 'ਤੇ ਆਪਾਂ ਦੋ ਆਈਲੈਂਡਸ ਇੰਪੋਰਟੈਂਟ ਆਈਲੈਂਡਸ ਦੇਖੇ, ਕ੍ਰੀਟ ਆਈਲੈਂਡਸ ਐਂਡ ਸਾਈਪਰਸ ਆਈਲੈਂਡਸ। ਚਲੋ ਹੋਰ ਅੱਗੇ ਚੱਲਦੇ ਹਾਂ। ਨੈਕਸਟ ਜਿਹੜੀ ਗ੍ਰੀਸ ਔਰ ਇਟਲੀ ਦੇ ਵਿੱਚ ਜਿਹੜਾ ਪੋਰਸ਼ਨ ਹੈ ਮੈਡੀਟੇਰੇਨੀਅਨ ਸੀ ਦਾ, ਤੁਸੀਂ ਦੇਖੋ ਉੱਥੇ ਲਿਖਿਆ ਹੋਊਗਾ ਆਇਓਨੀਅਨ ਸੀ। ਆਇਓਨੀਅਨ ਸੀ ਤਾਂ ਏਜੀਅਨ ਸੀ ਸਭ ਤੋਂ ਇੱਧਰ। ਨੈਕਸਟ ਆਪਾਂ ਥੋੜਾ ਜਿਹਾ ਹੋਰ ਉੱਧਰ ਗਏ, ਆਇਓਨੀਅਨ ਸੀ। ਹੁਣ ਆਇਓਨੀਅਨ ਸੀ ਤੋਂ ਉੱਪਰ ਚਲੇ ਜਾਓ। ਮਾਈਂਡਡ ਇੱਥੇ ਬਹੁਤ ਜ਼ਿਆਦਾ ਐਂਟਰੀਜ਼ ਲਿਖੀਆਂ ਹੋਈਆਂ। ਜਿਹੜੀਆਂ ਐਂਟਰੀਜ਼ ਤੁਹਾਨੂੰ ਮੈਂ ਦੱਸ ਰਿਹਾ ਕਲਾਸ 'ਚ, ਤੁਸੀਂ ਉਨੀਆਂ ਐਂਟਰੀਜ਼ ਯਾਦ ਰੱਖੋ, ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਮੋਰ ਦੈਨ ਸਫੀਸ਼ੀਐਂਟ ਹੈ। UPSC ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਇਹ ਸਫੀਸ਼ੀਐਂਟ ਰਹਿਣਗੀਆਂ ਜਿਹੜੀਆਂ ਆਪਾਂ ਐਂਟਰੀਜ਼ ਕਲਾਸ 'ਚ ਕਰਾਂਗੇ। ਹੁਣ ਈਚ ਐਂਡ ਐਵਰੀ ਐਂਟਰੀ ਕੀਤੀ ਤਾਂ ਅਗੇਨ ਆਪਾਂ ਨੂੰ ਯਾਦ ਕੁਛ ਨਹੀਂ ਰਹੂਗਾ, ਕਰ ਆਪਾਂ ਸਭ ਕੁਛ ਲਵਾਂਗੇ। ਤਾਂ ਯਾਦ ਰੱਖਣ ਲਈ ਜ਼ਰੂਰੀ ਹੈ ਕਿ ਆਪਾਂ ਥੋੜਾ ਜਿਹਾ ਪਿਕ ਐਂਡ ਚੂਜ਼ ਕਰੀਏ, ਕੋਸਟ ਬੈਨੀਫਿਟ ਐਨਾਲਿਸਿਸ ਦੇਖੀਏ ਐਂਡ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਯੂਟਿਲਿਟੀ ਦੇਖੀਏ। ਤਾਂ ਜਿਹੜੀਆਂ ਐਂਟਰੀਜ਼ ਆਪਾਂ ਕਲਾਸ 'ਚ ਕਵਰ ਕਰ ਰਹੇ ਹਾਂ ਮੋਰ ਦੈਨ ਸਫੀਸ਼ੀਐਂਟ ਰਹਿਣਗੀਆਂ ਫਰੋਮ ਯੋਰ ਐਗਜ਼ਾਮ ਪੁਆਇੰਟ ਆਫ ਵਿਊ। ਹੁਣ ਕੁਐਸਚਨ ਤਾਂ ਤੁਹਾਨੂੰ ਕਿਤੋਂ ਵੀ ਆ ਸਕਦਾ ਹੈ, ਰੈਂਡਮ ਕੁਐਸਚਨਸ ਦੀ ਆਪਾਂ ਗੱਲ ਨਹੀਂ ਕਰ ਰਹੇ। ਇੱਕ ਇੰਟੈਲੀਜੈਂਟ ਤਿਆਰੀ ਕਿਹਨੂੰ ਕਹਿੰਦੇ ਆ, ਜਿਸ 'ਚ ਆਪਾਂ ਵੇ ਕੀਤਾ ਕਿ ਅੱਛਾ ਇਹ ਆ ਸਕਦਾ, ਇਹ ਨਹੀਂ ਆ ਸਕਦਾ, ਇਹ ਇੰਪੋਰਟੈਂਟ ਹੈ, ਇਹ ਇੰਪੋਰਟੈਂਟ ਨਹੀਂ ਹੈਗਾ। ਠੀਕ ਹੈ ਜੀ। ਤਾਂ ਉਸ ਪੁਆਇੰਟ ਆਫ ਵਿਊ ਤੋਂ ਆਪਾਂ ਕਵਰ ਕਰ ਰਹੇ ਹਾਂ ਆਇਓਨੀਅਨ ਸੀ। ਉੱਪਰ ਚਲੋ ਹੁਣ ਆਇਓਨੀਅਨ ਸੀ ਤੋਂ ਯੂ ਕੈਨ ਸੀ ਦ ਕੰਟਰੀ ਆਫ ਇਟਲੀ ਐਂਡ ਇਟਲੀ ਦੇ ਨਾਲ ਇਟਲੀ ਦੇ ਈਸਟ 'ਚ ਕਿਹੜੀ ਸੀ ਤੁਹਾਨੂੰ ਨਜ਼ਰ ਆ ਰਹੀ ਹੈ, ਐਡਰੀਐਟਿਕ ਸੀ। ਆਇਓਨੀਅਨ ਸੀ ਤੋਂ ਅੱਗੇ ਆਪਾਂ ਮੂਵ ਕੀਤੇ ਐਡਰੀਐਟਿਕ ਸੀ। ਆਇਓਨੀਅਨ ਸੀ ਹੈ ਇਟਲੀ ਐਂਡ ਗ੍ਰੀਸ ਦੇ ਵਿੱਚ, ਐਡਰੀਐਟਿਕ ਸੀ ਹੈ ਇਟਲੀ ਐਂਡ ਆ ਜਿਹੜੀਆਂ ਬਲਕਨ ਸਟੇਟਸ ਹੈ, ਸਰਬੀਆ, ਅਲਬੇਨੀਆ, ਮੋਂਟੇਨੀਗਰੋ। ਇਹ ਜਿਹੜਾ ਆਪਾਂ ਕੀਤਾ ਸੀਗਾ ਵਰਲਡ ਹਿਸਟਰੀ 'ਚ ਆਪਾਂ ਕੀਤਾ ਸੀ ਬਲਕਨ ਪੈਨਸੂਲਾ ਕਹਿੰਦੇ ਇਸ ਪੂਰੇ ਰੀਜਨ ਨੂੰ। ਐਡਰੀਐਟਿਕ ਸੀ ਤੋਂ ਸਟਾਰਟ ਹੋ ਕੇ ਗ੍ਰੀਸ ਸਣੇ ਇਨਕਲੂਡ ਕਰਕੇ ਸਟ੍ਰੇਟਸ ਕ੍ਰੋਸ ਕਰਕੇ ਅਪ ਟਿਲ ਰਸ਼ੀਆ, ਅਪ ਟਿਲ ਯੂਕਰੇਨ। ਇਹ ਜਿਹੜਾ ਪੂਰਾ ਪੋਰਸ਼ਨ ਹੈ, ਇਸ ਪੋਰਸ਼ਨ ਨੂੰ ਆਪਾਂ
ਬਲਕਨ ਰੀਜਨ ਕਹਿੰਦੇ ਆ, ਬਲਕਨ ਪੈਨਿਨਸੂਲਾ ਕਹਿੰਦੇ ਆ। ਵਰਲਡ ਹਿਸਟਰੀ ਪੁਆਇੰਟ ਆਫ View ਤੋਂ ਵੈਰੀ ਵੈਰੀ ਇੰਪੋਰਟੈਂਟ। ਇਸੇ ਹੀ ਰੀਜਨ ਤੇ ਡਿਸਟਰਬੈਂਸਿਸ ਕਰਕੇ ਆਪਾਂ ਦੇਖਿਆ ਸੀ World War I ਹੋਈ ਹੈ। ਇਸ ਰੀਜਨ ਦਾ ਇੱਕ ਹੋਰ ਨਾਮ ਵੀ ਹੈ, ਉਹ ਮੈਂ ਜਦੋਂ ਰਿਵਰਸ ਕਰਵਾਉਂਗਾ ਉਸ ਤੇ ਆਉਂਗਾ। ਫਿਲਹਾਲ ਬਲਕਨ ਪੈਨਿਨਸੂਲਾ ਤੁਸੀਂ ਯਾਦ ਰੱਖਣਾ। ਇਟਲੀ ਐਂਡ ਬਲਕਨ ਰੀਜਨ ਦੇ ਵਿੱਚ ਕਿਹੜੀ ਸੀ ਆਉਂਦੀ ਹੈ? ਆਪਣੀ ਐਡਰੀਐਟਿਕ ਸੀ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਐਡਰੀਐਟਿਕ ਸੀ ਤੋਂ ਆਪਾਂ ਵਾਪਸ ਆਏ। ਇਟਲੀ ਦੇ ਬਿਲਕੁਲ ਫੁੱਟ ਆਫ ਦ ਇਟਲੀ ਤੇ ਦੇਖੋ, ਇਟਲੀ ਦਾ ਹੀ ਇੱਕ ਪਾਰਟ ਹੈ ਦ ਆਈਲੈਂਡ ਆਫ ਸਿਸਲੀ, ਐਂਡ ਥੋੜੀ ਜੀ ਅੱਗੇ ਜਾ ਕੇ ਆਉਂਦਾ ਹੈ ਆਈਲੈਂਡ ਆਫ ਸਾਰਡੀਨੀਆ। ਦੋ ਇੰਪੋਰਟੈਂਟ ਆਈਲੈਂਡਸ ਆਫ ਇਟਲੀ ਤੁਸੀਂ ਯਾਦ ਰੱਖਣੇ ਹੈ, ਸਿਸਿਲੀ ਐਂਡ ਸਾਰਡੀਨੀਆ, ਦੋਨੋਂ ਐਸ ਵਾਲੇ ਆ। ਇਟਲੀ, ਸਿਸਲੀ ਐਂਡ ਸਾਰਡੀਨੀਆ, ਟੂ ਇੰਪੋਰਟੈਂਟ ਆਈਲੈਂਡਸ ਆਫ ਇਟਲੀ। ਸਾਰਡੀਨੀਆ ਤੋਂ ਇਹਨਾਂ ਦੀ ਇਹਦੀ ਓਰੀਐਂਟੇਸ਼ਨ ਵੀ ਯਾਦ ਰੱਖਣੀ ਹੈ। ਮੇਨਲੈਂਡ ਇਟਲੀ ਦੇ ਬਿਲਕੁਲ ਫੁੱਟ ਤੇ ਹੈਗਾ ਸਿਸਲੀ, ਥੋੜਾ ਜਿਹਾ ਫਰਾਂਸ ਵੱਲ ਹੈਗਾ ਸਾਰਡੀਨੀਆ। ਸਾਰਡੀਨੀਆ ਤੋਂ ਜਸਟ ਉੱਪਰ ਇੱਕ ਹੋਰ ਵੈਰੀ ਇੰਪੋਰਟੈਂਟ ਆਈਲੈਂਡ ਕੋਰਸਿਕਾ। ਟੂਰਿਜ਼ਮ ਪੁਆਇੰਟ ਆਫ View ਤੋਂ ਵੀ ਅੱਜ ਦੀ ਡੇਟ 'ਚ ਕਾਫੀ ਇੰਪੋਰਟੈਂਟ ਹੈ। ਅਦਰਵਾਈਜ਼ ਹਿਸਟੋਰੀਕਲ ਇੰਪੋਰਟੈਂਸ ਇਹਦੀ, ਨਾਓ ਆਈ ਐਮ ਅ ਪਰਸਨ ਆਫ ਹਿਸਟਰੀ, ਹਿਸਟੋਰੀਕਲ ਇੰਪੋਰਟੈਂਸ ਇਹਦੀ। ਨੈਪੋਲੀਅਨ ਬੋਨਾਪਾਰਟ was born on this island. Napoleon ਦਾ birth ਇਸ island ਤੇ ਹੋਇਆ ਸੀ, ਕੋਰਸਿਕਾ ਆਈਲੈਂਡ ਤੋਂ। even today it is part of France। ਠੀਕ ਹੈ ਜੀ, ਤਾਂ ਤੁਸੀਂ ਦੋ ਆਈਲੈਂਡਸ ਆਪਾਂ ਇੱਥੇ ਦੇਖੇ, ਟਰਕੀ ਗ੍ਰੀਸ ਵਾਲੀ ਸਾਈਡ ਤੇ, ਤਿੰਨ ਆਈਲੈਂਡਸ ਆਪਾਂ ਇਸ ਵਾਲੀ ਸਾਈਡ ਤੇ ਦੇਖੇ ਆ, ਇਟਲੀ ਐਂਡ ਫਰਾਂਸ ਦੇ ਵਿੱਚ, ਸਿਸਲੀ, ਆਪਣਾ ਸਾਰਡੀਨੀਆ ਐਂਡ ਕੋਰਸਿਕਾ। ਚਲੋ ਜੀ ਅੱਗੇ ਚੱਲਦੇ ਹਾਂ। ਹੁਣ ਮੈਡੀਟੇਰੇਨੀਅਨ ਸੀ ਤੋਂ ਆਪਾਂ ਬਾਹਰ ਜਾਣਾ ਹੈ ਅਟਲਾਂਟਿਕ ਓਸ਼ਨ ਵੱਲ। ਕਸ਼ਤੀ ਨੂੰ ਆਪਣੀ ਹੁਣ ਆਪਾਂ ਓਸ਼ਨ 'ਚ ਲੈ ਕੇ ਜਾਈਏ, ਹਾਈ ਸੀਜ਼ 'ਤੇ ਲੈ ਕੇ ਜਾਈਏ, ਛੋਟੀਆਂ ਛੋਟੀਆਂ ਲਾਈਕ ਛੋਟੇ ਸਮੁੰਦਰ ਬਹੁਤ ਹੋ ਗਏ, ਬਾਹਰ ਕੱਢੀਏ। which is the water channel, what is the name of the water channel that joins Mediterranean Sea with the Atlantic Ocean? ਦੇਖ ਸਕਦੇ ਹੋ ਇੱਥੇ ਤੁਸੀਂ, Strait of Gibraltar, Strait of Gibraltar। ਇੰਟਰਸਟਿੰਗਲੀ ਇਹ ਜਿਹੜੀ ਸਟ੍ਰੇਟ ਆਫ ਜਿਬਰਾਲਟਰ ਆ, ਆਪਾਂ ਕੱਲ ਦੀ ਕਲਾਸ 'ਚ ਦੇਖਿਆ ਸੀ ਕਿ ਜਿੰਨੀਆਂ ਵੀ ਇਹ ਸਟ੍ਰੇਟਸ ਵਗੈਰਾ ਹੁੰਦੀਆਂ ਇਹ ਸਾਰੇ ਚੋਕ ਪੁਆਇੰਟਸ ਹੁੰਦੇ ਆ, ਮਿਲਟਰੀ ਚੋਕ ਪੁਆਇੰਟਸ ਹੈ, ਟ੍ਰੇਡ ਪੁਆਇੰਟ ਆਫ View ਤੋਂ ਚੋਕ ਪੁਆਇੰਟਸ ਹੈ। ਇਹਨਾਂ ਨੂੰ ਕੰਟਰੋਲ ਕਰਕੇ ਟ੍ਰੇਡ ਨੂੰ ਸਟ੍ਰੈਂਗੂਲੇਟ ਕੀਤਾ ਜਾ ਸਕਦਾ, ਟ੍ਰੇਡ ਨੂੰ ਚੋਕ ਕੀਤਾ ਜਾ ਸਕਦਾ। ਹੁਣ ਪੁਰਾਣੇ ਜ਼ਮਾਨਿਆਂ 'ਚ ਜਦੋਂ ਬ੍ਰਿਟਨ ਦਾ ਬਹੁਤ ਵੱਡਾ ਕਲੋਨੀਅਲ ਅੰਪਾਇਰ ਹੁੰਦਾ ਸੀਗਾ 1861 'ਚ, ਤਾਂ ਮੈਂ ਤੁਹਾਨੂੰ ਦੱਸਿਆ 1860s 'ਚ ਤਾਂ ਸੁਏਜ਼ ਕੈਨਾਲ ਹੀ ਬਣ ਗਿਆ ਸੀਗਾ। ਤਾਂ ਬ੍ਰਿਟਨ ਯੂਜ਼ ਟੂ ਲਾਈਕ use this route, Mediterranean route, Suez Canal route to reach India। ਇਸ ਲਈ ਬ੍ਰਿਟਨ ਲਈ ਬਹੁਤ ਇੰਪੋਰਟੈਂਟ ਸੀ ਕਿ ਉਹ ਸੁਏਜ਼ ਕੈਨਾਲ ਨੂੰ ਵੀ ਕੰਟਰੋਲ ਕਰੇ ਐਂਡ ਸਟ੍ਰੇਟ ਆਫ ਜਿਬਰਾਲਟਰ ਨੂੰ ਵੀ ਕੰਟਰੋਲ ਕਰੇ। ਨਹੀਂ ਤਾਂ ਇੰਡੀਆ ਆਉਣ ਲਈ ਬ੍ਰਿਟਨ ਨੂੰ ਪੂਰਾ ਅਫਰੀਕਾ ਘੁੰਮ ਕੇ, ਸਰਕਮ ਨੈਵੀਗੇਟਿੰਗ ਅਫਰੀਕਾ ਕਰਕੇ ਉਹਨਾਂ ਨੂੰ ਇੰਡੀਆ ਆਉਣਾ ਪਊਗਾ, ਜਿਵੇਂ ਵਾਸਕੋ ਡੇ ਗਾਮਾ ਆਇਆ ਸੀਗਾ। ਉਹ ਆਫ ਕੋਰਸ ਇਟ ਇਜ਼ ਵੈਰੀ ਕੋਸਟਲੀ ਪ੍ਰੋਸੈਸ, ਇੰਨਾ ਜ਼ਿਆਦਾ ਲਾਈਕ ਘੁੰਮ ਕੇ ਆਉਣਾ, ਪੈਟਰੋਲ ਵੀ ਲੱਗੂਗਾ, ਮਤਲਬ ਤੇਲ ਵੀ ਲੱਗੂਗਾ, ਫਿਊਲ ਵੀ ਲੱਗੂਗਾ। ਸੋ ਇਟ ਵਾਸ ਵੈਰੀ ਇੰਪੋਰਟੈਂਟ ਫॉर ਬ੍ਰਿਟਨ ਕਿ ਇਹ ਚੋਕ ਪੁਆਇੰਟਸ ਨੂੰ ਕੰਟਰੋਲ ਕਰੇ। ਇੱਧਰ ਲਾਈਕ ਅਫਰੀਕਾ ਵਾਲੀ ਸਾਈਡ ਤੇ, ਅਫਰੀਕਾ ਏਸ਼ੀਆ ਵਾਲੀ ਸਾਈਡ ਤੇ ਆਪਾਂ ਕੱਲ ਸੁਏਜ਼ ਕੈਨਾਲ ਦੇਖਿਆ ਐਂਡ ਬ੍ਰਿਟਨ ਨੇ ਕੰਟਰੋਲ ਕੀਤਾ ਵੀ। ਈਵਨ ਟੂਡੇ ਦਿਸ ਜਿਬਰਾਲਟਰ ਰੀਜਨ ਇਜ਼ ਅੰਡਰ ਦ ਕੰਟਰੋਲ ਆਫ UK, ਇਜ਼ ਅੰਡਰ ਦ ਕੰਟਰੋਲ ਆਫ ਇੰਗਲੈਂਡ। ਈਵਨ ਦੋ ਇੰਗਲੈਂਡ ਤੁਹਾਨੂੰ ਪਤਾ ਉੱਪਰ ਹੈ, ਇੱਥੇ ਸਪੇਨ ਹੈ, ਨੀਚੇ ਵਾਲੀ ਸਾਈਡ ਤੇ ਮੋਰੋਕੋ ਹੈ। ਦੋ ਪ੍ਰੋਪਰ ਕੰਟਰੀਜ਼ ਦੀ ਜੇ ਮੈਂ ਗੱਲ ਕਰਾਂ, ਜਿਬਰਾਲਟਰ ਦੇ ਉੱਪਰ ਸਪੇਨ ਹੈ, ਜਿਬਰਾਲਟਰ ਦੇ ਨੀਚੇ ਮੋਰੋਕੋ ਕੰਟਰੀ ਹੈ ਅਫਰੀਕਾ ਦਾ, ਲੇਕਿਨ ਜਿਬਰਾਲਟਰ ਇਟਸੈਲਫ ਇਜ਼ ਕੰਟਰੋਲਡ ਬਾय ਇੰਗਲੈਂਡ, UK। तो चलो जी, स्ट्रेट ऑफ जिब्राल्टर क्रॉस करते हुए आप आ गए अटलांटिक ओशन च। हुण चलो जी उपर आप नॉर्दर्न रूट लेना है, जिब्राल्टर तो आप जावांगे नॉर्वे तक, अटलांटिक ओशन मूव करते रहे, फ्रांस वाले रीजन च पहुँच जाएंगे। इत्थे एक इंपॉर्टेंट बे है, बे ऑफ बिस्के, मतलब इन्नी ज़्यादा इंपॉर्टेंट नहीं हैगी, जे याद रहे तो ठीक है, ना याद रहे हम ही ठीक है। लेकिन आ जड़ियाँ दो कंट्रीज है, ओवर हेयर आर टू कंट्रीज ऑफ स्पेन एंड पोर्चुगल। ये दो कंट्रीज ਨੂੰ ਤੁਸੀਂ याद रखना है, दीज कंट्रीज आर नोन एज आइबेरियन कंट्रीज। फिजिकल मैप च देखो, यूरोप ਦੇ ਹੀ ਫਿਜ਼ੀਕਲ ਮੈਪ 'ਚ ਤੁਹਾਡੇ ਐਟਲਸ 'ਚ ਆਈਬੇਰੀਅਨ ਪੈਨਿਨਸੂਲਾ ਲਿਖਿਆ ਹੋਊਗਾ, ਆਈਬੇਰੀਅਨ ਪੈਨਿਨਸੂਲਾ। ਚਲੋ ਜੇ ਨਹੀਂ ਲਿਖਿਆ ਤਾਂ ਇਗਨੋਰ ਕਰੋ, ਤੁਸੀਂ ਮੇਰੀ ਗੱਲ ਮੰਨ ਕੇ ਲਿਖ ਲਓ ਇੱਥੇ। ਦਿਸ
ਪੈਨਿਨਸੂਲਾ ਪੀਸ ਆਫ ਲੈਂਡ ਸਰਾਊਂਡਡ ਬਾਈ ਵਾਟਰ ਫਰੋਮ ਥ੍ਰੀ ਸਾਈਡਸ। ਤਿੰਨ ਪਾਸੇ ਵਾਟਰ ਹੈ, ਇੱਕ ਪਾਸੇ ਲੈਂਡ ਹੈ। ਦਿਸ ਪੈਨਿਨਸੂਲਾ ਇਜ਼ ਨੋਨ ਐਸ ਆਈਬੇਰੀਅਨ ਪੈਨਿਨਸੂਲਾ। ਤਾਂ ਤੁਸੀਂ ਇੱਥੇ ਇੰਪੋਰਟੈਂਟ ਹਜੇ ਤੱਕ ਕੁਝ ਇੰਪੋਰਟੈਂਟ ਪੈਨਿਨਸੂਲਾਜ਼ ਆਪਾਂ ਦੇਖ ਲੈਂਦੇ ਆ। ਇਹ ਤੁਸੀਂ ਆਲਰੇਡੀ ਕੀਤਾ ਕ੍ਰੀਮੀਅਮ ਪੈਨਿਨਸੂਲਾ, ਇਹ ਤੁਹਾਨੂੰ ਮੈਂ ਦੱਸਿਆ ਬਲਕਨ ਪੈਨਿਨਸੂਲਾ, ਇਹਦਾ ਨਾਮ ਕੋਈ ਸਪੈਸੀਫਿਕ ਨਹੀਂ ਹੈਗਾ। ਇਟਾਲੀਅਨ ਪੈਨਿਨਸੂਲਾ, ਆਈਬੇਰੀਅਨ ਪੈਨਿਨਸੂਲਾ, ਕਾਫੀ ਇੰਪੋਰਟੈਂਟ ਪੈਨਿਨਸੂਲਾਜ਼ ਕਰ ਲਿਆ ਆਪਾਂ ਮੈਡੀਟੇਰੇਨੀਅਨ ਰੀਜਨ 'ਚ, ਕਿਉਂਕਿ ਇਸ ਰੀਜਨ ਨੂੰ ਆਈਬੇਰੀਅਨ ਪੈਨਿਨਸੂਲਾ ਕਹਿੰਦੇ ਆ। ਇਹਨਾਂ ਦੋ ਕੰਟਰੀਜ਼ ਨੂੰ, ਸਪੇਨ ਐਂਡ ਪੋਰਚੁਗਲ ਨੂੰ ਆਈਬੇਰੀਅਨ ਕੰਟਰੀਜ਼ ਵੀ ਕਹਿੰਦੇ ਆ। ਠੀਕ ਹੈ ਜੀ। ਸਪੇਨ ਦੀ ਕੈਪੀਟਲ ਮੈਡਰਿਡ, ਫੁੱਟਬਾਲ ਦੇ ਸ਼ੌਕੀਨਾਂ ਨੂੰ ਪਤਾ ਹੀ ਹੋਊਗਾ, ਰੀਅਲ ਮੈਡਰਿਡ, ਬਾਰਸੀਲੋਨਾ ਵਾਲਾ ਜਿਹੜਾ ਰੀਜਨ ਹੈ ਇਹ ਸਪੇਨ ਦਾ, ਇੱਕ ਸੈਕਿੰਡ, ਓਵਰ ਹੇਅਰ ਆ ਜਿਹੜਾ ਪੋਰਸ਼ਨ ਹੈ ਦਿਸ ਇਜ਼ ਦੀ ਕੈਟਾਲੋਨੀਆ, ਜਾਂ ਇਹਨੂੰ ਬਾਸਕ ਰੀਜਨ ਵੀ ਕਹਿੰਦੇ ਆ। ਇੱਥੋਂ ਦੀ ਕੈਪੀਟਲ ਹੈ ਬਾਰਸੀਲੋਨਾ। ਮੈਪ 'ਚ ਤੁਸੀਂ ਲੋਕੇਟ ਕਰ ਸਕਦੇ ਹੋ ਬਾਰਸੀਲੋਨਾ, ਐਂਡ ਬਾਰਸੀਲੋਨਾ ਦੇ ਅਰਾਊਂਡ ਜਿਹੜਾ ਸਾਰਾ ਰੀਜਨ ਹੈ ਦਿਸ ਰੀਜਨ ਇਜ਼ ਕੈਟਾਲੋਨੀਆ ਰੀਜਨ ਜਾਂ ਫਿਰ ਬਾਸਕ ਰੀਜਨ ਆਫ ਸਪੇਨ। ਇੱਥੋਂ ਦੇ ਲੋਕ ਵੀ ਸਪੇਨ ਤੋਂ ਲਾਈਕ ਆਪਣੀ ਇੰਡੀਪੈਂਡੈਂਟ ਜਾਂ ਆਟੋਨੋਮੀ ਡਿਮਾਂਡ ਕਰ ਰਹੇ ਆ ਕਿ ਸਾਨੂੰ ਸਪੈਨਿਸ਼ ਕਲਚਰ, ਇਹਨਾਂ ਦਾ ਕਲਚਰ ਮੇਨਲੈਂਡ ਜਿਹੜਾ ਬਾਕੀ ਦੇ ਸਪੇਨ ਦਾ ਜਿਹੜਾ ਕਲਚਰ ਹੈ ਉੱਥੋਂ ਦੇ ਜਿਹੜਾ ਸਿਸਟਮ ਹੈ ਉਸ ਤੋਂ ਥੋੜ੍ਹਾ ਜਿਹਾ ਡਿਫਰੈਂਟ ਹੈ। ਤਾਂ ਇੱਥੋਂ ਦੇ ਲੋਕ ਇੰਡੀਪੈਂਡੈਂਸ ਜਾਂ ਆਟੋਨੋਮੀ ਡਿਮਾਂਡ ਕਰਦੇ ਆ ਸਪੈਨਿਸ਼ ਗਵਰਨਮੈਂਟ ਤੋਂ। ਕਾਫੀ ਸਾਰਾ ਥੋੜ੍ਹੇ ਬਹੁਤ ਟੈਰਰਿਸਟ ਐਕਟ ਵੀ ਹੋਏ ਹੈ ਇਨ ਦਿਸ ਡਾਇਰੈਕਸ਼ਨ, ਬਟ ਲਾਈਕ ਅੱਜ ਦੀ ਡੇਟ 'ਚ ਐਸ ਸੱਚ ਕੁਛ ਚੱਲ ਨਹੀਂ ਰਿਹਾ। ਠੀਕ ਹੈ ਜੀ। ਤਾਂ ਤੁਸੀਂ ਬਾਰਸੀਲੋਨਾ ਬਾਰੇ, ਕੈਟਾਲੋਨੀਆ, ਬਾਸਕ ਰੀਜਨ ਧਿਆਨ 'ਚ ਰੱਖਣਾ ਹੈ। ਸਪੇਨ ਦੀ ਕੈਪੀਟਲ ਮੈਡਰਿਡ, ਪੋਰਚੁਗਲ ਦੀ ਕੈਪੀਟਲ ਲਿਸਬਨ। ਹੁਣ ਇਟਲੀ ਦੀ ਕੈਪੀਟਲ ਦਾ ਸਭ ਨੂੰ ਪਤਾ ਹੀ ਹੋਊਗੀ, ਇਟਲੀ ਦੀ ਕੈਪੀਟਲ ਇਜ਼ ਰੋਮ, ਐਂਡ ਗ੍ਰੀਸ ਦੀ ਕੈਪੀਟਲ ਐਥਨਸ। ਤੁਸੀਂ ਧਿਆਨ 'ਚ ਰੱਖਣੀ ਹੈ, ਬਾਕੀ ਛੋਟੇ ਮੋਟੇ ਕੰਟਰੀਜ਼ ਇਗਨੋਰ ਕਰੋ। ਅੱਗੇ ਚੱਲਦੇ ਹਾਂ ਜੀ। ਆਪਾਂ ਆਪਣੀ ਕਿਸ਼ਤੀ ਲੈ ਆਏ ਸੀ ਬੇ ਆਫ ਬਿਸਕੇ ਤੋਂ। ਬੇ ਆਫ ਬਿਸਕੇ ਤੋਂ ਆਪਾਂ ਇੱਧਰ ਵੀ ਆਰ ਮੂਵਿੰਗ ਇਨਟੂ ਦੀ ਰੀਜਨ ਬਿਟਵੀਨ UK ਐਂਡ ਫਰਾਂਸ। ਵਿਚ ਵਾਟਰ ਚੈਨਲ ਸੈਪਰੇਟਸ UK ਫਰੋਮ ਫਰਾਂਸ? ਇੰਗਲਿਸ਼ ਚੈਨਲ। ਮੈਪ 'ਚ ਤੁਸੀਂ ਦੇਖ ਸਕਦੇ ਹੋ, ਤੁਹਾਡੇ ਸਭ ਦੇ ਮੈਪ 'ਚ ਮੈਂਸ਼ਨਡ ਹੋਊਗਾ। ਇੰਗਲਿਸ਼ ਚੈਨਲ ਸੈਪਰੇਟਸ UK ਫਰੋਮ ਫਰਾਂਸ। ਹੁਣ ਆਪਾਂ ਆਪਣੀ ਕਿਸ਼ਤੀ ਲੈ ਆਏ ਜੀ ਇੰਗਲਿਸ਼ ਚੈਨਲ ਤੋਂ। ਇੰਗਲਿਸ਼ ਚੈਨਲ ਤੋਂ ਆਪਾਂ ਜਾਣਾ ਹੈ ਇੰਗਲੈਂਡ ਐਂਡ ਨਾਰਵੇ ਦੇ ਵਿੱਚ ਹੈਗੀ ਹੈ ਨਾਰਥ ਸੀ। ਇੰਗਲਿਸ਼ ਚੈਨਲ ਤੋਂ ਨਾਰਥ ਸੀ ਜਾਣਾ ਹੈ ਮੈਂ। ਜਿਹੜਾ ਇੰਗਲਿਸ਼ ਚੈਨਲ ਦਾ ਸਭ ਤੋਂ ਨੈਰੋ ਪੁਆਇੰਟ ਹੈ, ਅ ਵੈਰੀ ਨੈਰੋ ਸਟ੍ਰਿਪ ਆਫ ਵਾਟਰ ਕਨੈਕਟਿੰਗ ਟੂ ਲਾਰਜਰ ਵਾਟਰ ਬੋਡੀਜ਼। ਇੰਗਲਿਸ਼ ਚੈਨਲ ਨੂੰ ਨਾਰਥ ਸੀ ਨਾਲ ਕੌਣ ਕਨੈਕਟ ਕਰਦਾ ਹੈ? ਜਾਂ ਮੈਂ ਅਦਰ ਵਰਡਸ 'ਚ ਕਹਾਂ, ਇੱਧਰ ਮੇਨ ਅਟਲਾਂਟਿਕ ਓਸ਼ਨ ਨੂੰ ਨਾਰਥ ਸੀ ਨਾਲ ਕੌਣ ਕਨੈਕਟ ਕਰਦਾ ਹੈ? ਇਹਦਾ ਤਾਂ ਤੁਸੀਂ ਆਪਸ਼ਨਸ 'ਤੇ ਡਿਪੈਂਡ ਕਰਦਾ ਤੁਹਾਨੂੰ ਕੀ ਆਪਸ਼ਨਸ ਆਈਆਂ। ਹੋ ਸਕਦਾ ਆਪਸ਼ਨਸ 'ਚ ਹੋਵੇ ਇੰਗਲਿਸ਼ ਚੈਨਲ, ਫਿਰ ਤਾਂ ਕਹਾਣੀ ਖਤਮ ਹੋ ਗਈ। ਇੰਗਲਿਸ਼ ਚੈਨਲ ਜੁਆਇਨਸ ਅਟਲਾਂਟਿਕ ਓਸ਼ਨ ਵਿਦ ਨਾਰਥ ਸੀ। ਸਪੈਸੀਫਿਕਲੀ ਪੁੱਛਿਆ ਹੋਵੇ ਇੰਗਲਿਸ਼ ਚੈਨਲ ਨੂੰ ਨਾਰਥ ਸੀ ਨਾਲ ਕੌਣ ਕਨੈਕਟ ਕਰਦਾ ਹੈ, ਤਾਂ ਤੁਸੀਂ ਸਟ੍ਰੇਟ ਦਾ ਨਾਮ ਯਾਦ ਰੱਖਣਾ, ਡੋਵਰ ਸਟ੍ਰੇਟ। ਡੋਵਰ ਸਟ੍ਰੇਟ, ਇਟ connects English Channel with North Sea। North Sea 'ਚ ਇੱਕ ਵਾਰੀ ਤੁਸੀਂ ਇੱਥੇ ਪਾਰਕ ਕਰ ਦਿਓ ਆਪਣੀ ਕਿਸ਼ਤੀ। ਆਪਾਂ ਇਸ ਰੀਜਨ ਦੀ ਗੱਲ ਕਰੀਏ, UK, ਫਰਾਂਸ, ਬੈਲਜੀਅਮ, ਨੀਦਰਲੈਂਡਸ, ਇਸ ਰੀਜਨ ਦੀ ਆਪਾਂ ਥੋੜੀ ਜਿਹੀ ਡਿਸਕਸ਼ਨ ਕਰਾਂਗੇ। UK ਦੀ ਕੈਪੀਟਲ ਸਭ ਨੂੰ ਪਤਾ ਤੁਹਾਨੂੰ, ਲੰਡਨ। UK ਦਾ ਉੱਪਰ ਵਾਲਾ ਜਿਹੜਾ ਰੀਜਨ ਹੈ, ਦਿਸ ਰੀਜਨ ਇਜ਼ Scotland। Again, most of you know it is part of United Kingdom of Britain and Scotland। Britain नीचे वाला, England नीचे वाला रीजन है, ऊपर है Scotland। Over here is the region of Wales। और ਜਿਹੜਾ United Kingdom है काफ़ी distinct territories ਦਾ ਬਣਿਆ ਹੋਇਆ country है। England इस वाली साइड ते है, ਉੱਪਰ ਸਕਾਟਲੈਂਡ ਹੈ, ਇੱਧਰ ਆਇਰਲੈਂਡ ਵਾਲੀ ਸਾਈਡ ਤੇ ਇਹਨਾਂ ਦਾ ਰੀਜਨ ਆਫ ਵੇਲਸ। ਐਂਡ ਦੈਨ ਤੁਸੀਂ ਧਿਆਨ 'ਚ ਰੱਖਣਾ ਹੈ
यूके ਨੂੰ ਆਇਰਲੈਂਡ ਤੋਂ ਕੌਣ ਸੈਪਰੇਟ ਕਰਦਾ ਹੈ? ਇਧਰ ਇੰਗਲੈਂਡ ਨੂੰ ਆਇਰਲੈਂਡ ਤੋਂ ਕੌਣ ਸੈਪਰੇਟ ਕਰਦਾ ਹੈ? ਸੇਂਟ ਜਾਰਜਸ ਚੈਨਲ। ਅਗੇਨ not a very important from exam point of view, but ਤੁਸੀਂ ਇੱਥੇ ਐਟਲਸ ਤੇ ਮਾਰਕ ਕਰ ਸਕਦੇ ਹੋ ਸੇਂਟ ਜਾਰਜਸ ਚੈਨਲ। ਆਇਰਲੈਂਡ ਦਾ ਜਿਹੜਾ ਆਈਲੈਂਡ ਹੈ, ਜਿੱਦਾਂ ਆਈਲੈਂਡ ਆਫ ਆਇਰਲੈਂਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੋ ਰੀਜਨਸ ਆਉਂਦੇ ਆ ਪੋਲੀਟੀਕਲ ਮੈਪ 'ਚ। ਦੇਖੋ ਥੋੜਾ ਜਿਹਾ ਜਿਹੜਾ ਨਾਰਦਰਨ ਪੋਰਸ਼ਨ ਹੈ ਇਟ ਇਜ਼ ਅੰਡਰ ਦੀ ਕੰਟਰੋਲ ਆਫ ਯੂਕੇ, ਇਹਨੂੰ ਆਪਾਂ ਕਹਿੰਦੇ ਆ ਨਾਰਦਰਨ ਆਇਰਲੈਂਡ। ਬਾਕੀ ਜਿਹੜਾ ਨੀਚੇ ਵਾਲਾ ਪੋਰਸ਼ਨ ਹੈ ਸਦਰਨ ਪੋਰਸ਼ਨ ਆਫ ਦੀ ਆਈਲੈਂਡ ਆਫ ਆਇਰਲੈਂਡ ਹੈ, ਇਟ ਇਜ਼ ਐਨ ਇੰਡੀਪੈਂਡੈਂਟ ਕੰਟਰੀ, ਰਿਪਬਲਿਕ ਆਫ ਆਇਰਲੈਂਡ। ਕਿਸੇ ਜ਼ਮਾਨੇ 'ਚ ਦਿਸ ਐਂਟਾਇਰ ਰੀਜਨ ਵਾਸ ਕੰਟਰੋਲਡ ਬਾਏ ਯੂਕੇ, ਲੇਕਿਨ ਇੱਥੇ ਇੰਡੀਪੈਂਡੈਂਸ ਮੂਵਮੈਂਟ ਚੱਲੀ, ਇੱਥੇ ਕਾਫੀ ਟੈਰਰਿਸਟ ਮੂਵਮੈਂਟ ਵੀ ਹੋਈ, ਰੈਵੋਲੂਸ਼ਨਰੀ ਮੂਵਮੈਂਟਸ ਵੀ ਹੋਈਆਂ ਅਗੇਂਸਟ ਦੀ ਕੰਟਰੋਲ ਆਫ ਯੂਕੇ, ਐਂਡ 1920s 'ਚ ਦਿਸ ਪੋਰਸ਼ਨ ਵਾਸ ਗਿਵਨ ਇੰਡੀਪੈਂਡੈਂਸ। ਸੋ ਰਿਪਬਲਿਕ ਆਫ ਆਇਰਲੈਂਡ, ਨਾਰਦਰਨ ਆਇਰਲੈਂਡ, ਠੀਕ ਹੈ ਜੀ, ਦੋ ਰੀਜਨਸ ਹੋ ਗਏ ਆਪਣੇ। they are separated from the mainland of UK, they are separated from England and Scotland region by St. George's Channel. So that is all as far as this UK is concerned. ਹੁਣ यूके ਤੋਂ ਨੀਚੇ ਵਾਲੀ ਸਾਈਡ ਤੇ ਆ ਜਾਓ, ਇੰਗਲਿਸ਼ ਚੈਨਲ ਕ੍ਰੋਸ ਕਰਕੇ ਦੂਸਰੀ ਸਾਈਡ ਤੇ ਆ ਜਾਓ, ਫਰਾਂਸ, ਬੈਲਜੀਅਮ, ਨੀਦਰਲੈਂਡਸ। ਪਹਿਲਾਂ ਆਪਾਂ ਫਰਾਂਸ ਦੀ ਗੱਲ ਕਰੀਏ। ਫਰਾਂਸ ਦੀ ਕੈਪੀਟਲ ਪੈਰਿਸ ਸਭ ਨੂੰ ਪਤਾ। ਫਰਾਂਸ ਦਾ ਜਿਹੜਾ ਸਦਰਨ ਕੋਸਟ ਹੈ, ਦੀ ਸਦਰਨ ਕੋਸਟ ਆਫ ਫਰਾਂਸ, ਦੀ ਮੈਡੀਟੇਰੇਨੀਅਨ ਕੋਸਟ ਆਫ ਫਰਾਂਸ ਲਈ ਆਪਾਂ ਇੱਕ ਵਰਡ ਯੂਜ਼ ਕਰਦੇ ਹਾਂ ਰਿਵੇਰੀਆ, ਫ੍ਰੈਂਚ ਰਿਵੇਰੀਆ। ਟੂਰਿਜ਼ਮ ਪੁਆਇੰਟ ਆਫ ਵਿਊ ਤੋਂ, ਵੈਸੇ ਲੈਜਰ ਐਕਟੀਵਿਟੀਜ਼ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਰੀਜਨ ਹੈ। ਇੰਟਰਨੈਸ਼ਨਲ ਹਾਈ ਐਂਡ ਟੂਰਿਜ਼ਮ ਸਪੋਰਟ ਕਰਦਾ ਇਹ ਵਾਲਾ ਰੀਜਨ। ਇੱਥੇ ਹੀ ਫਰਾਂਸ ਐਂਡ ਇਟਲੀ ਦੇ ਵਿੱਚ ਸੈਂਡਵਿਚਡ ਇੱਕ ਛੋਟਾ ਜਿਹਾ ਕੰਟਰੀ ਹੈ ਮੋਨੈਕੋ, ਇਹਦੇ ਬਾਰੇ ਆਪਾਂ ਪੜ੍ਹਿਆ ਸੀਗਾ। ਹਾਈਐਸਟ ਡੈਂਸਿਟੀ ਆਫ ਪੋਪੂਲੇਸ਼ਨ ਇਨ ਦੀ ਵਰਲਡ ਹੈ ਮੋਨੈਕੋ 'ਚ। ਛੋਟਾ ਜਿਹਾ ਕੰਟਰੀ ਹੈ, ਸਿਟੀ ਸਟੇਟ ਹੈ, ਬਹੁਤ ਜ਼ਿਆਦਾ ਪੋਪੂਲੇਸ਼ਨ ਕੰਸਨਟ੍ਰੇਟਡ ਇਨ ਅ ਵੈਰੀ ਸਮਾਲ ਪੋਰਸ਼ਨ ਆਫ ਲੈਂਡ, ਇਸ ਲਈ ਹਾਈ ਡੈਂਸਿਟੀ ਆਫ ਪੋਪੂਲੇਸ਼ਨ ਇੱਥੇ ਮੋਨੈਕੋ। ਅਗੇਨ ਔਨ ਫ੍ਰੈਂਚ ਰਿਵੇਰੀਆ, ਇਹ ਪੂਰੇ ਕੋਸਟ ਨੂੰ ਰਿਵੇਰੀਆ ਕਹਿੰਦੇ ਆ। ਫਿਰ ਫਰਾਂਸ ਦੀ ਇੱਕ ਇੰਪੋਰਟੈਂਟ ਰਿਵਰ ਦਾ ਤੁਸੀਂ ਨਾਮ ਯਾਦ ਰੱਖਣਾ ਹੈ, ਸੀਨ ਰਿਵਰ। ਸੀਨ ਰਿਵਰ, ਪੈਰਿਸ ਇਜ਼ ਲੋਕੇਟਡ ਔਨ ਦੀ ਬੈਂਕਸ ਆਫ ਦਿਸ ਰਿਵਰ। ਆਪਾਂ ਵਾਟਰ ਬੋਡੀਜ਼ ਕਰ ਰਹੇ ਹਾਂ, ਉਸ 'ਚ ਤੁਸੀਂ ਫਰਾਂਸ ਦੀ ਇੰਪੋਰਟੈਂਟ ਰਿਵਰ ਦਾ ਨਾਮ ਯਾਦ ਰੱਖਣਾ ਹੈ, ਸੀਨ ਰਿਵਰ। ਇਸੇ ਤਰ੍ਹਾਂ ਲੰਡਨ ਇਜ਼ ਲੋਕੇਟਡ, ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ, ਲੰਡਨ ਇਜ਼ ਲੋਕੇਟਡ ਔਨ ਦੀ ਬੈਂਕਸ ਆਫ ਰਿਵਰ ਥੇਮਸ। ਇਹ ਦੋ ਤੁਸੀਂ ਰਿਵਰਸ ਇਸ ਰੀਜਨ 'ਚ ਯਾਦ ਰੱਖਣੀ ਹੈ, ਸੀਨ ਐਂਡ ਥੇਮਸ। ਸੀਨ ਪੈਰਿਸ 'ਚ, ਥੇਮਸ ਲੰਡਨ 'ਚ। ਨਾਓ these two small countries, Belgium and Netherlands, Belgium ਦੀ capital Brussels, European Union ਦੇ headquarters ਹੈ Brussels 'ਚ, the capital of Belgium। Netherlands ਦੀ capital ਹੈ Amsterdam। Netherlands ਦੇ ਦੋ ਹੋਰ cities ਵੀ ਤੁਸੀਂ ਯਾਦ ਰੱਖਣੇ ਆ। country ਤਾਂ ਪਿੱਦੂ ਜਾਈ ਹੈ but ਇਹਦੇ ਸ਼ਹਿਰ ਸ਼ੂਜ਼ ਦੇ important ਹੈ। capital Amsterdam ਤਾਂ already mentioned ਹੈ। ਦੂਸਰਾ ਇੱਕ ਤੁਸੀਂ ਯਾਦ ਰੱਖਣਾ ਹੈ the port city of Rotterdam। ਯੂਰਪ ਦਾ ਮਤਲਬ ਯੂਰਪੀਅਨ ਜਿਹੜਾ ਮੇਨਲੈਂਡ ਯੂਰਪ ਦਾ ਜਿਹੜਾ ਟ੍ਰੇਡ ਹੁੰਦਾ ਹੈ ਉਹਦਾ ਮੋਸਟ ਇੰਪੋਰਟੈਂਟ ਪੋਰਟ ਸਿਟੀ ਹੈ। ਮਤਲਬ ਦ ਥਿੰਗਸ ਆਰ ਰਿਸੀਵਡ ਐਟ ਦੀ ਰੋਟਰਡੈਮ ਪੋਰਟ। ਰੋਟਰਡੈਮ ਤੋਂ ਬਾਕੀ ਸਾਰੇ ਯੂਰਪ 'ਚ ਅੱਗੇ ਇਨਲੈਂਡ ਟਰਾਂਸਪੋਰਟੇਸ਼ਨ ਹੋ ਜਾਂਦੀ ਹੈ। ਦੀ ਮੋਸਟ ਇੰਪੋਰਟੈਂਟ ਪੋਰਟ ਸਿਟੀ ਆਫ ਐਂਟਾਇਰ ਯੂਰਪ ਹੈ ਇਹ, ਮਤਲਬ ਇੰਗਲੈਂਡ ਨੂੰ ਛੱਡ ਕੇ ਮੇਨਲੈਂਡ ਯੂਰਪ ਦਾ ਵਨ ਆਫ ਦੀ ਮੋਸਟ ਇੰਪੋਰਟੈਂਟ ਪੋਰਟ ਸਿਟੀਜ਼ ਹੈ ਰੋਟਰਡੈਮ। one of the busiest ports in Europe है, in the world है, यूरोप ਦਾ ਤਾਂ busiest ਹੈ ਹੀ ਹੈ। ਰੋਟਰਡੈਮ ਪੋਰਟ ਤੁਸੀਂ ਯਾਦ ਰੱਖਣਾ ਹੈ ਨੀਦਰਲੈਂਡਸ 'ਚ ਹੈ। ਦੂਸਰਾ ਨੀਦਰਲੈਂਡਸ ਦਾ ਇੱਕ ਸਿਟੀ ਤੁਸੀਂ ਯਾਦ ਰੱਖਣਾ ਹੈ ਦ ਹੇਗ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੈਡਕੁਆਟਰ ਹੈ, ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਦਾ ਹੈਡਕੁਆਟਰਸ ਹੈ। ਤਾਂ ਕਾਫੀ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਇੱਥੇ ਲੋਕੇਟਡ ਹੈ ਦ ਹੇਗ 'ਚ। ਦੈਟਸ ਆਲਸੋ ਲੋਕੇਟਡ ਇਨ ਨੀਦਰਲੈਂਡਸ। ਤਾਂ EU ਦੀ ਕੈਪੀਟਲ ਤੁਸੀਂ EU ਦੇ ਹੈਡਕੁਆਟਰਸ ਤੁਸੀਂ ਯਾਦ ਰੱਖਣੇ ਹੈ ਬ੍ਰਸਲਸ 'ਚ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਦ ਹੇਗ 'ਚ ਹੈ। ਤਾਂ ਇਹ ਜਿਹੜੇ ਆਪਣੇ ਦੋ ਕੰਟਰੀਜ਼ ਕਵਰ ਹੁੰਦੇ ਆ। ਇਹਨਾਂ ਦੋ ਕੰਟਰੀਜ਼ ਨੂੰ, ਬੈਲਜੀਅਮ ਐਂਡ ਨੀਦਰਲੈਂਡਸ ਨੂੰ, ਲੋ ਕੰਟਰੀਜ਼ ਵੀ ਕਿਹਾ ਜਾਂਦਾ ਹੈ।
लो कंट्रीज, लो कंट्रीज का की मतलब फिजिकल मैप च देखो तुसीं नीदरलैंड्स वाला पोर्शन देखो फिजिकल मैप च ग्रे जे पोर्शन च शेड किया होगा। कैस्पीयन सी च भी जिवें थोड़ा जा नॉर्दर्न पोर्शन ऑफ द कैस्पीयन सी उन्होंने ग्रे जे कलर च शेड किया। ग्रे कलर का की मतलब है, यानी कि यह एक डिप्रैशन है। इत्थे जिहड़ी लैंड है बिलो सी लैवल एग्जिस्ट करती है, माइनस च है हाइट। आप यूजली कहते हैं कि से कि हाइट ऑफ दिस प्लेस इज 300 मीटर्स अबव द सी लैवल, 400 मीटर्स अबव द सी लैवल, 2000 मीटर्स अबव द सी लैवल। इत्थों जिहड़ा ग्रे जा पोर्शन शेड किया होया है इहदी हाइट माइनस च है, मतलब ये सी लैवल तो भी नीवा पोर्शन है। इसलिए क्योंकि यदि हाइट घट है इन्होंने कंट्रीज़ को आप बेल्जियम नीदरलैंड कंट्रीज़ को आप लो कंट्रीज़ कहने हैं। ठीक है जी, तुसीं ध्यान च रखना है। एंड नीदरलैंड्स वाले रीजन च अगेन तुसीं फिजिकल मैप च देखो अपने एटलस च नीदरलैंड्स वाले रीजन च एक टर्म यूज किया पोल्डर लैंड। नीदरलैंड्स लिए ना एक फ्रेज जा यूज किया जाता सीगा पहला, गॉड मेड द वर्ल्ड, गॉड मेड द वर्ल्ड बट द डच मेड द नीदरलैंड्स। बाकी दी सारी दुनिया तो रब ने बनाई है, बट नीदरलैंड्स नूं डच लोगों ने बनाया। इदां क्यों कहा जाता है? क्योंकि हुण लो कंट्रीज़ है, बिलो सी लैवल काफ़ी इन्हां दी लैंड एग्जिस्ट करती है, एग्रीकल्चरल लैंड है नहीं इन्हां कोले। ये लोग की करते हैं, इफ दिस इज लैंड एंड दिस इज पानी, what they would do is they would reclaim land from the sea। ये इत्थे एक एम्बैंकमेंट बना देंगे, डैम बना देंगे। इस एम्बैंकमेंट नूं कहंदे आ डाइक। और डाइक याद रहे तो ठीक है, तब ना याद रहे तो भी ठीक है, बट लाइक थोड़ा पता होना चाहिए। एक वर्टिकल वॉल बनाती उन्होंने कहते सीगे डाइक। नैचुरल वर्टिकल वॉल नूं भी आपां डाइक कहने हैं। वोल्कैनिक लैंडफॉर्म्स का एक एग्जाम्पल है डाइक, लेकिन ये एक आर्टिफिशियल वॉल बना देंगे, एक एम्बैंकमेंट बना देंगे है। हुण ये की करते हैं, इस पानी नूं ड्रेन कर देंगे है दूसरी साइड ते। आ पानी सारा पंप आउट करता बाहर वाली साइड ते। आ जिहड़ी लैंड है, दिस लैंड इज रिक्लेम्ड फ्रॉम सी। हुण इस लैंड ते एग्रीकल्चर कर लेंदे आ, होर यूजेस कर लेंदे आ। ये जिहड़ी लैंड रिक्लेम्ड फ्रॉम सी है, ये हुंदी आ पोल्डर लैंड। इस तरह इन्होंने जबरदस्ती, रब ने तो इन्होंने जमीन नहीं दी, पर इन्होंने जमीन धक्के नाल एक्सट्रैक्ट कर ली है ओशनस तो। दिस जमीन इज नोन एज पोल्डर लैंड, पोल्डर्स। लो कंट्रीज इसलिए जाने जाते हैं, पर्टिकुलरली नीदरलैंड्स। अगे चलते हैं, बहुत आप स्टॉप ले लिया इत्थे। रोटरडैम पोर्ट तो अपनी कश्ती बाहर कढ़ांगे, ऊपर जाने हैं नॉर्थ सी च। नॉर्थ सी की तुसीं लोकेशन याद रखो, यूके ऑन वन हैंड, नीचे वाली साइड ते लो कंट्रीज एंड बेल्जियम, इधर वाली साइड ते ईस्टर्न साइड ते डेनमार्क एंड नॉर्वे। ठीक है जी, नॉर्थ सी वन ऑफ द मोस्ट इंपॉर्टेंट फिशिंग ग्राउंड्स ऑफ द वर्ल्ड है। कुछ आप इंपॉर्टेंट फिशिंग ग्राउंड्स ऑफ द वर्ल्ड ऑलरेडी नोट कर चुके हैं। एक तो न्यू फाउंडलैंड रीजन ऑफ नॉर्थ अमेरिका, दूसरा अर्जेंटीनियन कोस्ट आप देख चुके हैं, तीसरा आप कल की क्लास से जापान कोस्ट देखा, चौथा तुसी याद रखना है द नॉर्थ सी रीजन। इस कंटैक्स्ट तुसी अपने फिजिकल मैप च ना जिथे नॉर्थ सी लिखा होया आप ना एक टर्म किया सीगा, वो मैंने तुसी दसोगे कि की हुंदा है, बैंक। याद है, we had covered this term bank, a flat elevated portion of the continental shelf। क्योंकि वो फ्लैट कॉन्टीनेंटल शेल्फ है, उसकी डेप्थ घट होंदी है, उत्थे सनलाइट भी आती है, उत्थे मरीन लाइफ फ्लरिश करती है। इसलिए क्योंकि ये वाला पोर्शन बैंक वाला पोर्शन है, इसलिए वन ऑफ द इंपॉर्टेंट फिशिंग ग्राउंड्स ऑफ द वर्ल्ड है, बिकॉज इत्थे बैंक एग्जिस्ट करता है। इत्थे बैंक का तुसीं नाम भी याद रखना है, डॉगर बैंक। तो नॉर्थ सी जिथे है, पूरा नॉर्थ सी वाले रीजन च तुसी किते भी मेंशन कर लो, दिस एंटायर रीजन इज डॉगर बैंक, वन ऑफ द इंपॉर्टेंट फिशिंग ग्राउंड्स ऑफ द वर्ल्ड, मोस्ट इंपॉर्टेंट फिशिंग ग्राउंड्स ऑफ द वर्ल्ड, डॉगर बैंक्स।
ਅੱਗੇ ਮੂਵ ਕਰਦੇ ਹਾਂ ਜੀ। ਡੋਗਰ ਬੈਂਕ 'ਚ ਆਪਾਂ ਕਿਸ਼ਤੀ ਰੋਕ ਕੇ ਫਿਸ਼ਿੰਗ ਵੀ ਕਰ ਲਈ ਹੈ, ਜਿਹੜੇ ਹਾਈ ਕੁਆਲਿਟੀ ਐਗਜ਼ੋਟਿਕ ਫਿਸ਼ ਆਪਾਂ ਫੜਨੀ ਸੀਗੀ ਫੜ ਲਈ ਹੈ। ਅੱਗੇ ਚੱਲਦੇ ਹਾਂ। ਡੈਨਮਾਰਕ ਨਾਰਵੇ ਕ੍ਰੋਸ ਕਰਦੇ ਹੋਏ ਆਪਾਂ ਆ ਰਹੇ ਹਾਂ, ਕਲਰ ਚੇਂਜ ਕਰ ਲਈਏ। ਡੈਨਮਾਰਕ ਨਾਰਵੇ ਦੇ ਵਿੱਚੋਂ ਕ੍ਰੋਸ ਕਰਦੇ ਹੋਏ ਛੋਟੇ ਛੋਟੇ ਆਈਲੈਂਡਸ ਨੂੰ ਨੈਗੋਸ਼ੀਏਟ ਕਰਦੇ ਹੋਏ ਆਪਾਂ ਇੱਧਰ ਆਏ ਹਾਂ। ਸਵੀਡਨ ਐਂਡ ਐਸਟੋਨੀਆ, ਲੈਟਵੀਆ, ਲਿਥੁਆਨੀਆ ਦੇ ਵਿੱਚ ਜਿਹੜਾ ਸੀ ਹੈ ਦੈਟ ਇਜ਼ ਬਾਲਟਿਕ ਸੀ। ਵੈਰੀ ਇੰਪੋਰਟੈਂਟ, ਬਾਲਟਿਕ ਸੀ। नॉर्थ सी तो बाल्टिक सी आए हैं की क्रॉस करके डेनमार्क एंड नॉर्वे वाला पोर्शन छोटे छोटे आइलैंड्स नू नैगोशिएट करते हुए। डेनमार्क नू लैंड ऑफ 1000 आइलैंड्स भी कहते हैं, ऐ नहीं कि किसी ने गिने हैं 1000 आइलैंड, बस कहते हैं तो बहुत सारे आइलैंड्स है। लैंड ऑफ 1000 आइलैंड्स डेनमार्क। तो नॉर्थ सी तो आ गई आप बाल्टिक सी। लेकिन हुण तुसीं देखिया ही है, आपां जदों उत्थे जा रहे सीगे फीलिंग आपां पूरी लैनी है कश्ती चलाउण वाली। जदों आपां इत्थों जा रहे सीगे बाल्टिक सी आपां एंटर करना चाह रहे सी, या डेनमार्क दे बहुत छोटे छोटे जे आइलैंड्स आंदे है, तो एवें किते वड्डी शिप होवे अपनी टक्कर टुक्कर ही ना वज जे, तो इस चीज़ नूं ईजीली नैगोशिएट करन लई आपां इत्थे एक कैनाल बनाया होया है। जर्मनी एंड डेनमार्क दा बॉर्डर रीजन देखो तुसीं अपने फिजिकल मैप च, मतलब पहला पोलिटिकल मैप च देख लो जर्मनी कित्थे है, डेनमार्क कित्थे है, आ वाला रीजन जो तुसीं फोकस करना है। फिजिकल मैप च देखो, वैसे पोलिटिकल मैप च भी दिता होया बट इट वुड बी बैटर जे तुसीं फिजिकल मैप च देखो। इस रीजन च आपां एक कैनाल बनाया होया। तुसीं ऑलरेडी सुएज कैनाल बारे पढ़ चुके हो, तुसीं ऑलरेडी करा इस्थमस ते जिहड़ा प्रपोज्ड करा कैनाल है उहदे बारे पढ़ चुके हो। तीसरे कैनाल दी आपां गल कर रहे हैं, कील कैनाल। कील इज ऑल्सो द नेम ऑफ द सिटी इन जर्मनी एंड इत्थे आपां कील कैनाल बना रहे हैं कि यार डेनमार्क के उपरों घूम के आने की जरूरत नहीं। जे आपां चाहते तो अपनी कश्ती नूं सीधा रोटरडैम पोर्ट तो इधर कील लैके आते एंड कील कैनाल तो आपां बाल्टिक सी चले जाते। इंस्टैड ऑफ गोइंग ओवर डेनमार्क आपां सीधा जर्मनी तो ही बाईपास कर सकते सीगे एंड विल डायरैक्टली एंटर बाल्टिक सी। हुण तुहाडे लई सवाल की है कि कील कैनाल किन्ना दो वाटर बॉडीज नू ज्वाइन करता है, नॉर्थ सी ऑन वन साइड एंड बाल्टिक सी ऑन दी अदर साइड, कील कैनाल। ठीक है जी। हुण आ जिहड़ी बाल्टिक सी है, बाल्टिक सी तुसीं देखो लाइक तीन छोटियां छोटियां गल्फ्स है जड़ियां प्रोट्यूड करदियां अगे बाल्टिक सी तो। इफ दिस इज बाल्टिक सी, इहदे उपर तीन गल्फ्स है जिस च एंड हुंदी है। सब तो उपर एंड सब तो वड्डी है गल्फ ऑफ बोथनिया। गल्फ ऑफ बोथनिया बिटवीन स्वीडन एंड फिनलैंड। ये तो प्रीवियस ईयर क्वेश्चन भी है आया हुआ है कि गल्फ ऑफ बोथनिया किन्ना दो कंट्रीज नू सैपरेट करती है, किन्ना दो कंट्रीज दे विच है। सिंपल ऑप्शंस दिते हुए सी, हुण मैनूं ऑप्शन सारे नहीं याद। स्वीडन एंड फिनलैंड वाज वन ऑफ द ऑप्शंस एंड दैट वाज द करेक्ट आंसर। स्वीडन एंड फिनलैंड दे विच किहड़ी है गल्फ ऑफ बोथनिया। फिनलैंड एंड एस्टोनिया दे विच ऊपर फिनलैंड है नीचे एस्टोनिया, दिस इज गल्फ ऑफ फिनलैंड। एंड सब तो नीचे वाली गाड़ी है गल्फ ऑफ रीगा। सो बाल्टिक सी हैज on its northern end 3 different gulfs. The northernmost is Gulf of Bothnia, Gulf of Finland, Gulf of Riga. ये सीक्वेंस तुसी याद रखना है। हुण इहदे आंड गुआंढ च तुसी कंट्रीज भी नोट करो। स्वीडन एंड फिनलैंड च गल्फ ऑफ बोथनिया, फिनलैंड एंड एस्टोनिया च गल्फ ऑफ फिनलैंड एंड लैटविया एंड एस्टोनिया च गल्फ ऑफ रीगा। रीगा इज द कैपिटल ऑफ लैटविया। हुण एज सच कैपिटल पॉइंट ऑफ व्यू तो इंपॉर्टेंट नहीं गा, बट लाइक गल्फ ऑफ रीगा इंपॉर्टेंट है। तो लैटविया एंड एस्टोनिया दे विच है गल्फ ऑफ रीगा। ये ਜਿਹੜੀਆਂ तीन कंट्रीज इत्थे तुसीं छोटियां जिहियां देखो, एस्टोनिया, लैटविया, लिथुआनिया। These 3 countries are collectively known as Baltic states। आही वाला बाल्टिक सी तो बाल्टिक स्टेट्स।
ਤਾਂ ਆਪਾਂ ਗਰੁੱਪ ਆਫ ਕੰਟਰੀਜ਼ ਦੀ ਜੇ ਗੱਲ ਕਰੀਏ ਯੂਰਪ 'ਚ, ਵੀ ਹੈਵ ਆਲਰੇਡੀ ਸੀਨ ਦੀ ਬਾਲਟਿਕ ਕੰਟਰੀਜ਼, ਵੀ ਹੈਵ ਸੀਨ ਦੀ ਆਈਬੇਰੀਅਨ ਕੰਟਰੀਜ਼, ਵੀ ਹੈਵ ਸੀਨ ਦੀ ਲੋ ਕੰਟਰੀਜ਼ ਤੋਂ ਅੱਗੇ ਆਉਂਦੇ ਆਪਾਂ ਬਾਲਟਿਕ ਕੰਟਰੀਜ਼ ਕਿਹੜੀਆਂ? ਇਸਟੋਨੀਆ, ਲੈਟਵੀਆ, ਲਿਥੁਏਨੀਆ। ਐਂਡ ਆ 3 ਵਾਟਰ ਚੈਨਲਸ ਇੰਪੋਰਟੈਂਟ ਹੈ, ਬਾਲਟਿਕ ਸੀ, ਗਲਫ ਆਫ ਰੀਗਾ, ਫਿਨਲੈਂਡ ਐਂਡ ਬੋਥਨੀਆ। ਹੁਣ ਇਸੇ ਹੀ ਰੀਜਨ 'ਚ ਗਲਫ ਆਫ ਫਿਨਲੈਂਡ ਦੇ ਜਸਟ ਅੱਗੇ ਦੇਖੋ ਇੱਕ ਨੈਰੋ ਸਟ੍ਰਿਪ ਆਫ ਲੈਂਡ ਹੈ, ਐਂਡ ਉਹ ਕ੍ਰੋਸ ਕਰਕੇ ਅੱਗੇ ਲੇਕ ਲਾਡੋਗਾ ਆਉਂਦਾ ਹੈ। ਆ ਜਿਹੜਾ ਨੈਰੋ ਸਟ੍ਰਿਪ ਆਫ ਲੈਂਡ ਹੈ ਬਿਟਵੀਨ ਲੇਕ ਲਾਡੋਗਾ ਐਂਡ ਗਲਫ ਆਫ ਫਿਨਲੈਂਡ, ਇੱਥੇ ਆ ਤੁਹਾਡਾ ਦ ਫੇਮਸ ਰਸ਼ੀਅਨ ਸਿਟੀ ਆਫ ਸੇਂਟ ਪੀਟਰਸਬਰਗ, ਦ 올ਡਰ ਕੈਪੀਟਲ ਆਫ ਰਸ਼ੀਆ, ਸੇਂਟ ਪੀਟਰਸਬਰਗ। ਮੋਸਕੋ ਆਲਰੇਡੀ ਇੱਥੇ ਮੈਂਸ਼ਨਡ ਹੈ, ਉੱਪਰ ਹੈ ਗਲਫ ਆਫ, ਜਸਟ ਔਨ ਗਲਫ ਆਫ ਫਿਨਲੈਂਡ ਸੇਂਟ ਪੀਟਰਸਬਰਗ ਐਂਡ ਔਨ ਲੇਕ ਲਾਡੋਗਾ। ਲੇਕ ਲਾਡੋਗਾ ਵੀ ਤੁਸੀਂ ਯਾਦ ਰੱਖਣਾ ਸੇਂਟ ਪੀਟਰਸਬਰਗ 'ਚ ਹੈ। ਅੱਗੇ ਆ ਜਾਂਦਾ ਆਪਣਾ ਕੰਟਰੀ ਆਫ ਰਸ਼ੀਆ ਡਿਸਕਸ ਕਰਨ ਤੋਂ ਪਹਿਲਾਂ ਆ ਜਿਹੜਾ ਕੰਟਰੀਜ਼ ਦਾ ਗਰੁੱਪ ਹੈ, ਡੈਨਮਾਰਕ, ਨਾਰਵੇ, ਸਵੀਡਨ, ਫਿਨਲੈਂਡ, ਇਹਨਾਂ ਕੰਟਰੀਜ਼ ਨੂੰ ਆਪਾਂ ਕਹਿੰਦੇ ਆ ਬਈ ਜ਼ਿਆਦਾ ਹੀ ਪ੍ਰੀਸਾਈਜ਼ ਹੋਣਾ। ਤੁਸੀਂ ਇੱਕ ਨਾਮ ਸੁਣਿਆ ਹੋਣਾ ਸਕੈਂਡੀਨੇਵੀਅਨ ਕੰਟਰੀ, ਸਕੈਂਡੀਨੇਵੀਆ, ਡੈਨਮਾਰਕ, ਨਾਰਵੇ ਐਂਡ ਸਵੀਡਨ। ਸਟ੍ਰਿਕਟਲੀ ਸਪੀਕਿੰਗ ਆ 3 ਹੈਗੇ ਆਪਣੇ ਸਕੈਂਡੀਨੇਵੀਅਨ ਕੰਟਰੀਜ਼, ਲੇਕਿਨ ਆ ਨਾਲ ਫਿਨਲੈਂਡ ਨੂੰ ਵੀ ਕਈ ਵਾਰੀ ਝੁੰਗੇ 'ਚ ਆਪਾਂ ਲੈ ਜਾਈਦਾ, ਫ੍ਰੀ ਫੰਡ 'ਚ ਇਸ 'ਚ ਇਨਕਲੂਡ ਕਰ ਦਈਦਾ। ਟੈਕਨੀਕਲੀ ਸਪੀਕਿੰਗ ਮਤਲਬ ਜੋ ਉਹਦਾ ਟ੍ਰੈਡੀਸ਼ਨਲ ਯੂਜ਼ ਆਫ ਦੀ ਟਰਮ ਸਕੈਂਡੀਨੇਵੀਆ ਇਹਨਾਂ 3 ਕੰਟਰੀਜ਼ ਲਈ ਹੈ, ਡੈਨਮਾਰਕ, ਨਾਰਵੇ ਐਂਡ ਸਵੀਡਨ। ਝੁੰਗੇ 'ਚ ਆਪਾਂ ਕਈ ਵਾਰੀ ਨਾਲ ਪਾ ਦਈਦਾ ਫਿਨਲੈਂਡ, ਕਹਿੰਦੇ ਹੁਣ ਇਹਨੂੰ ਕੀ ਛੱਡਣਾ, ਰਸ਼ੀਆ ਦੇ ਵਿੱਚ ਆ ਵੀ ਪਿਆ ਹੋਇਆ। ਇੱਕ ਆਪਾਂ ਹੋਰ ਟਰਮ ਯੂਜ਼ ਕਰਦੇ ਹਾਂ, ਉਹ ਹੈ ਨੋਰਡਿਕ ਕੰਟਰੀਜ਼। ਜੇ ਇੱਥੋਂ ਉੱਪਰ ਦੇਖੋ ਆਈਸਲੈਂਡ ਨਜ਼ਰ ਆ ਰਿਹਾ ਆਪਾਂ ਨੂੰ, ਆਈਸਲੈਂਡ ਨੂੰ ਵੀ ਇਸ ਰੀਜਨ 'ਚ ਇਨਕਲੂਡ ਕਰ ਲਈਏ, ਡੈਨਮਾਰਕ, ਨਾਰਵੇ, ਸਵੀਡਨ, ਫਿਨਲੈਂਡ, ਆਈਸਲੈਂਡ, ਇਸ ਰੀਜਨ ਨੂੰ ਵੀ ਇਨਕਲੂਡ ਕਰ ਲਈਏ ਤਾਂ ਇਹ ਪੂਰਾ ਰੀਜਨ ਇਜ਼ ਨੋਨ ਐਸ, ਮਤਲਬ ਇਹ ਜਿਹੜਾ ਗਰੁੱਪ ਆਫ ਕੰਟਰੀਜ਼ ਹੈ ਦੀਜ਼ ਆਰ ਨੋਨ ਐਸ ਨੋਰਡਿਕ ਕੰਟਰੀਜ਼। ਹਿਊਮਨ ਡਿਵੈਲਪਮੈਂਟ ਪੁਆਇੰਟ ਆਫ ਵਿਊ ਤੋਂ ਵਨ ਆਫ ਦੀ ਬੈਸਟ ਰੀਜਨ ਹੈ। ਇਨਵੇਰੀਏਬਲੀ ਹਰ ਸਾਲ UNDP ਆਪਣੀ ਹਿਊਮਨ ਡਿਵੈਲਪਮੈਂਟ ਦੀ ਰਿਪੋਰਟ ਪਬਲਿਸ਼ ਕਰਦਾ, ਆਪਾਂ ਫਸਟ ਕਲਾਸ 'ਚ ਹੀ ਕਵਰ ਕੀਤਾ ਸੀ, ਫਸਟ ਸੈਕਿੰਡ ਕਲਾਸ 'ਚ। ਇਹ ਜਿਹੜਾ ਰੀਜਨ ਹੈ ਨਾਰਵੇ, ਕਦੇ ਡੈਨਮਾਰਕ, ਕਦੇ ਆਈਸਲੈਂਡ, ਇਹੀ ਟੌਪ ਕਰਦੇ ਆ ਹਮੇਸ਼ਾ। ਯਾਨੀ ਕਿ ਇੱਥੇ ਹਿਊਮਨ ਡਿਵੈਲਪਮੈਂਟ ਇੰਡੀਕੇਟਰਸ ਬਹੁਤ ਅੱਛੇ ਹੈ। ਇੱਥੇ ਐਜੂਕੇਸ਼ਨ ਵਾਲੇ ਡਾਇਮੈਂਸ਼ਨਸ 'ਚ ਵੀ ਅੱਛੀ ਪ੍ਰੋਗਰੈਸ ਹੈ, ਲੋਕਾਂ ਦੀ ਹੈਲਥ ਦੇ ਪੁਆਇੰਟ ਆਫ ਵਿਊ ਤੋਂ ਵੀ ਅੱਛੀ ਪ੍ਰੋਗਰੈਸ ਹੈ, ਮੈਡੀਕਲ ਫੈਸਿਲਿਟੀਜ਼ ਅਵੇਲੇਬਲ ਹੈ, ਐਂਡ ਪਰ ਕੈਪੀਟਾ ਇਨਕਮ ਵੀ ਇੱਥੇ ਲੋਕਾਂ ਦੀ ਅੱਛੀ ਹੈ। ਉਹ ਤਿੰਨੇ ਜਿਹੜੇ ਆਪਣੇ ਹਿਊਮਨ ਡਿਵੈਲਪਮੈਂਟ ਵਾਲੇ ਡਾਇਮੈਂਸ਼ਨਸ ਹੈ ਇਹਨਾਂ ਕੰਟਰੀਜ਼ 'ਚ ਕਾਫੀ ਅੱਛੇ ਹੈ, ਐਂਡ ਇਨਵੇਰੀਏਬਲੀ ਇਹੀ ਕੰਟਰੀਜ਼ ਟੌਪ ਕਰਦੇ ਆ। ਕਦੇ ਆਈਸਲੈਂਡ ਉੱਪਰ ਆ ਗਿਆ, ਕਦੇ ਡੈਨਮਾਰਕ ਉੱਪਰ ਆ ਗਿਆ, ਕਦੇ ਨਾਰਵੇ ਉੱਪਰ ਆ ਗਿਆ, ਇਸ ਤਰ੍ਹਾਂ ਲਾਈਕ ਚੱਲਦਾ ਰਹਿੰਦਾ ਹੈ। ਹੁਣ ਇਸੇ ਹੀ ਕੰਟੈਕਸਟ 'ਚ ਤਾਂ ਤੁਸੀਂ ਆਹ 2 ਟਰਮਸ ਯਾਦ ਰੱਖਣੇ ਆ, ਨੋਰਡਿਕ ਕੰਟਰੀਜ਼, ਸਕੈਂਡੀਨੇਵੀਅਨ ਕੰਟਰੀਜ਼। ਮੋਟੀਆਂ ਤੁਸੀਂ ਸਾਰੀਆਂ ਕੰਟਰੀਜ਼ ਇਨਕਲੂਡ ਕਰ ਲਓ। ਆਈਸਲੈਂਡ ਬਸ ਸਿਰਫ ਨੋਰਡਿਕ 'ਚ ਇਨਕਲੂਡ ਹੁੰਦੀ ਹੈ। ਜੇ ਇਕੱਲਾ ਸਕੈਂਡੀਨੇਵੀਆ ਲਿਖਿਆ ਹੋਇਆ ਤਾਂ ਹਾਂ 3 ਬੇਸਿਕ ਕੰਟਰੀਜ਼ ਹੀ ਹੈ, ਨਾਲ ਫਿਨਲੈਂਡ ਵੀ ਬੋਲ ਦੋਗੇ ਤਾਂ ਕੋਈ ਓਬਜੈਕਟ ਨਹੀਂ ਕਰੂਗਾ ਭਾਰਤ ਨੂੰ ਛੱਡ ਕੇ। ਸੋ Iceland and Norway, they are separated from each other by Norwegian Sea. North Sea ਦੇ ਉੱਪਰ ਹੈ Norwegian Sea, ਯਾਦ ਰੱਖਣੀ ਹੈ ਤੁਸੀਂ। Norway and Iceland are separated from each other by Norwegian Sea. ਇੱਕ ਹੁਣ ਤੁਸੀਂ ਹੋਰ ਚੀਜ਼ ਨੋਟ ਕਰਨੀ ਹੈ specifically related to Norway. Norway ਦਾ ਨਾ ਕੋਸਟ ਅਬਜ਼ਰਵ ਕਰੋ ਤੁਸੀਂ। Please observe the coastal portion, the Norwegian coast of Norway. बहुत ही स्मॉल फिंगर लाइक प्रोजेक्शंस नज़र आएंगियां भी। कोस्ट बिल्कुल कोस्ट लाइन है, सीधी नहीं हैगी, स्ट्रेट लाइन च नहीं हैगी, बहुत ही छोटियां प्रोजेक्शंस जियां नज़र आएंगियां। छोटे छोटे आइलैंड्स दे बने हैं, छोटियां प्रोजेक्शंस जियां हैगियां। आ वाला जिहड़ा कोस्ट है, इन्हां फिंगर लाइक प्रोजेक्शंस नूं ਆਪਾਂ ਇੱਕ ਟਰਮ ਯੂਜ਼ ਕਰਦੇ ਹਾਂ, ਜਿਵੇਂ ਇੱਥੇ ਮੈਂਸ਼ਨਡ ਵੀ ਹੋਊਗਾ 1-2 ਕੇਸਿਸ 'ਚ,
ਇਹਨੂੰ ਕਹਿੰਦੇ ਆਪਾਂ ਫਾਇਓਡ, ਸਪੈਲਿੰਗ ਦੋਨੋਂ ਚੱਲਦੇ ਆ, ਜੇ ਨਾਲ ਵੀ ਲਿਖਿਆ ਜਾਂਦਾ ਹੈ, ਆਈ ਨਾਲ ਵੀ ਲਿਖਿਆ ਜਾਂਦਾ ਹੈ, ਪ੍ਰੋਨਾਊਂਸ ਆਪਾਂ ਫਾਇਓਡ ਕਰਦੇ ਹਾਂ, ਫਾਇਓਡ। These are U-shaped submerged valleys. Oh, submerged valleys. U-shaped submerged valleys are known as fjords। ਕਿੱਥੇ ਪਾਈਆਂ ਜਾਂਦੀਆਂ ਇਹ ਸਪੈਸੀਫਿਕਲੀ, ਮਤਲਬ ਤੁਸੀਂ ਯਾਦ ਰੱਖਣਾ ਨਾਰਵੇ ਦੇ ਕੋਸਟ ਤੇ ਪਾਇਆ ਜਾਂਦਾ ਹੈ। ਇੱਥੇ ਲਿਖਿਆ ਵੀ ਹੋਊ ਜਿਵੇਂ ਟੌਨਹਾਈਮ ਫਾਇਓਡ ਲਿਖਿਆ ਹੋਇਆ ਹੈ, ਡਿਫਰੈਂਟ ਫਾਇਓਡਸ ਦੇ ਇੰਡੀਵਿਜੂਅਲ ਨਾਮ ਲਿਖੇ ਹੋਣਗੇ, ਤੁਸੀਂ ਬਸ ਫਾਇਓਡ ਯਾਦ ਰੱਖਣਾ ਹੈ। ਇਹ ਨਾਰਵੇਜੀਅਨ ਕੋਸਟ ਤੇ ਪਾਇਆ ਜਾਂਦੇ ਹੈ ਕਿ ਯੂ ਸ਼ੇਪਡ ਸਬਮਰਜਡ ਵੈਲੀਜ਼ ਹੈ। ਇਸ ਤਰ੍ਹਾਂ ਦੀ ਵੈਲੀ ਸੀਗੀ ਐਂਡ ਇਵੈਂਚੁਅਲੀ ਇੱਥੇ ਸੀ ਵਾਟਰ ਭਰ ਗਿਆ, ਸੀ ਵਾਟਰ ਇੰਟਰੂਡ ਕਰਦਾ ਐਂਡ ਇੱਥੇ ਸੀ ਵਾਟਰ ਭਰ ਜਾਂਦਾ। ਦਿਸ ਇਜ਼ ਦੀ ਫਾਇਓਡ ਕੋਸਟ। ਕਿੱਥੇ ਪਾਇਆ ਜਾਂਦਾ ਹੈ? ਨਾਰਵੇ 'ਚ। ਫੋਰਮੇਸ਼ਨ ਤੁਸੀਂ ਇਹਦੀ ਇਗਨੋਰ ਕਰੋ, ਬਸ ਲੋਕੇਸ਼ਨ ਤੁਸੀਂ ਧਿਆਨ 'ਚ ਰੱਖਣੀ ਹੈ। ਨਾਰਵੇ ਵਾਲਾ ਰੀਜਨ ਆ ਪੂਰਾ ਜਿਹੜਾ ਉੱਪਰ ਆਰਕਟਿਕ ਸਰਕਲ ਤੋਂ ਉੱਪਰ ਵਾਲਾ ਰੀਜਨ ਹੈ, ਇਟ ਇਜ਼ ਨੋਨ ਫॉर ਨਾਰਦਰਨ ਲਾਈਟਸ, ਔਰੋਰਾ ਬੋਰੀਓਲਿਸ, ਔਰੋਰਾ ਆਸਟ੍ਰੇਲਿਸ। पोलर रीजन से जड़ियाँ कलरफुल डिस्प्ले ऑफ लाइट्स नज़र आता है विंटर सीजन च, नाइट स्काई च, उन्होंने आप कहने ऑरोरा। एंड आप एटमोसफेयर वाले चैप्टर च कीता सीगा, दिस फिनोमिना टेक्स प्लेस इन आयोनोस्फेयर बिकॉज जी सोलर लाइट के चार्ज पार्टिकल्स है अर्थ के आयोनोस्फेयर के चार्ज पार्टिकल्स नाल इंटरैक्ट करते हैं एंड लाइट्स रिलीज़ करते हैं, मतलब रेडिएशन रिलीज़ करते हो विजिबल लाइट वाले स्पैक्ट्रम च हुंदी है। ਤਾਂ ਦਿਸ ਰੀਜਨ ਇਜ਼ ਨੋਨ ਫॉर ਨਾਰਦਰਨ ਲਾਈਟਸ, ਜਾਂ ਇਹਨੂੰ ਆਪਾਂ ਦੂਸਰਾ ਟਰਮ ਯੂਜ਼ ਕਰਦੇ ਹਾਂ ਔਰੋਰਾ। ਇੱਕ ਤੁਸੀਂ ਪੋਲੀਟੀਕਲ ਮੈਪ 'ਚ ਦੇਖੋ ਬੱਚੇ, ਰਸ਼ੀਆ ਦੇ ਬਿਲਕੁਲ ਨਾਰਥ 'ਚ ਉੱਪਰ ਆਰਕਟਿਕ ਸੀ ਵਾਲੇ ਪੋਰਸ਼ਨ 'ਚ ਇੱਕ ਪੋਰਟ ਸਿਟੀ ਮੈਂਸ਼ਨਡ ਹੈ ਓਵਰ ਹੇਅਰ, ਛੋਟਾ ਜਿਹਾ ਪੋਰਟ ਸਿਟੀ ਮੈਂਸ਼ਨਡ ਹੈ ਮੁਰਮਾਂਸਕ। ਇਹ ਜਿਹੜਾ ਸਾਰਾ ਰੀਜਨ ਹੀ ਹੈ, ਅਦਰਵਾਈਜ਼ ਤਾਂ ਆਪਾਂ ਦੇਖ ਰਹੇ ਹਾਂ ਕਿ ਆਰਕਟਿਕ ਸਰਕਲ ਤੋਂ ਵੀ ਉੱਪਰ ਹੈ, ਟੂ ਦੀ ਨਾਰਥ ਆਫ ਆਰਕਟਿਕ ਸਰਕਲ ਹੈ। ਤਾਂ ਇਹ ਨਾਲ ਜਨਰਲ ਅੰਡਰਸਟੈਂਡਿੰਗ ਇਹ ਕੰਪਲੀਟਲੀ ਫਰੋਜ਼ਨ ਜਿਹਾ ਪੋਰਸ਼ਨ ਹੋਣਾ ਚਾਹੀਦਾ ਵੀ ਇੱਥੇ ਤਾਂ ਬਹੁਤ ਠੰਡ ਹੋਣੀ ਚਾਹੀਦੀ ਹੈ ਸਾਰਾ ਸਾਲ, ਮਤਲਬ ਸਾਲ 'ਚ 8-10 ਮਹੀਨੇ ਤਾਂ ਇਹ ਅੰਡਰ ਸਨੋ ਹੀ ਰਹਿਣਾ ਚਾਹੀਦਾ ਹੈ। ਮਤਲਬ ਆਪਣੀ ਜੀਕੇ ਆਪਣੀ ਜਨਰਲ ਜਿਹੜੀ ਗੈਸ ਹੈ ਉਹ ਆਪਾਂ ਨੂੰ ਇਸ ਡਾਇਰੈਕਸ਼ਨ 'ਚ ਪੁਆਇੰਟ ਆਊਟ ਕਰਦਾ ਹੈ। ਬਟ ਆਪਾਂ ਆਲਰੇਡੀ ਸਟੱਡੀ ਕੀਤਾ ਹੋਇਆ ਹੈ ਕਿ ਇਸ ਰੀਜਨ 'ਚ ਨਾਰਥ ਅਟਲਾਂਟਿਕ ਡ੍ਰਿਫਟ ਆਉਂਦੀ ਹੈ, ਜਿਹਦਾ ਕਿ ਨਾਮ ਚੇਂਜ ਹੋ ਕੇ ਆਪਾਂ ਕਰ ਦਈਦਾ ਨਾਰਵੇਜੀਅਨ ਕਰੰਟ, ਆਪਾਂ ਨਾਮ ਚੇਂਜ ਕਰਤਾ ਸੀਗਾ ਨਾਰਥ ਇਕੁਆਟੋਰੀਅਲ ਕਰੰਟ, ਗਲਫ ਸਟਰੀਮ, ਨਾਰਥ ਅਟਲਾਂਟਿਕ ਡ੍ਰਿਫਟ, ਨਾਰਵੇਜੀਅਨ ਕਰੰਟ। ਕਿਸ ਤਰ੍ਹਾਂ ਦਾ ਕਰੰਟ ਹੈ? ਇਟ ਇਜ਼ ਅ ਵਾਰਮ ਕਰੰਟ। बिकॉज ऑफ दिस वार्म करंट ये जड़ा रीजन है like against our general understanding, against our common sense, ये almost 8-10 महीने तो साल च ओपन रहता है, 8-10 महीने क्लोज नहीं रहता, 8-10 महीने ओपन रहता है this entire region even though it is located to the north of Arctic circle। ਤਾਂ अब मैं वही दस रहा कि इत्थे one of the important port cities है रशिया का मुरमांस्क। ਐਂਡ ਜਿਹੜੀ ਨਾਰਦਰਨ ਟ੍ਰੇਡ ਰੂਟ ਦੀ ਵੀ ਆਪਾਂ ਗੱਲ ਕਰ ਰਹੇ ਸੀ ਕਿ ਇੱਥੋਂ ਇੰਗਲੈਂਡ ਤੋਂ ਜੇ ਆਪਾਂ USA ਵਾਲੀ ਸਾਈਡ ਤੇ ਜਾਣਾ ਜਾਂ ਇੰਗਲੈਂਡ ਤੋਂ ਰਸ਼ੀਆ ਵਾਲੀ ਸਾਈਡ ਤੇ ਜਾਣਾ, ਨਾਰਵੇ ਤੋਂ ਰਸ਼ੀਆ ਵਾਲੀ ਸਾਈਡ ਤੇ ਜਾਣਾ, ਤੇ ਇੱਥੇ ਨਾਰਦਰਨ ਟ੍ਰੇਡ ਰੂਟ ਦੀ ਗੱਲ ਚੱਲ ਰਹੀ ਹੈ ਕਿ ਉੱਪਰੋਂ ਆਪਾਂ ਆਰਕਟਿਕ ਓਸ਼ਨ ਤੋਂ ਹੋ ਜਾਵਾਂਗੇ। ਉਹਦਾ ਕਾਰਨ ਵਨ ਆਫ ਦੀ ਰੀਜ਼ਨਸ ਇਹੀ ਹੈ ਕਿ ਇਹ ਪੋਰਸ਼ਨ ਸਾਲ 'ਚ ਕਾਫੀ ਟਾਈਮ ਓਪਨ ਰਹਿੰਦਾ ਬਿਕੋਜ਼ ਆਫ ਦਿਸ ਵਾਰਮ ਕਰੰਟ। ठीक है जी, नॉर्वेजियन कोस्ट हो गया अपना, मुरमांस्क पोर्ट हो गया रशिया का। Now let us move to the inward regions and some of the important rivers of Europe। रशिया वाले रीजन तो हम आप इत्थों वापस चलते हैं, मुरमांस्क ते आप अपनी कश्ती करती है बई पाक, हुण इत्थों आप हिलावांगे नहीं, अंदर आ रहे हैं। मुरमांस्क तो आ गए आप सेंट पीटर्सबर्ग। आप ऑलरेडी रशिया दियाँ 3 मेन रिवर्स देखिया सी, येंसे रिवर, then ओब रिवर। मैं तुहानूं दस्सिया सी जोग्राफी के पॉइंट ऑफ व्यू तो वन ऑफ द लॉन्गेस्ट रिवर, मतलब 2 ऑफ द लॉन्गेस्ट रिवर्स ऑफ द वर्ल्ड है, टॉप 10 च आंदियां है। तीसरी आपां जिहड़ी रिवर देखी सी वो इन्नी लंबी तो नहीं सीगी लेकिन कल्चरली एंड हिस्टोरिकली वेरी इंपॉर्टेंट है, रिवर वोल्गा।
ਰਿਵਰ ਵੋਲਗਾ ਡਰੇਨਸ ਇਨਟੂ ਆਪਾਂ ਦੇਖਿਆ ਸੀਗਾ ਕੈਸਪੀਅਨ ਸੀ, ਓਰੀਜੀਨੇਟਸ ਫਰੋਮ ਦੀ ਵੈਸਟਰਨ ਸਲੋਪਸ ਆਫ ਯੂਰਾਲ ਮਾਊਂਟੇਨਸ। ਤਾਂ ਇੱਥੇ ਆਪਾਂ ਅੱਜ ਦੁਬਾਰਾ ਵੋਲਗਾ ਤੋਂ ਹੀ ਸਟਾਰਟ ਕਰਦੇ ਹਾਂ। ਫਿਰ ਤੁਸੀਂ ਜਰਮਨੀ ਤੇ ਆਓ ਸਿੱਧਾ। ਜਰਮਨੀ ਵਾਲੇ ਰੀਜਨ 'ਚ 2 ਰਿਵਰਸ ਇੰਪੋਰਟੈਂਟ ਹੈ, ਐਕਚੁਅਲੀ 3 ਰਿਵਰਸ ਹੈ, ਫਿਲਹਾਲ ਆਪਾਂ 2 ਦੇਖਾਂਗੇ। ਜਰਮਨੀ ਦੇ ਬਿਲਕੁਲ ਪੋਲੈਂਡ ਵਾਲੇ ਬਾਰਡਰ ਤੋਂ ਦੇਖਣਾ, ਕੀਲ ਵਾਲੇ ਰੀਜਨ ਤੋਂ ਨੀਚੇ ਆ ਜਾਓ, ਯੂ ਵਿਲ ਸੀ ਅ ਵੈਰੀ ਇੰਪੋਰਟੈਂਟ ਰਿਵਰ, ਐਲਬਾ ਰਿਵਰ। ਐਲਬੇ ਵੀ ਕਹਿੰਦੇ ਆ, ਐਲਬਾ ਵੀ ਕਹਿੰਦੇ ਆ, ਰਿਵਰ ਐਲਬੇ in the eastern portion of Germany and in the western portion of Germany ਤਾਂ ਉਹ ਰਿਵਰ ਹੈ ਜਿਹੜਾ ਆਪਾਂ ਹਿਸਟਰੀ 'ਚ ਜਿਹਦਾ ਬਹੁਤ ਜ਼ਿਆਦਾ ਜ਼ਿਕਰ ਆਪਾਂ ਸੁਣਿਆ, ਰਿਵਰ ਰਾਈਨ, ਕਨਫੈਡਰੇਸ਼ਨ ਆਫ ਰਾਈਨ, ਰਾਈਨਲੈਂਡ ਰੀਜਨ, ਡੀਮਿਲਿਟਰਾਈਜੇਸ਼ਨ ਆਫ ਰਾਈਨ, ਰੀਮਿਲਿਟਰਾਈਜੇਸ਼ਨ ਆਫ ਰਾਈਨ, ਬਫਰ ਜ਼ੋਨ ਕ੍ਰੀਏਟ ਕਰਤਾ। ਰਿਵਰ ਰਾਈਨ ਕਿੱਥੇ ਹੈ ਇਹ? ਇਧਰ ਸਵਿਟਜ਼ਰਲੈਂਡ ਵਾਲੇ ਰੀਜਨ ਤੋਂ ਸਟਾਰਟ ਹੁੰਦੀ ਹੈ। ਫॉर अ सर्टेन टाइम इट फॉर्म्स, फॉर अ सर्टेन डिस्टेंस इट फॉर्म्स बॉर्डर बिटवीन जर्मनी एंड फ्रांस। जर्मनी एंड फ्रांस का बॉर्डर बनाती हुई ऊपर मूव करती है एंड दैन नीदरलैंड्स से जाती हुई नॉर्थ सी च ड्रेन करती है। दोनों ये जड़ियाँ रिवर्स है जर्मनी दी इंपॉर्टेंट रिवर्स एल्बे एंड राइन, दे ड्रेन इनटू नॉर्थ सी। एल्बा तुसी याद रखना है ऑन दी ईस्टर्न मार्जिन है, राइन इज ऑन दी वैसटर्न मार्जिन एंड राइन अल्टीमेटली नीदरलैंड्स वाले रीजन से चली जाती है। 2 रिवर्स आप पहला देखिया सीगियां, सीन रिवर एंड थेम्स रिवर। 2 रिवर्स आप हुण देखियां, एल्बे एंड राइन। तीसरी एंड मोस्ट हिस्टोरिकली टर्बूलेंट जड़ा रिवर रही है, डैन्यूब रिवर। इत्थे जर्मनी दे मतलब स्विट्जरलैंड वाली साइड तो तुसीं देखो एक तुहानूं रिवर नज़र आऊगी डैन्यूब, म्यूनिक वाले रीजन तो। जर्मनी तो ये एंटर कर रही है ऑस्ट्रिया, ऑस्ट्रिया तो ये एंटर कर रही है हंगरी, बुडापेस्ट, हंगरी तो ये नीचे आ रही है सर्बिया, सर्बिया तो मूव करती हुई, सर्बिया एंड रोमेनिया की बाउंड्री बनाती हुई, दैन रोमेनिया एंड बुल्गेरिया की बाउंड्री बनाती हुई, दैन रोमेनिया च एंटर करती हुई रोमेनिया एंड यूक्रेन की बाउंड्री बनाती हुई, अल्टीमेटली ड्रेन्स इनटू ब्लैक सी। सो स्टार्टिंग फ्रॉम दी नॉर्दर्न स्लोप्स ऑफ अल्प्स, इत्थे स्विट्जरलैंड च किहड़े इंपॉर्टेंट माउंटेन्स है, स्विट्जरलैंड ऑस्ट्रिया च किहड़े इंपॉर्टेंट माउंटेन्स है, अल्प्स। अल्प्स दी नॉर्दर्न स्लोप्स तो ओरिजिनेट करती हुई जर्मनी च जाती है, जर्मनी तो ऑस्ट्रिया, ऑस्ट्रिया तो हंगरी, हंगरी तो सर्बिया, सर्बिया ते रोमेनिया दी बाउंड्री फॉर्म करती है। इस बाउंड्री रीजन तो सर्बिया तो बुल्गेरिया, फिर बुल्गेरिया एंड रोमेनिया दी बाउंड्री फॉर्म करती है, दैन रोमेनिया च जाती है, रोमेनिया तो यूक्रेन दी बाउंड्री फॉर्म करती है। इन्नियां सारियां कंट्रीज च ये लाइक वन ऑफ दी like rivers that passes to most number of countries है आंदी है river Danube एंड हिस्टोरिकली काफ़ी टर्बूलेंट रीजन रहा। आप इस रीजन का नाम किया सीगा बल्कन रीजन। इस रीजन नू डेन्यूबियन प्रिंसिपैलिटीज ऑफ टर्किश अंपायर भी कहा जाता सी, डेन्यूब रिवर तो डेन्यूबियन रीजन। वियना, Budapest are important capital cities, Belgrade are some of the important capital cities located on the banks of river Danube। ਤਾਂ 3 रिवर्स हो गई ਹੁਣ ਤੁਹਾਡੀਆਂ ਜਿਹੜੀਆਂ ਤੁਸੀਂ याद रखनी है, एल्बे, राइन एंड डैन्यूब। इस रीजन च आप ऑलरेडी कोस्टल अपने एक्वेटिक टैरेटरीज कंप्लीट हो गई हैं। इस रीजन च फिजिकल फीचर्स की जो मैं गल करा, इत्थे तुसीं ऑलरेडी नोट किया स्विट्जरलैंड एंड ऑस्ट्रिया वाले रीजन च, नॉर्थ इटली वाले पोर्शन च एंड थोड़ा जा फ्रांस वाले पोर्शन च, जर्मनी, इटली, स्विट्जरलैंड, ऑस्ट्रिया एंड सर्टन पोर्शन ऑफ जर्मनी। इस पूरे रीजन च वेरी इंपॉर्टेंट माउंटेन चेन है अल्प्स, अल्पाइन माउंटेन सिस्टम आप कहने हैं। अल्प्स, अल्पाइन मीडोज आप कहने हैं, वो सारे नाम इत्थों ही आए अल्प्स माउंटेन्स तो। स्विट्जरलैंड जिहड़ा तुसीं इमेजिन करते हो घूमन जावांगे, हनीमून मनावांगे, वो ग्रासलैंड्स वधिया वधिया स्नो कवर्ड पीक्स इमेजिन करते हो, सारे अल्प्स माउंटेन्स के फीचर्स है। एंड अल्प्स च ही तुसीं ऑलरेडी एक फैक्ट किया होया, मैं रिवाइज ही करवा रहा जस्ट। इत्थे एक लोकल विंड ब्लो करती है जिहदा नाम है फोइन।
किस तरह की विंड है ये आप ऑलरेडी कवर किया है। ये एनाबैटिक है कि कैटाबैटिक है? कैटाबैटिक विंड है, नीचे आंदी हुई विंड्स है। स्लोप्स तो जो नीचे आऊगी वार्म हुंदी हुई विंड है, वार्म लोकल विंड है। वार्म लोकल विंड करके स्नो नू मैल्ट करूगी, इस लिए आपां नू वो जिहड़े शानदार ग्रासलैंड्स तुसीं इमेजिन करते हो, दे आर दी रिजल्ट ऑफ दिस लोकल विंड नोन एज फोन। थैंक्स टू फोन वो ग्रासलैंड्स अल्पाइन मीडोज एग्जिस्ट करते हैं। ठीक है जी, तो दीज वर वेरियस फिजिकल फीचर्स से बस आप एक अल्प्स इत्थे याद रखना है। कॉकेशियस माउंटेन्स आप ऑलरेडी इस पोर्शन से देख चुके हैं, यूराल माउंटेन्स ऑलरेडी आप इस पोर्शन से देख चुके हैं। स्कैंडिनेवियन कंट्रीज जिथे स्कैंडिनेवियन हाईलैंड्स है, स्कैंडिनेवियन माउंटेन्स है, सम ऑफ द इंपॉर्टेंट माउंटेन फीचर्स ऑफ यूरोप। ठीक है जी, सो दैट इज ऑल एज फार एज द मैप ऑफ यूरोप इज कंसर्न। एक मैं थोनू एशिया दे मैप च आप एक इंटरस्टिंग केस किया सीगा उज़बेकिस्तान दा। की केस सीगा उज़बेकिस्तान दा? इट इज़ अ डबली लैंडलॉक्ड कंट्री, लैंडलॉक्ड बाय लैंडलॉक्ड कंट्रीज। एंड मैं तुहानूं दस्सिया सी टोटल दुनिया च 2 ही कंट्रीज है जिहड़े डबली लैंडलॉक्ड है, एक उज़बेकिस्तान है, दूजा तुहानूं मैं सर्च करन नूं कहा सीगा। कीता तुसीं सर्च के नहीं? Over here is the second doubly landlocked country in the world. स्विट्जरलैंड एंड ऑस्ट्रिया दे विच तुसीं थोड़ा जिहा अखां ते जोर पा के देखो, लिक्टनस्टीन लिखिया होगा, छोटा जिहा लाइक सिटी स्टेट ही है लिक्टनस्टीन। इट इज़ द सेकेंड एग्जाम्पल ऑफ द ओनली सेकेंड से के स्पेसिमेन ऑफ डबली लैंडलॉक्ड कंट्रीज इन द वर्ल्ड, एक उज़बेकिस्तान और एक लिक्टनस्टीन। थोड़ा जा भी नजरां ते जोर मारना पैना है। बिटवीन स्विट्जरलैंड एंड ऑस्ट्रिया इज दिस डबली लैंडलॉक्ड कंट्री लिक्टनस्टीन। क्लियर है जी, तो इत्थे आपां रैप करते हैं आपां मैप ऑफ यूरोप नू। नाउ लेट अस मूव टू आवर नेक्स्ट मैप, दैट इज द मैप ऑफ नॉर्थ अमेरिका। चलो जी सारे ओपन करो अपना मैप ऑफ नॉर्थ अमेरिका। कर लिया जी ओपन मैप ऑफ नॉर्थ अमेरिका। फिजिकल मैप, पॉलिटिकल मैप दोनों अपनी नज़रां दे सामने रखने हैं। ट्रेडिशनल प्रोसीजर तो स्टार्ट करांगे, सरकम नेविगेशन करांगे आप पूरे कॉन्टीनेंट दी। आप स्टार्ट करांगे उस रीजन तो जिथे आप एशिया का मैप ड्रॉप किया सी, जिथे आप एशिया का मैप छड्डिया सीगा, बेरिंग स्ट्रेट। फिजिकल मैप ते तुसी फोकस करना पहला, इत्थे पॉलिटिकल मैप खुलिया होया अपने लिए रेफरेंस लेना सौखा हो जाता है। मैं थोड़ा दसना होवे कि इस कंट्री वाल देखो तो सौखा रहिंदा है, पर तुसी फोकस करना है फिजिकल मैप ते। बेरिंग स्ट्रेट इत्थे आपां छड्डिया सी, बेरिंग स्ट्रेट जॉइंस पैसिफिक ओशन विद आर्कटिक ओशन, या दूसरी लैंग्वेज च कहना होवे बेरिंग स्ट्रेट सैपरेट्स द कॉन्टीनेंट ऑफ एशिया फ्रॉम नॉर्थ अमेरिका। एक होर डिफरेंट वर्ड्स से कहना होवे बेरिंग स्ट्रेट सैपरेट्स रशिया फ्रॉम यूएसए, रशिया फ्रॉम दी अलास्का रीजन ऑफ यूएसए। बेरिंग स्ट्रेट तो आप किस चीज अपनी करांगे स्टार्ट। पहला तो पैसिफिक ओशन वाल जा रहे हैं, तो पहला की आऊगा बेरिंग सी, ऑलरेडी आप देख चुके हैं एशिया के मैप च। एंड इत्थे आप देखिया सी एक ना लंबी जी चेन ऑफ माउंटेन्स है, अलास्का तो स्टार्ट हुंदी रशिया वाल जा रही है। बेरिंग सी दे माउथ ते, बेरिंग सी दे पैसिफिक ओशन वाली साइड ते एक लंबी जी चेन ऑफ माउंटेन्स है जड़ी कि रशिया वाल जा रही है। तुसी पॉलिटिकल फिजिकल दोनों मैप से देख सकते हो। वेरी इंपॉर्टेंट माउंटेन्स तुसी याद रखने एग्जाम पॉइंट ऑफ व्यू तो एल्यूशियन आइलैंड्स, एल्यूशियन आइलैंड्स एंड इत्थे एल्यूशियन ट्रेंच भी है। आप पैसिफिक ओशन दी ट्रेंचेस देखियां सी एशिया के मैप च, जापान ट्रेंच, क्यूरील ट्रेंच, एल्यूशियन ट्रेंच, ये भी उसे कंटिन्यूटी जी है। एल्यूशियन आइलैंड्स दे नाल है एल्यूशियन ट्रेंच, क्यूरील आइलैंड्स दे नाल है क्यूरील ट्रेंच, जापान आइलैंड्स दे नाल है जापान ट्रेंच। तो ओवर हेयर इज क्यूरील ट्रेंच। चलो जी क्यूरील ट्रेंच से भी आप गोता खा के आ गए बाहर। वापस आप मूव कर रहे हैं इधर अलॉन्ग द कोस्ट ऑफ कैनेडा। इत्थे तुहानूं एक छोटा जा वाटर चैनल नज़र आऊगा। वैंकूवर वाला पॉलिटिकल मैप च इत्थे वैंकूवर आइलैंड लोकेट करो, पॉलिटिकल मैप च वैंकूवर आइलैंड।
ਵੈਨਕੂਵਰ ਦਾ USA ਵਾਲੀ ਸਾਈਡ ਤੇ ਹੈ, ਸੀਐਟਲ ਸਿਟੀ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ, ਅਗੇਨ ਪੋਲੀਟੀਕਲ ਮੈਪ 'ਚ ਦੇਖਣਾ ਪੈਣਾ। ਵਾਸ਼ਿੰਗਟਨ ਸਟੇਟ ਹੈ, ਵਾਸ਼ਿੰਗਟਨ ਸਟੇਟ ਦੇ ਹੀ ਇੱਕ ਸਿਟੀ ਦਾ ਨਾਮ ਹੈ ਸੀਐਟਲ। ਵੈਨਕੂਵਰ ਆਈਲੈਂਡ ਐਂਡ ਮੇਨਲੈਂਡ ਆਫ ਨਾਰਥ ਅਮਰੀਕਾ। ਵੈਨਕੂਵਰ ਇੱਕ ਆਈਲੈਂਡ ਹੈ, ਹੁਣ ਆਫ ਕੋਰਸ ਇੱਕ ਵਾਟਰ ਚੈਨਲ ਹੈ ਜਿਹੜਾ ਜੁਆਇਨ ਕਰ ਰਿਹਾ, ਜਿਹੜਾ ਸੈਪਰੇਟ ਕਰ ਰਿਹਾ ਵੈਨਕੂਵਰ ਨੂੰ ਮੇਨਲੈਂਡ ਆਫ ਨਾਰਥ ਅਮਰੀਕਾ ਨਾਲ। ਇੱਥੇ ਯੂਆਨ ਡੇ ਫੂਕਾ ਸਟ੍ਰੇਟ ਆਫ ਯੂਆਨ ਡੇ ਫੂਕਾ ਵੈਨਕੂਵਰ ਆਈਲੈਂਡ ਦੇ ਨੇੜੇ ਹੈ, ਬਸ ਤੁਸੀਂ ਯਾਦ ਰੱਖਣੀ ਹੈ। ਵੈਨਕੂਵਰ ਐਂਡ USA ਵਾਲੇ ਪੋਰਸ਼ਨ ਨੂੰ, ਕੈਨੇਡਾ ਐਂਡ USA ਵਾਲੇ ਪੋਰਸ਼ਨ ਨੂੰ ਸੈਪਰੇਟ ਕਰ ਰਿਹਾ ਯੂਆਨ ਡੇ ਫੂਕਾ ਸਟ੍ਰੇਟ। ਇਹ ਮਤਲਬ ਇੱਕ ਛੋਟੀ ਜੀ ਪਲੇਟ ਵੀ ਆਪਾਂ ਮੇਨਸ ਵਾਲੀਆਂ ਕਲਾਸਿਸ 'ਚ ਆਪਾਂ ਪਲੇਟ ਟੈਕਟੋਨਿਕ ਪਲੇਟ ਸਿਸਟਮ ਵਗੈਰਾ ਕਵਰ ਕਰਾਂਗੇ। ਉਸ 'ਚ ਆਪਾਂ ਵਨ ਆਫ ਦੀ ਪਲੇਟਸ ਵੀ ਸਟੱਡੀ ਕਰਦੇ ਹਾਂ, ਯੂਆਨ ਡੇ ਫੂਕਾ ਪਲੇਟ। ਇਹ ਲਿਖਦੇ ਤਾਂ ਜੇ ਹੈ ਲੇਕਿਨ ਹੈਗਾ ਯੋ ਹੈ, ਜਿਵੇਂ ਉਹ ਫਾਇਓਡ ਹੈ, ਲਿਖਦੇ ਤਾਂ ਜੇ ਹੈ, ਬੋਲੀ ਦਾ ਆਪਾਂ ਅ ਹੈ। ਯੂਆਨ ਡੇ ਫੂਕਾ ਸਟ੍ਰੇਟ, ਠੀਕ ਹੈ ਜੀ। ਅੱਗੇ ਆ ਜਾਓ ਹੋਰ ਨੀਚੇ। ਅੱਛਾ ਸੌਰੀ, ਇੱਕ ਬਹੁਤ ਇੰਪੋਰਟੈਂਟ ਚੀਜ਼ ਤਾਂ ਰਹੇਗੀ। ਅਲਾਸਕਾ ਆਪਾਂ ਕਵਰ ਕੀਤਾ, ਬਟ ਆਬਵੀਅਸ ਹੈ ਅਲਾਸਕਾ ਤੋਂ ਜਸਟ ਥੱਲੇ ਹੈ ਗਲਫ ਆਫ ਅਲਾਸਕਾ। ਤਾਂ ਬੈਰਿੰਗ ਸਟ੍ਰੇਟ, ਬੈਰਿੰਗ ਸੀ, ਅਲੂਸ਼ੀਅਨ ਟ੍ਰੈਂਚ, ਗਲਫ ਆਫ ਅਲਾਸਕਾ। ਗਲਫ ਆਫ ਅਲਾਸਕਾ ਤੋਂ ਨੀਚੇ ਹੈ ਯੂਆਨ ਡੇ ਫੂਕਾ ਸਟ੍ਰੇਟ। ਹੋਰ ਨੀਚੇ ਆਂਦੇ ਰਹੇ ਆਲ ਦੀ ਵੇ ਟਿਲ ਕੈਲੀਫੋਰਨੀਆ ਤੁਸੀਂ ਆ ਗਏ। ਕੈਲੀਫੋਰਨੀਆ ਤੋਂ ਤੁਸੀਂ ਮੈਕਸੀਕੋ ਵਾਲੀ ਸਾਈਡ ਤੇ ਆਏ। ਆਹ ਜਿਹੜਾ ਪੋਰਸ਼ਨ ਤੁਹਾਨੂੰ ਨਜ਼ਰ ਆ ਰਿਹਾ, this protruded portion of Mexico ਬਾਹਰ ਨੂੰ ਨਿਕਲਿਆ ਹੋਇਆ। is it in the nature of a peninsula? and physical map 'ਚ ਤੁਸੀਂ ਦੇਖ ਵੀ ਸਕਦੇ ਹੋ, ਇੱਥੇ ਲਿਖਿਆ ਹੋਇਆ ਕੈਲੀਫੋਰਨੀਅਨ ਪੈਨਿਨਸੂਲਾ। ਹੁਣ ਕਨਫਿਊਜ਼ ਕਿੱਥੇ ਹੋ ਜਾਂਦੇ ਆਪਾਂ, ਕੁਐਸਚਨ ਆਪਾਂ ਨੂੰ ਕਿੱਦਾਂ ਦਾ ਆ ਸਕਦਾ ਐਂਡ ਕਿਵੇਂ ਆਪਾਂ ਗਲਤ ਕਰ ਦਿੰਦੇ ਆ। ਆਪਾਂ ਨੂੰ ਹੁਣ ਅਦਰਵਾਈਜ਼ ਪਤਾ ਹੀ ਹੈ ਕਿ ਕੈਲੀਫੋਰਨੀਆ ਕਿੱਥੇ ਹੈ, ਆਪਾਂ ਨੂੰ ਪਤਾ USA 'ਚ ਹੈ ਕੈਲੀਫੋਰਨੀਆ, ਸਿਲੀਕਨ ਵੈਲੀ ਕਹਿੰਦੇ ਆ ਕੈਲੀਫੋਰਨੀਆ ਵਾਲੇ ਰੀਜਨ ਨੂੰ। ਮਤਲਬ ਕੈਲੀਫੋਰਨੀਆ 'ਚ ਸਿਲੀਕਨ ਵੈਲੀ ਹੈ ਜਿੱਥੇ ਗੂਗਲ ਵਗੈਰਾ ਦੇ ਹੈੱਡਕੁਆਟਰਸ ਹੈ, ਮਾਈਕਰੋਸਾਫਟ ਦੇ ਹੈੱਡਕੁਆਟਰਸ ਹੈ। ਹੁਣ ਆਪਾਂ ਨੂੰ ਇਹ ਪਤਾ ਹੈ ਕਿ ਕੈਲੀਫੋਰਨੀਆ USA 'ਚ ਹੈ, ਲੇਕਿਨ ਜੇ ਆਪਾਂ ਨੂੰ ਕੁਐਸਚਨ ਆਉਂਦਾ ਕਿ ਕੈਲੀਫੋਰਨੀਅਨ ਪੈਨਿਨਸੂਲਾ ਕਿੱਥੇ ਹੈ, ਜੇ ਆਪਾਂ ਨਹੀਂ ਪੜ੍ਹਿਆ ਹੋਇਆ ਤਾਂ ਆਪਣੀ ਗੈਸ ਮਾਰਨ ਦੀ ਟੈਂਡੈਂਸੀ ਹੈ ਵੀ USA 'ਚ ਹੀ ਹੋਊਗਾ। ਜਦੋਂ ਕੈਲੀਫੋਰਨੀਆ USA 'ਚ, ਕੈਲੀਫੋਰਨੀਅਨ ਪੈਨਿਨਸੂਲਾ ਵੀ USA 'ਚ ਹੋਊਗਾ, ਬਟ ਨਹੀਂ, ਇਹ ਆਪਣਾ ਤੁੱਕਾ ਗਲਤ ਹੋ ਜਾਊਗਾ। ਕੈਲੀਫੋਰਨੀਅਨ ਪੈਨਿਨਸੂਲਾ ਹੈ ਨੀਚੇ ਮੈਕਸੀਕੋ 'ਚ, ਦੇਖ ਸਕਦੇ ਹੋ ਤੁਸੀਂ ਕਲਰ ਆਪਣੇ ਪੋਲੀਟੀਕਲ ਮੈਪ 'ਚ ਦੇਖੋ, ਨੀਚੇ ਮੈਕਸੀਕੋ ਦਾ ਪੋਲੀਟੀਕਲੀ ਪਾਰਟ ਹੈ ਕੈਲੀਫੋਰਨੀਆ। ਇਸ ਰੀਜਨ ਨੂੰ ਕੈਲੀਫੋਰਨੀਅਨ ਪੈਨਿਨਸੂਲਾ ਨੂੰ ਜੇ ਤੁਸੀਂ ਪੋਲੀਟੀਕਲ ਮੈਪ 'ਚ ਦੇਖੋ ਤਾਂ ਲੋਅਰ ਕੈਲੀਫੋਰਨੀਆ ਲਿਖਿਆ ਹੋਇਆ ਹੈ। ਐਕਚੁਅਲੀ ਮਤਲਬ ਇਹਦੇ ਲਈ ਇੱਕ ਹੋਰ ਟਰਮ ਯੂਜ਼ ਕੀਤਾ ਜਾਂਦਾ ਹੈ, ਬਾਇਆ ਕੈਲੀਫੋਰਨੀਆ। ਆ ਜਿਹੜਾ ਕੈਲੀਫੋਰਨੀਅਨ ਪੈਨਿਨਸੂਲਾ ਤਾਂ ਚਲੋ ਜੋਗ੍ਰਾਫਿਕਲ ਫੀਚਰ ਹੋ ਗਿਆ, ਪੋਲੀਟੀਕਲੀ ਇਹਦੇ ਲਈ ਆਪਾਂ ਟਰਮ ਯੂਜ਼ ਕਰਦੇ ਹਾਂ ਬਾਇਆ ਕੈਲੀਫੋਰਨੀਆ। ਇਹ ਬਸ ਜੱਜੇ ਨੂੰ ਯਾਇਆ ਬੋਲਦੇ ਆ, ਠੀਕ ਹੈ, ਸਪੈਨਿਸ਼ ਭਾਸ਼ਾ ਦਾ ਸਭ ਝੋਲਮੋਲ ਹੈ। ਬਾਇਆ ਜਿਵੇਂ ਮੈਰੀਜੁਆਨਾ, ਬਾਇਆ ਕੈਲੀਫੋਰਨੀਆ, ਇਹ ਲੋਅਰ ਕੈਲੀਫੋਰਨੀਆ ਨੂੰ ਬੋਲਦੇ ਆ। ਕੈਲੀਫੋਰਨੀਅਨ ਪੈਨਿਨਸੂਲਾ ਲਈ ਟਰਮ ਯੂਜ਼ ਕੀਤਾ ਜਾਂਦਾ ਹੈ ਬਾਇਆ ਕੈਲੀਫੋਰਨੀਆ। ਐਂਡ ਆ ਜਿਹੜਾ ਬਾਇਆ ਕੈਲੀਫੋਰਨੀਆ, ਇਟ ਇਜ਼ ਸੈਪਰੇਟਡ ਫਰੋਮ ਮਾਸਕੋ ਬਾਇਆ ਵਾਟਰ ਚੈਨਲ, ਬਾਇਆ ਵਾਟਰ ਬੋਡੀ, ਗਲਫ ਆਫ ਕੈਲੀਫੋਰਨੀਆ। ਇਹ ਤਾਂ ਈਜ਼ੀ ਆ, ਗਲਫ ਆਫ ਕੈਲੀਫੋਰਨੀਆ ਵੀ ਤੁਹਾਨੂੰ ਪੁੱਛਿਆ ਜਾਵੇ ਕਿੰਨਾ ਦੋ ਰੀਜਨਸ ਨੂੰ ਸੈਪਰੇਟ ਕਰਦੀ ਹੈ, ਮੇਨਲੈਂਡ ਆਫ ਮੈਕਸੀਕੋ ਨੂੰ ਸੈਪਰੇਟ ਕਰਦੀ ਹੈ ਬਾਇਆ ਕੈਲੀਫੋਰਨੀਆ ਤੋਂ। The over here is Gulf of California। चलो जी, गल्फ ऑफ कैलिफोर्निया तो वापस आने हैं, नीचे आने हैं टूवर्ड्स दी बिल्कुल सदर्न टिप ऑफ नॉर्थ अमेरिका आ जाओ, जिथे यह साउथ अमेरिका नू ज्वाइन करता है। मूव टू दी वेरी सदर्न टिप ऑफ नॉर्थ अमेरिका वेयर इट ज्वाइंस साउथ अमेरिका। अपने फिजिकल मैप एंड अपने पोलिटिकल मैप च देखो, इत्थे तुहानू नज़र आ रही है पनामा कंट्री। पोलिटिकल मैप च पहला पनामा कंट्री लोकेट करो। पनामा कंट्री दे पैसिफिक ओशन वाली साइड ते तुहानू गल्फ ऑफ पनामा नज़र आ रही है, गल्फ ऑफ पनामा। एंड हुण पूरे पनामा रीजन नू ही देखो, पनामा कंट्री नू ही देखो, अ नैरो स्ट्रिप ऑफ लैंड सैपरेटिंग टू लार्ज वाटर बॉडीज।
A narrow strip of land joining to large land masses. North America ਨੂੰ South America ਨਾਲ ਕੌਣ join ਕਰ ਰਿਹਾ ਹੈ? Isthmus of Panama. Gulf of Panama ਨੂੰ ਉਧਰ Caribbean Sea ਨਾਲ ਕੌਣ join ਕਰ ਰਿਹਾ ਹੈ? Isthmus कौन सेपरेट कर रहा है? Isthmus of Panama. मोटे मोटे टर्म्स से पूछा जाए अटलांटिक ओशन ते पैसिफिक ओशन ਨੂੰ कौन सेपरेट कर रहा है? Isthmus of Panama. तो तीसरा इंपॉर्टेंट isthmus चौथा इंपॉर्टेंट isthmus ਆਪਾਂ देख रहे हैं Suez Isthmus, Kra Isthmus, Kiel Isthmus and Panama Isthmus. एंड ये अपना इंपॉर्टेंट कैनाल भी है, ਇਹਦਾ ਨਾਮ ਸਭ ਨੂੰ ਪਤਾ ਹੀ ਹੈ, Panama Canal. It joins Pacific Ocean with Atlantic Ocean. It joins, जे specifically ਦੱਸਣਾ ਹੋਵੇ, Gulf of Panama on the Pacific side with Caribbean Sea on the Atlantic side. Very very important. चलो जी अपनी किश्ती क्रॉस कराओ इस पनामा कनाल तो एंड मूव कर जाओ इधर. पनामा कनाल क्रॉस करके की आऊगा? कैरिबियन सी. कैरिबियन सी च तुसीं अपनी एटलस से देख सकते हो काफ़ी सारे छोटे छोटे आइलैंड्स है. क्यूबा, ग्रेटर एंटिलीज, जमाइका, इस तरह के काफ़ी छोटे छोटे आइलैंड्स है. इन्हां सारे आइलैंड्स नूं आपां कैरिबियन आइलैंड्स ही कहने हैं. कैरिबियन सी दे आइलैंड्स है, इन्हां नूं आपां कैरिबियन आइलैंड्स कहने हैं. इन्हां च जिहड़ा सब तो वड्डा आइलैंड है, द लार्जेस्ट ऑफ दीज इज क्यूबा. फिडल कैस्ट्रो, रॉल कैस्ट्रो, फिडल कैस्ट्रो की तो डेथ हो गई है हुण. क्यूबा की कैपिटल तुसीं याद रखनी है हवाना. बस एक ही इन्हां च कैरिबियन आइलैंड्स यही सब तो ज़्यादा इंपॉर्टेंट है. क्यूबा जिहदी कैपिटल है हवाना एंड इत्थे कम्यूनिस्ट गवर्नमेंट एग्जिस्ट करती सी. तुसीं देखो कोल्ड वॉर वाले जमाने इत्थे USA है लीडर ऑफ द कैपिटलिस्ट ब्लॉक. बिल्कुल उहदे थल्ले इत्थे क्यूबा च कम्यूनिस्ट सरकार एग्जिस्ट करती है लैड बाय फिडल कैस्ट्रो. तो क्यूबा वाला रीजन तुसीं ध्यान च रखना है. कैरिबियन आइलैंड्स है, कैरिबियन सी च है. चलो जी हुण कश्ती तुसीं अगे आपां क्यूबा एंड मैक्सीको फिजिकल मैप च देखो. क्यूबा एंड मैक्सीको दे आर सैपरेटेड फ्रॉम ईच अदर बाय विच वाटर चैनल? मैप च देख के दसो मैनू. क्यूबा एंड मैक्सीको दे आर सैपरेटेड फ्रॉम ईच अदर बाय विच वाटर चैनल? यूकाटन चैनल. लिखिया तुहाडे फिजिकल मैप ते ओवर हेयर बिटवीन क्यूबा एंड मैक्सीको इज यूकाटन चैनल. एक्चुअली आ जिहड़ा पेनिनसुला है इहदा नाम है यूकाटन पेनिनसुला. तो यूकाटन पेनिनसुला तो इंपॉर्टेंट नहीं है पर यूकाटन चैनल इंपॉर्टेंट है. तो यूकाटन पेनिनसुला मैक्सीको चाहे यूकाटन चैनल मैक्सीको ते क्यूबा नूं सैपरेट करता है. अपनी किश्ती आपां कैरिबियन आइलैंड्स तो यूकाटन चैनल हुंदे होए क्रॉस किया, कित्थे पहुंचे? गल्फ ऑफ मैक्सीको. ये लार्जेस्ट गल्फ इन दी वर्ल्ड है. गल्फ ऑफ मैक्सीको इज लार्जेस्ट गल्फ इन दी वर्ल्ड. इसे ही गल्फ के नाम से वो जी आप स्ट्रीम की है गल्फ स्ट्रीम, वह नाम इसे ही गल्फ के नाम से पिया. ऊपर जाती है नॉर्थ अटलांटिक ड्रिफ्ट बन जाती है जी. सो गल्फ ऑफ मैक्सीको लार्जेस्ट गल्फ इन दी वर्ल्ड. गल्फ ऑफ मैक्सीको तो तुसी बाहर आना है अटलांटिक ओशन वाल. गल्फ ऑफ मैक्सीको तो हुण आपां घूमते हुए बाहर आना है अटलांटिक ओशन वाल. की क्रॉस करना पऊगा फिजिकल मैप से देख के दसो? स्ट्रेट ऑफ फ्लोरिडा देख सकते हो. क्यूबा एंड USA दे विच क्यूबा एंड USA आर सैपरेटेड फ्रॉम ईच अदर बाय स्ट्रेट ऑफ फ्लोरिडा. ए फ्लोरिडा इज वन ऑफ द स्टेट्स ऑफ USA ऑल्सो. तां आ जिहड़ा मियामी अगेन तुहाडे घूमण दे सपने तुहाडे होण ना होण मैं बोल बोल के जरूर दबा देने हैं. This region of USA is Florida, and Florida one of the important cities is Miami, and Florida is separated from Cuba. USA is separated from Cuba by Strait of Florida. Strait of Florida cross करके आ गए आपां Atlantic Ocean च. इत्थे तुसीं आ बहामास आइलैंड्स देख रहे हो. इसे ही रीजन च तुसीं ना फेमस बरमूडा ट्रायंगल का नाम सुनिया होगा, जिथे अर्थ की मैगनैटिक फील्ड ग्रेविटेशनल फील्ड थोड़ी जी खराब हो जाती है. काफ़ी सारे प्लेन क्रैशिज होए है, शिप रैक्स होए है, रस्ता भुल जाते हैं.
ਤਾਂ ਕੁਝ ਗ੍ਰੈਵਿਟੇਸ਼ਨਲ ਐਂਡ ਮੈਗਨੈਟਿਕ ਐਨੋਮਲੀਜ਼ ਆਬਜ਼ਰਵ ਕੀਤੀਆਂ ਜਾਂਦੀਆਂ ਇਸ ਰੀਜਨ 'ਚ। ਇੱਥੇ ਬਰਮੂਡਾ ਟ੍ਰਾਇੰਗਲ ਹੈ, ਬਰਮੂਡਾ ਆਈਲੈਂਡ ਹੈ, ਬਹਾਮਾਸ ਵਾਲੇ ਰੀਜਨ 'ਚ ਹੀ ਹੈ। ठीक है जी, लोकेट कर लो इत्थे बरमूडा ट्रायंगल बहामास दे नेड़े। चलो जी हुण आपां अगे चलते हैं अपनी कश्ती नूं कोस्टी लैके गए उपर बिल्कुल कैनेडा वाले पोर्शन च पहुँच जाओ। आ सारा वाशिंगटन, न्यूयॉर्क, बोस्टन क्रॉस करते हुए ऊपर पहुँच जाओ कैनेडा वाले पोर्शन च। दिस रीजन ऑफ कैनेडा ਜਿਹੜਾ ਬਾਅਦ ਨੂੰ ਪ੍ਰੋਟਰੂਡ ਕੀਤਾ ਹੋਇਆ, ਇੱਥੇ ਦੋ ਹੁਣ ਰੀਜਨਸ ਕੈਨੇਡਾ ਦੇ ਮੈਂ ਨੋਟ ਕਰਵਾਉਂਗਾ। ਇੱਕ ਤਾਂ ਬਿਲਕੁਲ ਹੀ USA ਤੋਂ ਉੱਪਰ ਜਿਹੜਾ ਰੀਜਨ ਹੈ, ਦੈਨ ਇੱਕ ਵਾਟਰ ਚੈਨਲ ਆਉਂਦਾ, ਦੈਨ ਉੱਪਰ ਇੱਕ ਆ ਵਾਲਾ ਰੀਜਨ ਹੈ। ਇਹਨਾਂ 'ਚ ਪਹਿਲਾਂ ਤਾਂ ਤੁਸੀਂ ਥੋੜ੍ਹਾ ਜਿਹਾ ਮੈਪ 'ਤੇ ਨਜ਼ਰ ਮਾਰ ਕੇ, ਮੈਪ 'ਤੇ ਥੋੜ੍ਹਾ ਜਿਹਾ ਜ਼ੂਮ ਇਨ ਕਰਕੇ ਆਪਣੇ ਐਟਲਸ 'ਚ ਮੈਨੂੰ ਦੱਸੋ ਇਹਨਾਂ 'ਚ ਆਈਲੈਂਡ ਕੌਣ ਹੈ, ਇਹਨਾਂ 'ਚ ਪੈਨਿਨਸੂਲਾ ਕੌਣ ਹੈ। ਵਨ ਆਫ ਦੀਜ਼ ਇਜ਼ ਐਨ ਆਈਲੈਂਡ ਐਂਡ ਵਨ ਆਫ ਦੀਜ਼ ਇਜ਼ ਆ ਪੈਨਿਨਸੂਲਾ। ਨਾਮ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਐਟਲਸ ਤੋਂ, ਪਰ ਤੁਸੀਂ ਮੈਨੂੰ ਪਹਿਲਾਂ ਇਹ ਥੋੜ੍ਹਾ ਜਿਹਾ ਫੋਕਸ ਕਰਕੇ ਦੱਸੋ ਇਹਨਾਂ 'ਚ ਉੱਪਰ ਵਾਲਾ ਆਈਲੈਂਡ ਹੈ ਕਿ ਨੀਚੇ ਵਾਲਾ ਆਈਲੈਂਡ ਹੈ। ਰੀਜਨ ਆਈ ਬਲੀਵ ਤੁਹਾਨੂੰ ਸਭ ਨੂੰ ਪਤਾ ਚੱਲ ਗਿਆ, ਕੈਨੇਡਾ ਦੇ ਜਿਹੜੇ ਅਟਲਾਂਟਿਕ ਓਸ਼ਨ ਵੱਲ ਬਾਅਦ ਨੂੰ ਨਿਕਲੇ ਹੋਏ ਰੀਜਨਸ ਹੈ, ਵਿੱਚ ਉਹਨਾਂ ਦੇ ਇੱਕ ਵਾਟਰ ਚੈਨਲ ਆਉਂਦਾ। ਵਾਟਰ ਚੈਨਲ ਨੂੰ ਫਿਲਹਾਲ ਇਗਨੋਰ ਕਰੋ, ਇਹਨਾਂ ਦੋ ਰੀਜਨਸ ਨੂੰ ਫੋਕਸ ਕਰੋ। ਆਈਲੈਂਡ ਕੌਣ ਹੈ ਐਂਡ ਪੈਨਿਨਸੂਲਾ ਕੌਣ ਹੈ। ਉੱਪਰ ਵਾਲਾ ਇਜ਼ ਆਈਲੈਂਡ एंड नीचे वाला इज पेनिनसुला। आइलैंड तो अपना वही जिहड़ा पुराना आपां इन्ने टाइम तो कीता है, न्यू फाउंडलैंड। न्यू फाउंडलैंड आइलैंड है एंड पेनिनसुला इज नोवा स्कोशिया। नीचे नोवा स्कोशिया, देन एक वाटर चैनल आया, देन ऊपर न्यू फाउंडलैंड आइलैंड। ये न्यू फाउंडलैंड आइलैंड वही है जिथे इथों गल्फ स्ट्रीम आती है, उपरों लैब्राडोर करंट आता है, इत्थे मिलते हैं एंड इत्थे वन ऑफ द बेस्ट फिशिंग ग्राउंड्स ऑफ द वर्ल्ड डिवेलप होंदे है। सो दिस इज नोवा स्कोशिया आइलैंड। इन्हां दोनों दे विच वाटर चैनल किहड़ा आंदा है, इन्हां दोनों दे विच नोवा स्कोशिया इज सैपरेटेड फ्रॉम न्यू फाउंडलैंड बाय Gulf of St. Lawrence। Gulf of St. Lawrence। St. Lawrence is one of the most important rivers of North America। दो तीन रिवर्स इंपॉर्टेंट है नॉर्थ अमेरिका दी, उन्हां च एक है सेंट लॉरेंस। आ ग्रेट लेक्स वाला रीजन है, ग्रेट लेक्स तो सेंट लॉरेंस वाल जाती है। आपां एक बारी अपनी जिहड़ी बोट है वो इधर गल्फ ऑफ सेंट लॉरेंस से लैके आ रहे हैं। आप कोस्टल जी सरकम नैविगेशन करनी सी उन्होंने एक बारी पॉज करते हैं। फिलहाल आप कहने कि चलो थोड़ा जा अंदर चलते हैं आप नॉर्थ अमेरिका वाल। अंदर आप किमें जाना है, आ रिवर फड़ लैनी है। हुण आप सी आप छड्डती है, आप रिवर च एंटर कर रहे हैं। गल्फ ऑफ सेंट लॉरेंस, गल्फ ऑफ सेंट लॉरेंस तो सेंट लॉरेंस रिवर नीचे जा रहे हैं, नीचे जा रहे हैं, एक लेक आ गया। ये जो पूरा रीजन है, दिस एंटायर रीजन इज नोन एज ग्रेट लेक्स रीजन। ग्रेट लेक्स रीजन USA एंड कैनेडा का बॉर्डर फॉर्म कर रहा है ग्रेट लेक्स रीजन। 5 ग्रेट लेक्स तुसी याद रखने हैं। हुण आपां इधरली साइड तो आए हैं, आपां सीक्वेंस से देखांगे किहड़े किहड़े आंदे है, दैन आप उल्टा सीक्वेंस भी देखांगे। सब तो पहला आंदा है तुहाडा लेक, देखो जी किहड़ा लेक ओंटैरियो। ओंटैरियो स्टेट भी है कैनेडा दी, टोरंटो जाके जिथे तुसीं झंडा लहराना है। ओंटैरियो, ओंटैरियो तो नीचे है किहड़ा लेक है, जल्दी आप 5 लेक्स के नाम देखो। ओंटैरियो नीचे हैगा अपना आयरे, आयरे तो ऊपर हैगा ह्यूरोन, मिशिगन एंड सुपीरियर। मैं उधर वाली साइड तो एक्चुअली याद किए हुए है। लेक सुपीरियर, लेक नीचे वाला जिथे शिकागो है लेक मिशिगन, क्योंकि इत्थे मिशिगन स्टेट भी है USA दी। दैन ऊपर वाला है लेक ह्यूरोन, दैन लेक ईरे एंड लास्ट है लेक ओंटैरियो।
ਆ 5 ਗ੍ਰੇਟ ਲੇਕਸ ਤੁਸੀਂ ਸੀਕੁਐਂਸ 'ਚ ਯਾਦ ਰੱਖਣੇ ਆ। ਮੈਂ ਇਸ ਸਾਈਡ ਤੋਂ ਯਾਦ ਕੀਤੇ ਹੋਏ ਆ। ਲੇਕ ਸੁਪੀਰੀਅਰ, ਲੇਕ ਮਿਸ਼ੀਗਨ, ਲੇਕ ਹਿਊਰੋਨ, ਲੇਕ ਆਇਰੇ, ਲੇਕ ਓਨਟਾਰੀਓ। ਹੁਣ ਆਪਾਂ ਆਪਣੀ ਬੋਟ ਇੱਧਰੋਂ ਲੈ ਕੇ ਆ ਰਹੇ ਹਾਂ। ਲੇਕ ਓਨਟਾਰੀਓ, ਲੇਕ ਆਇਰੇ, ਲੇਕ ਹਿਊਰੋਨ, ਲੇਕ ਮਿਸ਼ੀਗਨ ਐਂਡ ਲੇਕ ਸੁਪੀਰੀਅਰ। ਠੀਕ ਹੈ ਜੀ, ਆ 5 ਤੁਸੀਂ ਗ੍ਰੇਟ ਲੇਕਸ ਕਵਰ ਕਰ ਲਏ ਆ। ਇਹ ਜਿਹੜਾ ਰੀਜਨ ਹੈ ਇਟ ਇਜ਼ ਨੋਨ ਫॉर ਇਟਸ ਮਿਨਰਲ ਡਿਪੋਜ਼ਿਟਸ। ਆਪਾਂ ਮਿਨਰਲ ਰਿਸੋਰਸਿਸ ਵਾਲੇ ਚੈਪਟਰ 'ਚ ਕੀਤਾ ਸੀਗਾ। ਗ੍ਰੇਟ ਲੇਕਸ ਰੀਜਨ ਇਜ਼ ਵਨ ਆਫ ਦੀ ਮੋਸਟ ਇੰਪੋਰਟੈਂਟ ਕੋਲ ਪ੍ਰੋਡਿਊਸਿੰਗ ਰੀਜਨਸ। ਇੱਥੇ ਇਸ ਵਾਲੇ ਰੀਜਨ 'ਚ ਫਿਜ਼ੀਕਲ ਮੈਪ 'ਚ ਦੇਖੋ ਮਾਊਂਟੇਨ ਚੇਨਸ ਹੈ, ਰੌਕੀ ਮਾਊਂਟੇਨਸ ਮੋਸਟ ਇੰਪੋਰਟੈਂਟ ਮਾਊਂਟੇਨਸ ਹੈ ਇਸ ਵਾਲੇ ਰੀਜਨ 'ਚ। ਇੱਥੇ ਹੈਗੇ ਆ ਗ੍ਰੇਟ ਲੇਕਸ ਐਂਡ ਗ੍ਰੇਟ ਲੇਕਸ ਤੋਂ ਜਸਟ ਥੱਲੇ ਇਸ ਵਾਲੇ ਪੋਰਸ਼ਨ 'ਚ ਹੈਗੇ ਆ ਐਪਲੇਸ਼ੀਅਨ ਮਾਊਂਟੇਨਸ। ਇਹ ਜਿਹੜੇ ਰੀਜਨ ਹੈ ਇੰਪੋਰਟੈਂਟ ਰੀਜਨਸ ਫਰੋਮ ਦੀ ਪੁਆਇੰਟ ਆਫ ਵਿਊ ਆਫ ਮਿਨਰਲ ਰਿਸੋਰਸਿਸ, એનર્ਜੀ ਰਿਸੋਰਸਿਸ। ਤੀਸਰਾ ਆਪਾਂ ਇੱਕ ਰੀਜਨ ਕੀਤਾ ਸੀ ਕੈਨੇਡੀਅਨ ਸ਼ੀਲਡ, ਉਹਨੂੰ ਇਗਨੋਰ ਕਰੋ ਫॉर द ਟਾਈਮ ਬਿੰਗ। ਠੀਕ ਹੈ ਜੀ, ਆ 5 ਗ੍ਰੇਟ ਲੇਕਸ ਤੁਸੀਂ ਧਿਆਨ 'ਚ ਰੱਖਣੇ ਆ। ਹੁਣ ਕਿਉਂਕਿ ਆਪਾਂ ਇੱਥੇ ਆਏ ਹੋਏ ਹਾਂ ਅੰਦਰ, ਤਾਂ ਲੱਗਦੇ ਹੱਥ 2-4 ਹੋਰ ਪੁਆਇੰਟਸ ਕਵਰ ਕਰ ਲਈਏ। ਸ਼ਿਕਾਗੋ 'ਚ, ਸ਼ਿਕਾਗੋ ਹੈਗਾ ਵੀ ਤੁਹਾਡੇ ਲੇਕ ਮਿਸ਼ੀਗਨ ਦੇ ਬਿਲਕੁਲ ਥੱਲੇ। ਲੇਕ ਮਿਸ਼ੀਗਨ ਦਾ ਜਿਹੜਾ ਸਭ ਤੋਂ ਨੀਚੇ ਵਾਲਾ ਪੁਆਇੰਟ ਹੈ ਉੱਥੇ ਹੈ ਸਿਟੀ ਆਫ ਸ਼ਿਕਾਗੋ। ਉੱਥੇ ਆਪਾਂ ਇੱਕ ਵਾਰੀ ਆਪਣੀ ਬੋਟ ਪਾਰਕ ਕਰਤੀ ਹੈ, ਆਪਣੀ ਕਸ਼ਤੀ ਪਾਰਕ ਕਰਤੀ ਹੈ। 2 ਇੰਪੋਰਟੈਂਟ ਰਿਵਰਸ ਤੁਸੀਂ ਨੋਟ ਕਰੋ ਇਸੇ ਰੀਜਨ 'ਚ ਆ ਰਹੀ ਹੈ, ਇੱਕ ਮਿਸਿਸਿਪੀ ਰਿਵਰ, ਇੱਕ ਮਿਸੋਰੀ ਰਿਵਰ। ਮਿਸਿਸਿਪੀ ਐਂਡ ਮਿਸੋਰੀ ਲੇਕ ਸੁਪੀਰੀਅਰ ਦੇ ਨਾਲੋਂ ਬਿਲਕੁਲ ਟੂ ਦੀ ਜਸਟ ਟੂ ਦੀ ਵੈਸਟ ਆਫ ਲੇਕ ਸੁਪੀਰੀਅਰ ਇੱਕ ਰਿਵਰ ਆ ਰਹੀ ਹੈ, ਰਿਵਰ ਮਿਸਿਸਿਪੀ। ਐਂਡ ਇਧਰੋਂ ਰੌਕੀ ਮਾਊਂਟੇਨਸ ਵਾਲੇ ਰੀਜਨ ਤੋਂ ਇੱਕ ਰਿਵਰ ਆ ਰਹੀ ਹੈ, ਰਿਵਰ ਮਿਸੋਰੀ। ਇੱਕ ਹੋਰ ਓਹੀਓ ਰਿਵਰ ਵੀ ਹੈ, ਓਹੀਓ ਫॉर द टाइम बिंग ਤੁਸੀਂ ਇਗਨੋਰ ਕਰੋ। ਮਿਸਿਸਿਪੀ ਮਿਸੋਰੀ ਰਿਵਰ ਵਨ ਆਫ ਦੀ ਲੌਂਗੈਸਟ ਰਿਵਰਸ ਆਫ ਦੀ ਵਰਲਡ। ਅਗੇਨ ਟੌਪ 10 'ਚ ਇਹਦਾ ਨਾਮ ਆਉਂਦਾ ਹੈ ਮਿਸਿਸਿਪੀ ਮਿਸੋਰੀ। ਦੋਨੋਂ ਰਿਵਰਸ ਤੁਸੀਂ ਲੋਕੇਟ ਕਰ ਲੈਣੀ ਹੈ। ਮਿਸਿਸਿਪੀ ਤੇ ਮਿਸੋਰੀ ਦੀ ਰਿਲੇਟਿਵ ਪੋਜੀਸ਼ਨ ਵੀ ਧਿਆਨ 'ਚ ਰੱਖਣੀ ਹੈ। ਲੇਕ ਸੁਪੀਰੀਅਰ ਵੱਲ ਇਧਰ ਈਸਟ ਤੋਂ ਕਿਹੜੀ ਰਿਵਰ ਆ ਰਹੀ ਹੈ, ਮਿਸਿਸਿਪੀ। ਰੌਕੀਜ਼ ਵਾਲੀ ਸਾਈਡ ਤੋਂ ਵੈਸਟ ਤੋਂ ਕਿਹੜੀ ਰਿਵਰ ਆ ਰਹੀ ਹੈ, ਮਿਸੋਰੀ। ਮਿਸਿਸਿਪੀ ਐਂਡ ਮਿਸੋਰੀ ਰਿਵਰ ਸਿਸਟਮ। ਨੀਚੇ ਇੱਥੇ ਮਿਸੋਰੀ ਖਤਮ ਹੋ ਜਾਂਦੀ ਹੈ, ਮਤਲਬ ਨੀਚੇ ਗਲਫ ਆਫ ਮੈਕਸੀਕੋ ਤੱਕ ਕਿਹੜੀ ਜਾ ਰਹੀ ਹੈ, ਮਿਸਿਸਿਪੀ ਰਿਵਰ। ਮਿਸਿਸਿਪੀ ਰਿਵਰ ਵਾਲੇ ਸਾਰੇ ਐਸ ਹੈ। ठीक है जी, वन ऑफ द लॉन्गेस्ट रिवर सिस्टम्स ऑफ द वर्ल्ड मिसिसिपी मिसोरी। तीसरी ਜਿਹੜੀ ਤੁਸੀਂ ਇੱਕ ਤਾਂ ਸੇਂਟ ਲਾਰੈਂਸ ਰਿਵਰ ਤਾਂ ਤੁਸੀਂ ਯਾਦ ਰੱਖ ਹੀ ਲਈ, ਆ ਮਿਸਿਸਿਪੀ ਮਿਸੋਰੀ ਨੂੰ ਤਾਂ ਮੈਂ ਸਿੰਗਲ ਹੀ ਮੰਨ ਰਿਹਾ। ਤੀਸਰੀ ਜਿਹੜੀ ਤੁਸੀਂ ਯਾਦ ਰੱਖਣੀ ਹੈ, ਅਗੇਨ ਰਿਵਰ ਕੋਈ ਇੰਨੀ ਜ਼ਿਆਦਾ ਜ਼ਬਰਦਸਤ ਨਹੀਂ ਹੈਗੀ ਬਟ ਹੋਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ, ਕੋਲੋਰਾਡੋ ਰਿਵਰ। ਇੱਥੇ ਥੋੜੀ ਜਿਹੀ ਗਲਤ ਹੋ ਗਈ। ਤੁਸੀਂ USA ਦੇ ਫੇਮਸ ਗ੍ਰੈਂਡ ਕੈਨੀਅਨ ਬਾਰੇ ਸ਼ਾਇਦ ਸੁਣਿਆ ਹੋਣਾ, ਪਿਕਸ ਵੀ ਦੇਖੀਆਂ ਹੋਣੀਆਂ। ਵੈਰੀ ਸ਼ਾਨਦਾਰ ਟੋਪੋਗ੍ਰਾਫੀ, ਟੂਰਿਜ਼ਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ। ਉਹ ਯੈਲੋ ਜੇ ਕਲਰ ਦੀ ਸੈਂਡ ਹੈ, ਰਿਵਰ ਇੱਦਾਂ ਗੋਲ ਗੋਲ ਹੋ ਕੇ ਜਾ ਰਹੀ ਹੈ, ਕਾਫੀ ਆਲਮੋਸਟ ਵਰਟੀਕਲ ਹਿਲਸ ਹੈ। that region is Grand Canyon. Canyon is simply a deep eye-shaped valley. Deep eye-shaped valley. इस तरह मतलब एक पहाड़ इदां ऑलमोस्ट वर्टिकल, दूसरा पहाड़ इदां बिल्कुल वर्टिकल। इस तरह आ ਜਿਹੜੀਆਂ ਵੈਲੀਜ਼ ਬਣ ਰਹੀਆਂ ਡੀਪ ਆਈ ਸ਼ੇਪਡ ਵੈਲੀਜ਼, ਇਹਨੂੰ ਕਹਿੰਦੇ ਆ ਕੈਨੀਅਨ। ਐਂਡ ਆ ਜਿਹੜੀ ਰਿਵਰ ਕੋਲੋਰਾਡੋ ਹੈ, ਕੋਲੋਰਾਡੋ ਰਿਵਰ ਤੇ ਗ੍ਰੈਂਡ ਕੈਨੀਅਨ ਬਣਦਾ ਹੈ। ਐਰੀਜ਼ੋਨਾ ਸਟੇਟ 'ਚ USA 'ਚ, ਐਰੀਜ਼ੋਨਾ ਯਾਦ ਰਵੇ ਨਾ ਰਵੇ। ਕੋਲੋਰਾਡੋ ਰਿਵਰ याद रखनी है, कोलोराडो प्लेट्यू याद रखना है, ग्रैंड कैनियन याद रखना है। ठीक है जी, तो ये अपनी 3 इंपॉर्टेंट रिवर्स हो गई। एंड मिसिसिपी मिसोरी रिवर कित्थे ड्रेन हुंदी है, गल्फ ऑफ मैक्सीको च। कोलोराडो रिवर कित्थे ड्रेन हुंदी है, गल्फ ऑफ कैलीफोर्निया च। सेंट लॉरेंस रिवर कित्थे ड्रेन हुंदी है, गल्फ ऑफ सेंट लॉरेंस च। वापस आओ शिकागो एंड अपना किश्ती फड़ो एंड गल्फ ऑफ सेंट लॉरेंस च बाहर आने आपां। गल्फ ऑफ सेंट लॉरेंस तो
मूव करना आप स्टार्ट करते हैं ऊपर हम नॉर्दर्न साइड पे। ग्रीनलैंड इज सेपरेटेड फ्रॉम कैनेडा। ऊपर द लार्जेस्ट, ग्रीनलैंड इज द लार्जेस्ट आइलैंड इन द वर्ल्ड। Largest island in the world is Greenland, and politically it is under the control of Denmark. European country Denmark ਉਹਦੀ jurisdiction ਚ ਆਂਦਾ ਹੈ Greenland. Greenland is separated from Canada by a very important sea. ਪਹਿਲਾਂ ਤਾਂ ਤੁਸੀਂ ਇਹਦਾ ਨਾਮ ਯਾਦ ਰੱਖਣਾ, ਲੈਬਰਾਡੋਰ ਸੀ। ਤੁਸੀਂ ਆਲਰੇਡੀ ਲੈਬਰਾਡੋਰ ਕਰੰਟ ਕੀਤਾ ਐਂਡ ਲੈਬਰਾਡੋਰ ਸੀ ਸੈਪਰੇਟ ਕਰਦੀ ਹੈ ਇਸ ਰੀਜਨ ਨੂੰ। ਹੁਣ ਲੈਬਰਾਡੋਰ ਸੀ 'ਚ ਤੁਸੀਂ ਐਂਟਰ ਕੀਤੇ ਐਂਡ ਤੁਹਾਡਾ ਉਪਲਕਸ਼ ਹੈ ਕਿ ਆਪਾਂ ਉੱਪਰ ਜਾਣਾ ਹੈ ਆਰਕਟਿਕ ਓਸ਼ਨ ਵੱਲ। ਲੇਕਿਨ ਬਿਫੋਰ ਗੋਇੰਗ ਟੂ ਆਰਕਟਿਕ ਓਸ਼ਨ ਤੁਸੀਂ ਸੋਚਿਆ ਕਿ ਚਲੋ ਇੱਧਰ ਕੈਨੇਡਾ ਵਾਲਾ ਪੋਰਸ਼ਨ ਵੀ ਘੁੰਮ ਹੀ ਆਈਏ, ਤਾਂ ਓਵਰ ਹੇਅਰ ਇਜ਼ ਵੈਰੀ ਇੰਪੋਰਟੈਂਟ ਵਾਟਰ ਬॉडी ਨੋਨ ਐਸ ਹਡਸਨ ਬੇ। ਹਡਸਨ ਬੇ, ਠੀਕ ਹੈ ਜੀ। ਮੈਪ 'ਚ ਕਰ ਲਈ ਲੋਕੇਟ, ਫਿਜ਼ੀਕਲ ਮੈਪ 'ਚ ਵੀ ਦੇਖ ਸਕਦੇ ਹੋ ਤੁਸੀਂ, ਪੋਲੀਟੀਕਲ ਮੈਪ 'ਚ ਵੀ ਦੇਖ ਸਕਦੇ ਹੋ। ਲੈਬਰਾਡੋਰ ਸੀ ਨੂੰ ਹਡਸਨ ਬੇ ਨਾਲ ਕੌਣ ਕਨੈਕਟ ਕਰ ਰਿਹਾ ਹੈ? ਵਿਚ ਵਾਟਰ ਬॉडी ਕਨੈਕਟਸ ਲੈਬਰਾਡੋਰ ਸੀ ਵਿਦ ਦੀ ਹਡਸਨ ਬੇ? ईजी टू रिमेंबर, हडसन स्ट्रेट। तो हडसन स्ट्रेट, हडसन बे, इन्हां चों कुछ भी आ जाए यू नो कि हडसन बे इज जॉइंड विद लैब्राडोर सी विद हडसन स्ट्रेट। चलो जी इत्थों आपां निकलते हैं, ऊपर चलते हैं, वापस आ गए आपां। हुण अपना लक्ष्य है आपां आर्कटिक सी, आर्कटिक ओशन वाल जाना है। इत्थे वन ऑफ द लार्जेस्ट आइलैंड्स ऑफ कैनेडा है बैफिन आइलैंड। बैफिन आइलैंड इज सेपरेटेड फ्रॉम डेनमार्क। ये बैफिन आइलैंड है। बैफिन आइलैंड इज सेपरेटेड फ्रॉम डेनमार्क बाय बैफिन बे। इथे ओवर हेयर इज बैफिन बे। हडसन बे, बैफिन बे, इतने दो इंपॉर्टेंट वाटर बॉडीज तुसी देखियां। चलो आ भीड़े भूड़े चैनल्स तो निकलते हुए अल्टीमेटली तुसी इत्थे आर्कटिक ओशन जाने हो। अलास्का दे जस्ट ऊपर, अलास्का कैनेडा वाले रीजन तो जस्ट ऊपर, ओवर हेयर इज वन ऑफ द सीज दैट यू कैन रिमेंबर, ब्यूफोर्ट सी। स्पेलिंग देख लेना भाई, ब्यूफोर्ट, BAU, ब्यूफोर्ट सी। बैरिंग स्ट्रेट दे ऊपर है ब्यूफोर्ट सी, बैरिंग स्ट्रेट तो नीचे है बैरिंग सी। तुसी याद रखना है, बैरिंग स्ट्रेट सबनों पता है, ऊपर है ब्यूफोर्ट, नीचे है बैरिंग सी। तो ये आपां जिथों आपां स्टार्ट कीते सीगे उस ही पॉइंट ते आपां वापस आ गए हैं एंड पूरी आपां सरकम नेविगेशन ऑफ नॉर्थ अमेरिका करती है। कुछ आपां इंटीरियर वाले इंपॉर्टेंट फीचर्स भी देखे, इंपॉर्टेंट रिवर्स वगैरह भी आपां देखियां। एक लेक तुसी इस तो इलावा मतलब एक लेक, 5 लेक्स का तुसी यहाँ कवर कर लिया, द 5 ग्रेट लेक्स। कुछ होर इंपॉर्टेंट लेक्स, लेक विनीपेग है कैनेडा च। विनीपेग इन्हां दी स्टेट भी है आई गेस, एंड विनीपेग लेक भी है। विनीपेग मैनीटोबा स्टेट है, मैनीटोबा स्टेट च विनीपेग सिटी है एंड ओवर देयर इज लेक विनीपेग। एक तुसी इहदा नाम याद रख सकते हो। एक तुसी होर जिहड़ा नाम याद रखना है, रॉकी माउंटेन्स का नाम याद रखना है। तुसी ऑलरेडी मैं मैंशन करता है, अपलेशियन माउंटेन्स का तुसी नाम याद रखना है। एक तुसी होर नाम याद रखना है, डेथ वैली। डेथ वैली आपां डेड सी कीता सीगा एक पॉइंट। डेड सी वॉज दी वन ऑफ द सॉल्टीएस्ट वाटर बॉडीज। कित्थे है डेड सी? जॉर्डन च है, एशिया च, जॉर्डन एंड इजराइल दे बॉर्डर ते। डेड सी दी खास गल ये भी है कि इट इज द डीपेस्ट पॉइंट, डीपेस्ट कॉन्टीनेंटल पॉइंट। -400 मीटर्स फ्रॉम द सी लेवल है। जिवें अज आपां ओहदी गल भी कीती, लो कंट्रीज़ की गल की, बेल्जियम एंड नीदरलैंड्स, वो भी बिलो दी सी लैवल है। तो काफ़ी कॉन्टीनेंटल रीजनस इदां दे है दुनिया च जिहड़े बिलो दी सी लैवल है। सब तो डीप है डेड सी, -400 मीटर ते। नॉर्थ अमेरिका का डीपेस्ट पॉइंट है डेथ वैली। दिस इज द डीपेस्ट पॉइंट ऑफ नॉर्थ अमेरिका, ठीक है। एंड ऊपर वाले तुसीं यहाँ फिजिकल मैप च देख सकते हो, कोलोराडो रिवर तो ऊपर डेथ सी।
ਇੱਥੇ ਕਿਤੇ ਜੇ ਹੈ ਡੈਥ ਵੈਲੀ ਕੋਲੋਰਾਡੋ ਰਿਵਰ ਦੇ ਨੇੜੇ ਤੇੜੀ ਇਸ ਰੀਜਨ 'ਚ ਹੀ। ਐਂਡ ਕੋਲੋਰਾਡੋ ਤੋਂ ਥੋੜੀ ਜਿਹੀ ਉੱਪਰ ਦੇਖੋ ਤੁਹਾਨੂੰ ਸਾਲਟ ਲੇਕ ਦਿਖੂਗਾ, ਗ੍ਰੇਟ ਸਾਲਟ ਲੇਕ। ਇਹ ਸਾਲਟੀਐਸਟ ਵਾਟਰ ਬॉडी ਆਫ ਨਾਰਥ ਅਮਰੀਕਾ। ਇਹ ਇਗਨੋਰ ਕਰਨੀ ਹੈ, ਲਟਰਮ ਪਟਰਮ ਜਾਣਕਾਰੀ ਹੈ, ਯਾਦ ਰਹੇ ਤਾਂ ਠੀਕ ਹੈ, ਨਾ ਯਾਦ ਰਹੇ ਤਾਂ ਵੀ ਠੀਕ ਹੈ। ਜੋ ਆਪਾਂ ਇਸ ਤੋਂ ਪਹਿਲਾਂ ਤੱਕ ਕਵਰ ਕੀਤਾ ਸੀ ਉਹ ਸਾਰੀਆਂ ਤੁਹਾਨੂੰ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ। ਕੰਟਰੀਜ਼ ਕੈਨੇਡਾ, US ਮੋਸਟ ਇੰਪੋਰਟੈਂਟ ਕੰਟਰੀਜ਼ ਹੈ। ਨੀਚੇ ਹੈ ਮੈਕਸੀਕੋ। ਮੈਕਸੀਕੋ ਤੋਂ ਨੀਚੇ ਜਿਹੜੇ ਗਰੁੱਪ ਆਫ ਕੰਟਰੀਜ਼ ਹੈ, ਛੋਟੀਆਂ ਛੋਟੀਆਂ ਕੰਟਰੀਜ਼ ਹੈ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਸੈਂਟਰਲ ਅਮਰੀਕਨ ਕੰਟਰੀਜ਼। ਮੈਕਸੀਕੋ ਤੋਂ ਨੀਚੇ, ਸਾਊਥ ਅਮਰੀਕਾ ਤੋਂ ਉੱਪਰ ਗੁਆਟੇਮਾਲਾ, ਅਲ ਸੈਲਵਾਡੋਰ, ਨਿਕਾਰਾਗੁਆ, ਕੋਸਟਾ ਰੀਕਾ, ਪਨਾਮਾ, ਇਹ ਜਿਹੜੀਆਂ ਕੰਟਰੀਜ਼ ਹੈ ਇਹਨਾਂ ਨੂੰ ਆਪਾਂ ਸੈਂਟਰਲ ਅਮਰੀਕਨ ਕੰਟਰੀਜ਼ ਕਹਿੰਦੇ ਆ। ਇੱਕ ਹੋਰ ਟਰਮ ਯੂਜ਼ ਹੁੰਦਾ ਹੈ ਲੈਟਿਨ ਅਮਰੀਕਾ। ਮੈਕਸੀਕੋ ਤੋਂ ਸਟਾਰਟ ਹੋ ਜਾਓ, ਇਨਕਲੂਡਿੰਗ ਮੈਕਸੀਕੋ। ਮੈਕਸੀਕੋ ਤੋਂ ਸਟਾਰਟ ਹੋ ਜਾਓ ਆਲ ਦੀ ਵੇ ਟਿਲ ਸੈਂਟਰਲ ਅਮਰੀਕਾ, ਪਨਾਮਾ ਆ ਗਏ। ਪਨਾਮਾ ਤੋਂ ਅੱਗੇ ਚਲੇ ਜਾਓ ਸਾਊਥ ਅਮਰੀਕਾ, ਜਿੱਥੇ ਆਪਾਂ ਹੁਣੇ ਜਾਵਾਂਗੇ। ਸਾਊਥ ਅਮਰੀਕਾ ਦੇ ਬਿਲਕੁਲ ਟਿਪ ਤੱਕ ਪਹੁੰਚ ਜਾਓ। ਪੂਰਾ ਸਾਊਥ ਅਮਰੀਕਾ, ਪੂਰਾ ਸੈਂਟਰਲ ਅਮਰੀਕਾ, ਨਾਲੇ ਮੈਕਸੀਕੋ, ਇੱਕ ਕੰਬਾਈਨਡ ਰੀਜਨ ਇਜ਼ ਨੋਨ ਐਸ ਲੈਟਿਨ ਅਮਰੀਕਾ। ਸਪੇਨ ਐਂਡ ਪੋਰਚੁਗਲ ਦੇ ਕੰਟਰੋਲ 'ਚ ਸੀ ਉਦੋਂ, ਲੈਟਿਨ ਭਾਸ਼ਾ ਦਾ ਇਸਤੇਮਾਲ ਕਰਦੇ ਸੀਗੇ ਸਪੈਨਿਸ਼ ਰੂਲਰਸ, ਇਸ ਲਈ ਇਸ ਰੀਜਨ ਨੂੰ ਆਪਾਂ ਲੈਟਿਨ ਅਮਰੀਕਾ ਬੋਲਦੇ ਹਾਂ, ਜਿੱਥੇ ਸਪੈਨਿਸ਼ ਜਾਂ ਪੋਰਚੁਗੀਜ਼ ਲੈਂਗੁਏਜ ਦਾ ਇਸਤੇਮਾਲ ਕੀਤਾ ਜਾਂਦਾ ਹੈ, ਡਰਾਈਵਿੰਗ ਐਕਸਟੈਂਸਿਵਲੀ ਫਰੋਮ ਲੈਟਿਨ ਲੈਂਗੁਏਜ, ਜੋ ਟ੍ਰੈਡੀਸ਼ਨਲ ਲੈਂਗੁਏਜ ਸੀਗੀ ਯੂਰਪ ਦੀ। ਠੀਕ ਹੈ ਜੀ, ਤਾਂ ਦਿਸ ਕੰਪਲੀਟਸ ਆਰ ਨਾਰਥ ਅਮਰੀਕਾ ਵਾਲਾ ਪੋਰਸ਼ਨ। ਚਲੋ ਜੀ ਹੁਣ ਆਓ ਆਪਾਂ ਸਾਊਥ ਅਮਰੀਕਾ ਵਾਲਾ ਪੋਰਸ਼ਨ ਕਵਰ ਕਰਦੇ ਹਾਂ। Everybody please open the map of South America. ठीक है जी, तो let's continue. ਆਪਾਂ ਇੱਥੋਂ ਤੱਕ already cover ਕਰ ਲਿਆ ਹੈ ਪਨਾਮਾ ਤੱਕ। Let us assume ਕਿ ਆਪਣੀ ਕਿਸ਼ਤੀ ਇੱਥੇ ਹੈ, ਇੱਥੋਂ ਆਪਾਂ ਸਟਾਰਟ ਕਰਾਂਗੇ and then circumnavigation ਕਰਾਂਗੇ। ਇਹਦੇ ਇਤਨੇ ਜ਼ਿਆਦਾ ਐਂਟਰੀਜ਼ ਨਹੀਂ ਹੈਗੀਆਂ, ਬਹੁਤ ਘੱਟ ਐਂਟਰੀਜ਼ ਹੈ ਜਿਹੜੀਆਂ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਤਾਂ ਆਪਾਂ ਪਨਾਮਾ ਤੋਂ ਸਟਾਰਟ ਕਰ ਰਹੇ ਹਾਂ। ਪਨਾਮਾ ਨਾਰਥ ਅਮਰੀਕਾ 'ਚ ਹੈ। ਹੁਣ ਪਨਾਮਾ ਦਾ ਇੱਕ ਸਾਊਥ ਅਮਰੀਕਾ ਦਾ ਇਕੁਇਲੈਂਟ ਵੀ ਹੋਊਗਾ। ਪਨਾਮਾ ਕਿੱਥੇ ਆ ਕੇ ਅਟੈਚ ਕਰਦਾ ਆਪਦੇ ਆਪ ਨੂੰ, ਪਹਿਲਾਂ ਤਾਂ ਤੁਸੀਂ ਇਹੀ ਕੰਟਰੀ ਯਾਦ ਰੱਖਣਾ ਹੈ। ਪਨਾਮਾ ਇਜ਼ ਜੁਆਇੰਟ ਵਿਦ ਸਾਊਥ ਅਮਰੀਕਾ ਐਟ ਕੋਲੰਬੀਆ। ਕੋਲੰਬੀਆ ਕੰਟਰੀ ਹੈ, ਤੁਸੀਂ ਪੋਲੀਟੀਕਲ ਮੈਪ 'ਚ ਦੇਖੋ, ਇਸਥਮਸ ਆਫ ਪਨਾਮਾ ਕੋਲੰਬੀਆ 'ਚ ਆ ਕੇ ਆਪਣੇ ਆਪ ਨੂੰ ਅਟੈਚ ਕਰਦੀ ਹੈ। ਹੁਣ ਕੋਲੰਬੀਆ ਤੋਂ ਨੀਚੇ ਆਪਾਂ मूव करना है। वाटर बॉडीज इन्नियां ज़्यादा इंपॉर्टेंट नहीं है, लेकिन कंट्रीज इंपॉर्टेंट है, सीक्वेंस ऑफ कंट्रीज भी इंपॉर्टेंट है। कोलंबिया, इक्वेडोर, पेरू, चिली। कोलंबिया, इक्वेडोर, पेरू, चिले, CEPC। कोलंबिया, इक्वेडोर, पेरू, चिले आ कंट्रीज आंदी हैं जे आप नॉर्थ टू साउथ मूव करिए साउथ अमेरिका च। आ जड़ा रीजन है इन जनरल आ पूरा रीजन राइट फ्रॉम कोलंबिया टू चिले, इट इज़ नोन फॉर इट्स सिल्वर डिपॉजिट्स, इट इज़ नोन फॉर इट्स कॉपर डिपॉजिट्स। सिल्वर एंड कॉपर के पॉइंट ऑफ व्यू तो काफ़ी इंपॉर्टेंट रीजन है, मिनरल रिसोर्सिस के पॉइंट ऑफ व्यू तो। ओवर हेयर फिजिकल मैप च तुसीं देखना है इस रीजन च पहला तो आ सारा ही ये जड़ा रीजन है, इत्थे एक लॉन्गेस्ट माउंटेन चेन इन दी वर्ल्ड पाई जाती है जिहदा नाम है एंडीज माउंटेन्स। एंडीज माउंटेन्स दे भी इधर इस रीजन च जड़ा मैं रेड च शो कर रहे हैं, इस रीजन च ड्राइएस्ट प्लेस ऑन अर्थ पाई जाती है एटाकामा डेजर्ट। दोनों तुसी अपने एटलस च लोकेट करने हैं। फिजिकल मैप च देखो एंडीज कॉर्डेलिडास थानू नजर आऊगा, कॉर्डेलिडास ऑफ द एंडीज वड्डा वड्डा करके लिखा होया है, राइट फ्रॉम टॉप टू बॉटम, चिली अर्जेंटीना के बॉर्डर तक ब्राउनिश पोर्शन जिहड़ा थानू नजर आ रहा है ये है एंडीज माउंटेन्स, longest mountain chain in the world. Himalayas are the highest mountain chain, Andes are the longest mountain chain, northwest extent. And इस region च Andes दे Pacific Ocean वाली साइड ते एक डेजर्ट भी तुहानू नजर आऊगा, एटाकामा डेजर्ट, ब्राउन जे लाइट ब्राउन जे कलर च शो किया होया है। कैन एवरीबडी लोकेट एटाकामा डेजर्ट है बिल्कुल इत्थे कर्व ते देखना।
try to locate it just near this curve, Atacama Desert. क्लीयर है जी। ये डेजर्ट इत्थे क्यों बनया, आप इसकी फॉर्मेशन कर चुके हैं। एक तो ये ट्रॉपिक ऑफ कैंसर इत्थों क्रॉस करता है, ओवर हियर इज समवेयर ट्रॉपिक ऑफ कैंसर, कैप्रीकॉन एंड कैप्रीकॉन करके इत्थे की है सब ट्रॉपिकल हाई प्रैशर बेल्ट है। दूसरा इत्थे कोल्ड करंट फ्लो करता है। कोल्ड करंट का नाम की है पेरूवियन करंट या हम्बोल्ट करंट। इत्थे पेरू कंट्री है, पेरू कंट्री तो नाम आया पेरूवियन करंट या हम्बोल्ट करंट। तो एक करंट इत्थे ब्लो कर रहा है। So the countries are important, Andes mountains are important, इत्थे Atacama desert is important, driest place, and बिल्कुल इसे ही कर्व ते हुण थोड़ा जिहा मैं स्पेसिफिक हो रहा हैं। You can see a very small water body, बिल्कुल इसे ही कर्व दे कोले देखना तुसीं जिथे कर्व जा चेंज हुंदा है। You can see a very small water body, Lake Titicaca, Lake Titicaca. This is the highest navigable lake in the world. Navigable spelling देख लेना भाई। हाईएस्ट नैविगेबल लेक इन दी वर्ल्ड, मतलब नैविगेबल ये नहीं कि तुसीं अपनी जड़ी आपां किश्ती भजा रहे हैं वो किश्ती चलूगी कि नहीं, लार्जली मतलब यह यूज हुंदा है कम्यूनीकेशन दे लई, ट्रेड दे लई कि नहीं। तो लेक टिटिकाका लार्जेस्ट हाईएस्ट नैविगेबल लेक इन दी वर्ल्ड कित्थे है? ऑन दी बॉर्डर बिटवीन, हुणे कंट्रीज तुसीं याद रखनी है, ऑन दी बॉर्डर ऑफ पेरू एंड बोलीविया, ऑन दी बॉर्डर ऑफ पेरू एंड बोलीविया। ठीक है जी। तो चलो आपां अगे आने हैं। कश्ती नूं आपां लैके गए बिल्कुल फ्रॉम द सदर्न टिप ऑफ साउथ अमेरिका तो आपां यू टर्न लिता। तो सदर्न टिप ऑफ साउथ अमेरिका नूं पहली गल तुसीं याद रखना कहंदे हैं केप हॉर्न। द सदर्न मोस्ट पॉइंट ऑफ साउथ अमेरिका इज केप हॉर्न। इत्थों आपां यू टर्न लिता एंड आपां एंटर कीते अटलांटिक ओशन च। लेकिन इत्थे तुसीं एक इंपॉर्टेंट स्ट्रेट याद रखनी है। तुसीं सदर्न टिप ते देख सकते हो काफ़ी सारे छोटे आइलैंड्स है। हुण इत्थे इन्ने सारे क्योंकि आइलैंड्स है तो इत्थे बहुत ज़्यादा स्ट्रेट्स वगैरह होणगियां। सारियां स्ट्रेट्स अपने लिए इंपॉर्टेंट नहीं हैगियां। एक तुसीं स्ट्रेट याद रखनी है मैगलन्स स्ट्रेट। अपने एटलस च लोकेट करो मैगलन्स स्ट्रेट। मैगलन वो पर्सनैलिटी सी, वो बंदे सी जिन्हों ने पहली बारी सरकम नैविगेशन ऑफ द वर्ल्ड की सी। आप तो कॉन्टीनेंट्स की सरकम नैविगेशन कर रहे हैं। ये स्पेन तो स्टार्ट होके अल्टीमेटली पूरी दुनिया घूम के स्पेन ते ही ख़त्म करते हैं। सरकम नैविगेशन ऑफ द वर्ल्ड की सी इन्होंने। दुनिया गोल है हमें कैसे पता, क्योंकि इन्होंने साबित किया। तो इन्हों श्रद्धांजलि देंदे हुए इस स्ट्रेट का इत्थे एक वाटर चैनल है, इसका आप नाम रखा वन ऑफ द मैनी स्ट्रेट्स। मतलब ए स्पैसीफिकली थोड़ा पिन पॉइंट करने की लोड़ नहीं गी, पर थोड़ा पता होना चाहिए किहड़े कॉन्टीनेंट है किहड़े रीजन है। चिली वाले रीजन है मैगलन्स स्ट्रेट। ठीक है जी। केप हॉर्न तो आप अपनी किश्ती मोड़ी एंड ऊपर अटलांटिक ओशन च एंटर किए। हुण अर्जेंटीना दे बिल्कुल नाल अर्जेंटीना इज सैपरेटेड फ्रॉम फॉकलैंड आइलैंड एंड इत्थे आपां कीता सीगा करंट्स वाली क्लास च। इत्थे एक कोल्ड करंट फ्लो करता है फॉकलैंड करंट, उपरों आ रहा है ब्राजीलियन करंट, इत्थों आ रहा फॉकलैंड करंट। वार्म करंट एंड कोल्ड करंट मीट करते हैं एंड इस रीजन च वन ऑफ द बेस्ट फिशिंग ग्राउंड्स ऑफ द वर्ल्ड डिवेलप होंदे है। तो ये वाला तुसीं फॉकलैंड आइलैंड्स याद रखने हैं, वन ऑफ द इंपॉर्टेंट आइलैंड्स। एंड फॉकलैंड आइलैंड्स तुसीं ये भी ध्यान च रखना है यूके दे कंट्रोल च है। मतलब पहला अर्जेंटीना एंड यूके की लड़ाई भी हुई है 1980s च, 1982 च हुई है शायद, कि अर्जेंटीना कहता सीगा कि यार साडे इलाके च यूके की करता पिया, असीं इस इन्हां आइलैंड्स से अपना कंट्रोल रीस्टैबलिश करना है। तो इन्हां दी लड़ाई हुई सी, यूके डिफीटेड अर्जेंटीना एंड अज दी डेट च भी ये जिहड़े आइलैंड्स है यूके दे कंट्रोल च है। ठीक है जी। मैगलन स्ट्रेट तुसीं याद रखनी है, इधर वाले वन ऑफ द मैनी आइलैंड्स तो केप हॉर्न तो आने की बजाय कहते मैगलन स्ट्रेट तो तुसीं इधर आ सकते हो। एक्चुअली लाइक रीजन की है मैगलन स्ट्रेट यूज़ करन दा। केप हॉर्न वाला जिहड़ा रीजन है नैविगेशन के पॉइंट ऑफ व्यू तो बहुत इत्थे टर्बूलेंट मौसम रहिंदा है, टर्बूलेंट वैदर रहिंदा है। सीज आर वेरी हार्श,
यूजली स्टॉमी कंडीशनस रहिंदियां इस रीजन च, इसलिए शिप्स प्रैफर नहीं करदियां कि असीं केप हॉर्न तो जाइए, इसलिए वो मैगलन्स स्ट्रेट वाला रस्ता अडॉप्ट कर लैंदे आ इधरों इधर आने लई, पैसीफिक ओशन तो अटलांटिक ओशन च आने लई। तो फॉकलैंड आइलैंड्स अगे आ गए आपां अर्जेंटीनियन कोस्ट ते, अर्जेंटीनियन कोस्ट तो आप ऊपर मूव करते रहे एंड ओवर हेयर इज द कंट्री ऑफ ब्राज़ील। हुण कुछ जिवें आप उधर वाली साइड ते कंट्रीज याद रखियां सीगियां, इधर भी आप कंट्रीज याद रखांगे ब्राज़ील तक। हुण आप नीचों स्टार्ट कर रहे हैं, अर्जेंटीना ऊपर यूरुगवे, यूरुगवे तो ऊपर ब्राज़ील, तीन ही मेन कंट्रीज तुसीं इत्थे याद रखनी है, अर्जेंटीना, यूरुगवे, ब्राज़ील। ब्राज़ील लार्जेस्ट कंट्री ऑफ साउथ अमेरिका, आपां नूं पता ही है। ब्राज़ील दी कैपिटल ब्रासिलिया। ब्राज़ील इज फेमस फॉर लाइक ये सब तो लटरम पटरम जानकारी सी, मोस्ट इंपॉर्टेंट जानकारी है जड़ी, द फेमस फॉर द लार्जेस्ट रिवर ऑफ द वर्ल्ड। बहुत सारिया ट्राइब्यूटरीज है जड़ियाँ कॉन्ट्रीब्यूट कर रही हैं इस रिवर नूं। द लार्जेस्ट रिवर ऑफ द वर्ल्ड दैट इज एमेजॉन। हुण मैं तुहानूं काफ़ी टाइम दा कहा सीगा कि नाइल इज़ द लॉन्गेस्ट रिवर, हुण मैं कह रहा एमेजन इज़ द लार्जेस्ट रिवर। वर्ड्स ते फोकस करना है, लार्जेस्ट पहला मैं कहना है लॉन्गेस्ट। लॉन्गेस्ट पूछा जाए तो आंसर है नाइल, लार्जेस्ट पूछा जाए तो आंसर है एमेजॉन। की फर्क है दोवां च? इस च बेसिकली आप लेंथ देखी दी है भी स्टार्ट तो लैके एंड तक लंबी कौन है, लार्जेस्ट आप वॉल्यूम देखते हैं कि स्टार्टिंग तो लेके एंड तक पानी सब तो ज़्यादा किस रिवर च फ्लो करता है, एमेजन रिवर च फ्लो करता है। एंड ये जो पूरा रीजन है एमेजन रेन फॉरेस्ट ਲਈ जानिया जाता है। The tropical rainforests of the Amazon basin, they are like the tropical rainforests of Amazon basin, they are known as lungs of the world। इन्हों प्यार नाल आपां lungs of the world कहते हैं कि अर्थ नूं साह लैण च हेल्प करते हैं। वन ऑफ द लार्जेस्ट फॉरेस्ट सिस्टम्स ऑफ द वर्ल्ड है, ठीक है जी। एमेजन रिवर बेसिन ट्रॉपिकल कंट्रीज च, ट्रॉपिकल इक्वेटोरियल लो प्रेशर बेल्ट च लाए करता है एंड हैवी रेनफॉल एक्सपीरियंस करता है। इस तो ऊपर आप नॉर्थ पोर्शन ऑफ द साउथ अमेरिका ते आने हैं। इत्थे कुछ तीन छोटियां जिहियां कंट्रीज है, ओहो तीन छोटियां जिहियां कंट्रीज है, फ्रेंच गिनी, सूरीनैम एंड गुआना। ये कंट्रीज का नाम याद रहे तो भी ठीक है, ना याद रहे तो भी ठीक है। आपां कई बारी तुसीं देखिया होना जिहड़ियां इंडिया दीयां हैवी सैटेलाइट्स है, वैसे तो अपना सैटेलाइट लॉन्चिंग प्रोग्राम बहुत वधिया है। आपां अपने PSLV वन ऑफ द मोस्ट सक्सैसफुल रॉकेट्स इन दी वर्ल्ड है, जिहड़ा जिहदे नाल आपां सैटेलाइट्स वगैरह लॉन्च करते हैं। GSLV भी आपां डिवेलप कर रहे हैं एंड सक्सैसफुल फ्लाइट्स भी हुई हैं। लेकिन कुछ केसेस से तुसीं देखिया होना कि इंडिया अपने PSLV GSLV नाल सैटेलाइट्स नहीं लॉन्च करता। इंडिया यूरोपियन स्पेस एजेंसी का एरियन रॉकेट यूज़ करता है। साइंस एंड टेक तुसीं इहदे बारे पढ़ोगे। एरियन स्पेस रॉकेट का इस्तेमाल करता है टू लॉन्च इट्स सैटेलाइट्स। कुछ टाइम जिहड़ियां हैवी सैटेलाइट्स होंदियां, कोई 2-3 क्विंटल तक की जो सैटेलाइट है, ओ सॉरी टनस तक की जो सैटेलाइट है, तो अपना PSLV GSLV मोर दैन सफिशेंट है एंड आपां नूं किसी की लोड़ ही नहीं। जो इस तो भी हैवी सैटेलाइट्स है तो आपां नूं यूरोपियन स्पेस एजेंसी का रॉकेट इस्तेमाल करना पैंदा है। यूरोपियन स्पेस एजेंसी का जिहड़ा लॉन्चिंग स्टेशन है वो इत्थे है फ्रेंच गिनी च। ओवर हेयर इज द फ्रेंच गिनी जिहड़ा कंट्री है इज द लॉन्चिंग स्टेशन ऑफ यूरोपियन स्पेस एजेंसी ESA। इक्वेटोरियल रीजन्स च होगा तो रॉकेट से कि ईजी या थोड़े जे सौखे तरीके नाल ऑर्बिट च चला जाता है, सैटेलाइट ऑर्बिट च चली जाती है। हुण यूरोप तो एडा हुण उपर टैंपरेट रीजन्स है, उत्थे रॉकेट लॉन्च करना थोड़ा जा औखा है। तो वैसे आह 3 कंट्रीज एज सच ज़्यादा इंपॉर्टेंट नहीं। उपर हैगा कोलंबिया तो आप स्टार्ट किया सीगा, उपर है वेनेजुएला, वन ऑफ द इंपॉर्टेंट ऑयल प्रोड्यूसिंग नेशनस। आप जो भी ऑयल की गल करते हैं, अगेन मैं थोनों रिसोर्सिस वाली क्लास भी दसिया सी, अपने दिमाग से हमेशा गल्फ कंट्रीज रहिंदियां, दुबई, सऊदी अरेबिया, कुवैत, इराक,
ਇਹ ਤਾਂ ਹੈ ਹੀ ਹੈ। ਇਸ ਤੋਂ ਇਲਾਵਾ ਵੀ ਕੁਝ ਮੈਂ ਤੁਹਾਨੂੰ ਦੱਸਿਆ ਸੀ ਇੰਪੋਰਟੈਂਟ ਕੰਟਰੀਜ਼ ਤੁਸੀਂ ਧਿਆਨ 'ਚ ਰੱਖਣੀ ਹੈ। ਵੈਨੀਜ਼ੁਏਲਾ ਇਜ਼ ਵਨ ਆਫ ਦੀ ਇੰਪੋਰਟੈਂਟ ਨੌਨ ਗਲਫ ਆਇਲ ਪ੍ਰੋਡਿਊਸਿੰਗ ਕੰਟਰੀ। USA ਹੈ, ਦੈਨ ਆਪਾਂ ਅਫਰੀਕਾ 'ਚ ਦੇਖਾਂਗੇ ਨਾਈਜੀਰੀਆ, ਤੇ ਇਹ ਵੀ ਕੁਝ ਇੰਪੋਰਟੈਂਟ ਆਇਲ ਪ੍ਰੋਡਿਊਸਿੰਗ ਕੰਟਰੀਜ਼ ਹੈ। ਬਾਕੀ ਆ ਜਿਹੜਾ ਸਾਰਾ ਰੀਜਨ ਹੈ ਕੋਲੰਬੀਆ, ਵੈਨੀਜ਼ੁਏਲਾ, ਇਕੁਆਡੋਰ, ਪੇਰੂ, ਡਰੱਗ ਟ੍ਰੈਫਿਕਿੰਗ ਲਈ ਜ਼ਿਆਦਾ ਜਾਣਿਆ ਜਾਂਦਾ ਹੈ। ਪੈਬਲੋ ਐਸਕੋਬਾਰ ਜਿਹਦੀ ਬਦੌਲਤ this region is known for drug peddling, drug production, drug smuggling and things like that. So ਇਹਦੇ ਨਾਲ ਆਪਣਾ ਕੰਪਲੀਟ ਹੁੰਦਾ ਪੂਰਾ ਸਾਊਥ ਅਮਰੀਕਾ। ਸਾਊਥ ਅਮਰੀਕਾ ਦੀ ਆਪਾਂ ਪੂਰੀ ਸਰਕਮ ਨੈਵੀਗੇਸ਼ਨ ਕਰ ਲਈ, ਸਟਾਰਟਿੰਗ ਵਿਦ ਕੋਲੰਬੀਆ, ਐਂਡਿੰਗ ਵਿਦ ਕੋਲੰਬੀਆ। ਇੰਪੋਰਟੈਂਟ ਆਪਾਂ ਫੀਚਰਸ ਹਜੇ ਅੰਦਰ ਕੀ ਦੇਖੇ, ਐਂਡੀਜ਼ ਮਾਊਂਟੇਨਸ, ਐਟਾਕਾਮਾ ਡੈਜ਼ਰਟ, ਲੇਕ ਟਿਟੀਕਾਕਾ, ਐਮਾਜ਼ਨ ਰੇਨ ਫੋਰੈਸਟ। ਦੋ ਤਿੰਨ ਚੀਜ਼ਾਂ ਆਪਾਂ ਹੋਰ ਨੋਟਿਸ ਕਰਨੀਆਂ ਅੰਦਰ ਇੰਟੀਰੀਅਰ ਦੇ ਪੁਆਇੰਟ ਆਫ ਵਿਊ ਤੋਂ। grasslands of South America, ਦੋ ਤਰ੍ਹਾਂ ਦੇ grasslands ਹੁੰਦੇ ਆ। ਅਗੇਨ ਨਾਮ ਤੋਂ ਹੀ ਤੁਹਾਨੂੰ ਕਲੀਅਰ ਹੈ, ਟੈਂਪਰੇਟ grasslands ਹੋ ਸਕਦੇ ਆ ਜੇ ਟੈਂਪਰੇਟ ਰੀਜਨਸ 'ਚ ਹੈ, ਜਾਂ ਟ੍ਰੋਪੀਕਲ grasslands ਹੋ ਸਕਦੇ ਆ ਜੋ ਕਿ ਟ੍ਰੋਪੀਕਲ ਰੀਜਨਸ 'ਚ ਹੈ। ਸਾਊਥ ਅਮਰੀਕਾ 'ਚ ਦੋਨੋਂ ਤਰ੍ਹਾਂ ਦੇ grasslands ਪਾਏ ਜਾਂਦੇ ਆ। अर्जेंटीना वाले रीजन च, क्योंकि ट्रॉपिक ऑफ कैप्रिकॉर्न वाला रीजन है, ट्रॉपिक ऑफ कैप्रिकॉर्न तो नीचे वाला रीजन है, ओवर हियर इज समवेयर, ओवर हियर इज ट्रॉपिक ऑफ कैप्रिकॉर्न। अर्जेंटीना वाले रीजन च, इस रीजन च टैंपरेट ग्रासलैंड्स पाए जाते हैं। इन्हां दा नाम है पैम्पास। ऑलरेडी ਆਪਾਂ ਜਦੋਂ ਏਸ਼ੀਆ ਵਾਲਾ ਕੱਲ ਮੈਪ ਕੀਤਾ ਸੀਗਾ, ਆਪਾਂ ਕੀਤਾ ਸੀਗਾ ਟੈਂਪਰੇਟ ਗ੍ਰਾਸਲੈਂਡਸ ਆਫ ਏਸ਼ੀਆ ਆਰ ਨੋਨ ਐਜ਼ ਸਟੈਪਸ, ਜਿਹੜੇ ਗੋਬੀ ਡੈਜ਼ਰਟ ਤੋਂ ਸਟਾਰਟ ਹੁੰਦੇ ਐਂਡ ਕੈਸਪੀਅਨ ਸੀ ਤੱਕ ਜਾਂਦੇ ਆ। ਟੈਂਪਰੇਟ ਗ੍ਰਾਸਲੈਂਡਸ ਆਫ ਸਾਊਥ ਅਮਰੀਕਾ ਆਰ ਨੋਨ ਐਜ਼ ਪੈਂਪਾਸ। ਨਾਮ ਯਾਦ ਰੱਖਣਾ ਤੁਸੀਂ। ਫਿਰ ਟ੍ਰੋਪੀਕਲ ਗ੍ਰਾਸਲੈਂਡਸ ਕਿਹੜੇ ਆ? ਦੋ ਤਰ੍ਹਾਂ ਦੇ ਟ੍ਰੋਪੀਕਲ ਗ੍ਰਾਸਲੈਂਡ। ਪੈਂਪਾਸ ਤਾਂ ਤੁਸੀਂ ਦੇਖ ਹੀ ਸਕਦੇ ਹੋ, ਤੁਹਾਡੇ ਐਟਲਸ 'ਚ ਬਹੁਤ ਵੱਡਾ ਕਰਕੇ ਲਿਖਿਆ ਹੋਇਆ ਅਰਜੈਂਟੀਨਾ ਵਾਲੇ ਰੀਜਨ 'ਚ। ਦੋ ਗ੍ਰਾਸਲੈਂਡਸ ਆਪਾਂ ਹੋਰ ਨੋਟਿਸ ਕਰਨੇ ਹੈ, ਲੈਨੋਸ ਐਂਡ ਕੈਂਪੋਸ। ਇਹ ਤੁਸੀਂ ਐਟਲਸ 'ਚ ਲੋਕੇਟ ਕਰੋ ਆਪਣੇ। ਬ੍ਰਾਜ਼ੀਲੀਅਨ ਹਾਈਲੈਂਡਸ ਸਾਰੇ ਲੋਕੇਟ ਕਰੋ, ਇਹ ਤਾਂ ਬਹੁਤ ਈਜ਼ੀ ਹੈ ਲੋਕੇਟ ਕਰਨੇ। ਬ੍ਰਾਜ਼ੀਲੀਅਨ ਹਾਈਲੈਂਡਸ ਔਨ ਦੀ ਕੋਸਟ ਆਫ ਬ੍ਰਾਜ਼ੀਲ। ਇਹ ਮਾਊਂਟੇਨ ਚੇਨ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਗੀ, ਬਸ ਮੈਂ ਵੈਸੇ ਰੈਫਰੈਂਸ ਦੇਣਾ ਚਾਹੁੰਦਾ ਕੈਂਪੋਸ ਨੂੰ ਲੋਕੇਟ ਕਰਨ ਲਈ। ਬ੍ਰਾਜ਼ੀਲੀਅਨ ਹਾਈਲੈਂਡਸ ਤੋਂ ਜਸਟ ਪੈਰਲਲੀ ਇਸ ਰੀਜਨ 'ਚ ਦੇਖੋ, ਜਸਟ ਪੈਰਲਲ ਟੂ ਬ੍ਰਾਜ਼ੀਲੀਅਨ ਹਾਈਲੈਂਡਸ ਇੱਕ ਵੱਡਾ ਜਿਹਾ ਕਰਕੇ ਲਿਖਿਆ ਹੋਊਗਾ ਕੈਂਪੋਸ, ਸਿਰਾਡੋਸ, ਕਟਿੰਗਾਸ, ਕੰਪਲੀਕੇਟਡ ਜਿਹਾ ਵਰਡ। ਇਹ ਜਿਹੜਾ ਰੀਜਨ ਹੈ, ਦਿਸ ਰੀਜਨ ਇਜ਼ ਦੀ ਰੀਜਨ ਆਫ ਟ੍ਰੋਪੀਕਲ ਗ੍ਰਾਸਲੈਂਡਸ। ਕੈਂਪੋਸ ਇੱਥੇ ਪਾਏ ਜਾਂਦੇ ਆ। ਦੂਸਰਾ ਰੀਜਨ ਕਿਹੜਾ? ਦੋ ਮੈਂ ਲਿਖੇ ਸੀਗੇ, ਲੈਨੋਸ। ਲੈਨੋਸ ਕਿੱਥੇ ਹੈ? ਵੈਨੀਜ਼ੁਏਲਾ ਜਾਓ, ਉੱਪਰ ਵੈਨੀਜ਼ੁਏਲਾ, ਵੈਨੀਜ਼ੁਏਲਾ ਔਰ ਐਂਡੀਜ਼ ਵਾਲੇ ਰੀਜਨ 'ਚ। ਐਂਡੀਜ਼ ਜਿੱਥੇ ਖਤਮ ਹੁੰਦੇ ਆ, ਜਸਟ ਉਹਦੇ ਨਾਲ ਇਸ ਰੀਜਨ 'ਚ ਦੇਖੋ ਲਿਖਿਆ ਹੋਊਗਾ ਲੈਨੋਸ। ਇਹ ट्रॉपिकल ग्रासलैंड्स ऑफ साउथ अमेरिका। तो दो ट्रॉपिकल ग्रासलैंड्स ऑफ साउथ अमेरिका है, कैंपोस एंड लेनोस। इस तुसीं ध्यान की रखना, ओवर हियर इज इक्वेटर। इक्वेटर दे नॉर्थ ते लेनोस है, इक्वेटर तो साउथ ते कैंपोस है। एटलस तुसीं देखो, यू विल बी एबल टू बेटर रिलेट। टू दी नॉर्थ ऑफ इक्वेटर ट्रॉपिकल ग्रासलैंड्स किहड़े है? लेनोस। टू द साउथ ऑफ इक्वेटर ट्रॉपिकल ग्रासलैंड्स किहड़े है? कैंपोस। तो तुसीं दो नाम, तीन नाम याद रखने एक्चुअली। पैम्पास आर दी टैंपरेट ग्रासलैंड्स, कित्थे है? अर्जेंटीना च। कैंपोस एंड लेनोस आर दी ट्रॉपिकल ग्रासलैंड्स। ब्राज़ील वाले हैगे है कैंपोस एंड वेनेजुएला, कोलंबिया वाले हैगे है लेनोस। ठीक है जी, तो दैट कंप्लीट्स अपना साउथ अमेरिका। नॉर्थ अमेरिका जो भी भाई टैंपरेट ग्रासलैंड्स अपने दसने रह गए सीगे। लास्ट एक एंट्री कर लो अज दी क्लास दी, टैंपरेट ग्रासलैंड्स ऑफ नॉर्थ अमेरिका। इत्थे रॉकी माउंटेन्स तो आपां कीते ही सीगे। ओवर हियर आर दी रॉकी माउंटेन्स, मतलब
ਹੋਰ ਵੀ ਕਾफ़ी ਸਾਰੀਆਂ ਮਾਊਂਟੇਨ ਚੇਨਸ ਹੈ, ਤੁਸੀਂ ਐਟਲਸ 'ਚ ਤੁਹਾਡੇ ਕਾफ़ी ਲਿਖਿਆ ਹੋਈਆਂ, ਸੇਰਾ ਨੇਵਾਡਾ, ਕਾਸਕੇਡ ਰੇਂਜ ਐਂਡ ਥਿੰਗਸ ਲਾਈਕ दैट। ਤੁਸੀਂ ਰੌਕੀਜ਼ ਯਾਦ ਰੱਖਣੀ ਹੈ। ਰੌਕੀਜ਼ ਤੋਂ ਈਸਟ ਵਾਲੀ ਸਾਈਡ ਤੇ कौन सा रंग लें, इसका रंग गुलाबी या नीला। आ जेड़ा रीजन है कैलगरी वाला रीजन एंड दिस एंटायर रीजन to the west, to the east of the Rocky Mountains in the central portion of North America. This region is prairies. Prairies are the temperate grasslands of North America. ठीक है, कित्थे पाए जाते हैं? In the region to the east of Rockies in the central portion of North America. USA एंड कैनेडा दोनों चाहते हैं। एंड प्रेरीज नू फूड बाउल ऑफ द वर्ल्ड भी कहा जाता है, फूड बाउल ऑफ द वर्ल्ड। बहुत ज़्यादा वीट प्रोडक्शन होंगी है इस रीजन च, वीट प्रोडक्शन, मेज प्रोडक्शन, प्राइमरीली वीट प्रोडक्शन होंगी है इस रीजन च, इसलिए इनू फूड बाउल ऑफ द वर्ल्ड भी कहा जाता है। सो हजे तक आप 4 ग्रासलैंड्स, टैंपरेट ग्रासलैंड्स देखे है। स्टैपीज एशिया च, स्टैप्स एशिया च, प्रेरीज नॉर्थ अमेरिका च एंड पैम्पास साउथ अमेरिका च। ट्रॉपिकल ग्रासलैंड्स आप 2 देखे है, दोनों ही साउथ अमेरिका च, कैंपोस एंड लैनोस। कैंपोस इधर ब्राज़ील च, लैनोस इधर वेनेजुएला कोलंबिया वाले रीजन च। तो ਆਪਾਂ ਇਹ ਵਾਲੇ ਕੰਪੋਨੈਂਟਸ ਅੱਜ यूरोप, नॉर्थ अमेरिका एंड साउथ अमेरिका कंप्लीट किया है। कल की क्लास च ਆਪਾਂ अफ्रीका एंड यूरोप वाले कॉन्टिनेंट्स कवर करांगे एंड कल ਆਪਾਂ कुछ थ्योरी वाले पोर्शनस भी कवर करांगे। क्लाइमेट एंड ड्रेनेज ऑफ इंडिया आप स्टार्ट करांगे कल वाली क्लास च, ठीक है जी। तो अज की क्लास आप इत्थे रैप करते हैं, काफ़ी लंबी क्लास होगी, काफ़ी इन्फॉर्मेशन बंबार्डमेंट हो गई है। So I would request you to please see these entries again in your map। जिन्ना तुसी मैप देखोगे, जिन्ना तुसी मैप नाल कंफर्टेबल होवोगे, जिन्ना तुसी मैप नू बिना मैप दे होए तुहाडीआं अखां दे सामने होऊगा, उन्नी ही ये चीज़ां तुहानूं आसान लगणगीआं, ठीक है जी। तो ये सारा अपना अज की क्लास मैं इत्थे रैप करदा। दैट्स ऑल फ्रॉम माई साइड। थैंक यू एंड ऑल द बेस्ट फॉर योर प्रिपरेशन।